खालसा वाहिगुरू जी की फतेह। गुरु ग्रंथ साहब जी की चल रही लड़ीवार विचारां विच अज अंक नंबर 1074 1074 नंबर अंक तो अगे पाठ करना है। मारू राग विच पंजवीं पातशाही धन धन गुरु अर्जन पातशाह जी दे उच्चारण कीते हुए सोलियां दे पाठ चल रहे हैं, जिस विच तीजे सोले दे 7 पद्यां तक दे पाठ पहला हो गए सन ते अज अगों पाठ करना है। तेरी दात तुझे ते होवे, दे दान सब सहजंत लोए। टोट न आवे पूर भंडारे, त्रिपत रहे आघी जाहे। तेरी दात तुझे ते होवे, दे दान सब सहजंत लोए। टोट न आवे पूर भंडारे, त्रिपत रहे आकी जारे। तेरी दात, ये परमात्मा तेरिया दित्तियां होइयां दातावां तुझे ते होवे, तू ही दे सकदा है। तेरिया दातां देन वाला कोई होर नहीं, इको एक दातार है ਜਿਹੜਾ ਦਾਤਾਂ ਦਿੰਦਾ ਹੈ। ਤੇਰੇ ਤੋਂ ਬਿਨਾ ਕੋਈ ਹੋਰ ਤੇਰੀ ਵਰਗੀਆਂ ਦਾਤਾਂ ਦੇ ਵੀ ਨਹੀਂ ਸਕਦਾ। ਉਹਦੀ ਦਾਤਾਂ ਅਸੀਂ ਤੱਕਣੀ ਕਰੀਏ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਵਾਂ ਤੇ ਸਾਨੂੰ ਉਦਾਹਰਣ ਮਿਲ ਜਾਂਦੇ ਨੇ। ਜਪਜੀ ਸਾਹਿਬ ਵਿੱਚ ਵੀ ਅਸੀਂ ਦਾਤਾਂ ਤੱਕੀਏ ਨਾ, ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, तिस विच धरती थाप रखी धर्मशाल। उसी दी दित्तियां दातां वन सारियां, भावें पवन कह लिए, पानी कह लिए, अग्नि कह लिए, पाताल कह लिए, रातां कह लिए, रुतां कह लिए, तित्तां कह लिए, वार कह लिए। धरती, तिस विच धरती थाप रखी धर्मशाल, धर्म कमाउण दा स्थान धरती स्थापित कर दित्ती। ते उस तो इलावा तकीए असी देही मिलीए, देही दे अंदर असी तकीए, देखण लई अखां दित्तियां, सुनण लई कंन दित्ते हैं, हत्थ दित्ते हैं, पैर दित्ते हैं। उहदी दातां गिनण ते आईए ते मुक्कण गईयां नहीं। ना उसदी दित्तियां दातावां दा ते उहदी लिस्ट नहीं मुकनी। माता पिता दित्ते, भैन भरा दित्ते, किन्नियां दातां दित्तियां। तेरी दात तुझे ते होवे, दे दान सबसे जंत लोए। कहना है परमात्मा तू दान देंदा है, किस नू देंदा है? सारियां जीवां ते लोकां नू, या इंज कह लिए हर लोक विच सारे जी जनता नू तू दान देंदा है। तेरी दात तुझे ते होवे, दे दान सब सह जंत लोए। हर लोक दे जी जनता नू तू दात दे रहा, देंदा है। टोट न आवे पूर भंडारे। ਅਸੀਂ ਤੇ ਅੱਜ ਰਾਸ਼ਨ ਭਰਦੇ ਹਾਂ, ਕੁਝ ਦਿਨਾਂ ਬਾਅਦ ਫਿਰ ਦੁਬਾਰਾ ਭਰਨ ਦੀ ਲੋੜ ਪੈ ਜਾਂਦੀ ਹੈ, ਮੁੱਕ ਜਾਂਦੇ ਨੇ। ਦੋ ਵਿਅਕਤੀ ਜ਼ਿਆਦਾ ਘਰ ਆ ਜਾਣ ਤੇ 2 ਦਿਨ ਪਹਿਲੇ ਮੁੱਕ ਜਾਂਦੇ ਨੇ, ਸਾਨੂੰ ਫਿਰ ਦੌੜਨਾ ਪੈਂਦਾ, ਮਾਰਕੀਟ ਜਾਈਏ, ਇਕੱਠਾ ਕਰੀਏ, ਫਿਰ ਭੰਡਾਰਾ ਭਰੀਏ। ਪਰ ਉਸ परमात्मा ने टोट ना आवे पूर भंडारे, ऐसे भंडारे बनाए और ऐसे पूर भंडारे हैं जिन्हां विच टोट ही नहीं आती। आसन लोए लोए भंडार, जो किछ पाया सो एका वार, इको वारी पा दिता है, इको वारी भंडारे भर दिते हैं। टोट न आवे पूर भंडारे, त्रिपत रहे आकी जाए। हे परमात्मा तेरे भंडारियां विच टोट नहीं आती। केवल ਅਸੀਂ ਖਾਣ ਪੀਣ ਜਾਂ ਹੋਰ ਵਸਤੂਆਂ ਬਾਰੇ ਨਾ ਸੋਚੀਏ, ਜੇਕਰ ਅਸੀਂ ਨਾਮ ਦੇ ਭੰਡਾਰੇ ਵੀ ਦੇਖੀਏ ਉਸਦੇ ਵਿੱਚ ਵੀ ਟੋਟ ਨਹੀਂ ਆਉਂਦੀ। ਉਸ परमात्मा ਦੇ ਗੁਣਾਂ ਦੇ ਭੰਡਾਰੇ ਵੀ ਬੇਅੰਤ ਹਨ ਤੇ ਤ੍ਰਿਪਤ ਰਹੇ ਆਕੀ ਜਾ ਰਹੇ। ਜਿਸ ਤੇ ਤੂੰ ਬਖਸ਼ਿਸ਼ ਕਰਦਾ ਹੈ, ਜੋ ਤੇਰੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹ ਤ੍ਰਿਪਤ ਰਹੇ ਆਗੀ ਜਾ ਦੇ, ਉਹ ਰਜਿਆ ਰਹਿੰਦਾ ਹੈ, ਉਹ ਪੂਰੀ ਤਰ੍ਹਾਂ ਤੋਂ ਹਰ ਕਿਸਮ ਦੇ ਨਾਲ ਉਹ ਰਜੇਵੇਂ ਵਿੱਚ ਰਹਿੰਦਾ ਹੈ।
ਤ੍ਰਿਪਤ ਰਹੇ ਆਕੀਜਾ ਹੈ। ਤ੍ਰਿਪਤ ਵੀ ਅੱਖਰ ਜਿਹੜਾ ਹੈ ਉਸਦਾ ਅਰਥ ਵੀ ਹੈ ਕਿ ਰੱਜ ਜਾਣਾ। ਆਕੀਜਾ ਦਾ ਅਰਥ ਵੀ ਹੈ ਰੱਜ ਜਾਣਾ, ਚੰਗੀ ਤਰ੍ਹਾਂ ਰੱਜ ਕੇ। ਜੀ ਇਕਬਾਲ ਵੀਰ ਜੀ। ਤੁਹਾਡੀ ਆਡੀਓ ਆਫ ਹੈ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਵੀਰ। ਤੇਰੀ ਦਾਤ ਤੁਝੇ ਤੇ ਹੋਵੇ, ਏ ਪ੍ਰਭੂ ਜੀ, ਜੋ ਦਾਤਾਂ ਤੂੰ ਦਿੰਦਾ ਹਾਂ ਸਾਰੇ ਸੰਸਾਰ ਨੂੰ, ਜਗਤ ਨੂੰ, ਤੁਝੇ ਤੇ ਹੋਵੇ। ਇਹ ਦਾਤਾਂ ਜਿਹੜੀਆਂ ਤੇਰੇ ਤੋਂ ਹੀ ਹਨ, ਭਾਵ ਤੂੰ ਹੈ ਤਾਂ ਦਾਤਾਂ ਹੈ। ਦਾਤਾਂ ਕੁਦਰਤ ਤੋਂ ਮਿਲਦੀਆਂ ਹਨ, ਕੁਦਰਤ ਕਰਤੇ ਦੀ ਬਣਾਈ ਹੋਈ। ਇਸ ਤੋਂ ਭਾਵ ਵੀ ਜੋ ਵੀ ਦਾਤ ਹੈ ਪ੍ਰਮਾਤਮਾ ਤੋਂ ਹੈ, ਪ੍ਰਮਾਤਮਾ ਦੀ ਆਪਣੀ ਪੈਦਾ ਕੀਤੀ ਹੋਈ ਹੈ। ਦੇਹ ਦਾਨ ਸਭਸੇ ਜੰਤ ਲੋਏ, ਸਭਸੇ ਸਾਰਿਆਂ ਨੂੰ ਜੰਤ ਲੋਏ, ਸਾਰੀਆਂ ਧਰਤੀਆਂ ਦੇ ਜੀਵਾਂ ਜੰਤੂਆਂ ਨੂੰ ਦੇਹ ਦਾਨ, ਦੇਹ ਦਿੰਦਾ ਹੈ, ਦਾਨ ਦਾਤਾ। ਨਾਮ ਦੀ ਦਾਤ, ਤਨ ਨੂੰ ਦਾਤ ਔਰ ਮਨ ਨੂੰ ਦਾਤ। ਇਹ ਤਨ ਔਰ ਮਨ ਦੀਆਂ ਦੋਵੇਂ ਦਾਤਾਂ ਜਿਹੜੀਆਂ ਪ੍ਰਮਾਤਮਾ ਜਿਹੜਾ ਆਪਣੇ ਨਿਯਮ ਸਿਧਾਂਤ ਅਨੁਸਾਰ ਸਾਰੇ ਜੀਵ ਜੰਤੂਆਂ ਨੂੰ ਦੇ ਰਿਹਾ ਹੈ। ਭਾਵ ਜਿੱਥੇ ਜਿਸ ਨੂੰ ਨਾਮ ਦੀ ਦਾਤ ਚਾਹੀਦੀ ਹੈ ਮਨ ਦੀ, ਉਸ ਮਨ ਨੂੰ ਵੀ ਨਾਮ ਦੀ ਦਾਤ ਵੀ ਦੇ ਰਿਹਾ ਹੈ, ਤੇ ਜਿਸ ਤਨ ਨੂੰ ਪੌਸ਼ਟਿਕ ਭੋਜਨ ਚਾਹੀਦਾ ਉਸ ਪੌਸ਼ਟਿਕ ਭੋਜਨ ਵੀ ਦੇ ਰਿਹਾ। ਜਿਸ ਤਰ੍ਹਾਂ ਦਾ ਜਿਸ ਧਰਤੀ ਤੇ ਮੌਸਮ ਹੈ, ਕਲਾਈਮੇਟ ਹੈ, ਉਸੇ ਤਰ੍ਹਾਂ ਦਾ ਖਾਣਾ ਪ੍ਰਮਾਤਮਾ ਜਿਹੜਾ ਹੈ ਉਹ ਬਣਾ ਕੇ ਉਸ ਧਰਤੀ ਦੇ ਵਿੱਚ ਪੈਦਾ ਕਰਕੇ ਉਸ ਜੀਵਾਂ ਨੂੰ ਉਹਨਾਂ ਦੀ ਆਪਣੀ ਮੌਸਮ ਦੇ ਅਨੁਸਾਰ, ਸਿਹਤ ਦੇ ਮੁਤਾਬਕ ਉੱਥੇ ਦਾ ਖਾਣਾ ਜਿਹੜਾ ਉਹ ਮਿਲ ਰਿਹਾ ਜੀ। ਇਹ ਉਹਦੀ ਅਸਚਰਜਤਾ ਹੈ, ਵਡਿਆਈ ਹੈ, ਧਨਤਾ ਹੈ ਕਿ ਹਰ ਇੱਕ ਨੂੰ ਹਰ ਤਰ੍ਹਾਂ ਦਾ ਉਹ ਦਾਨ ਜਿਹੜਾ ਉਹ ਦੇ ਰਿਹਾ ਹੈ। ਟੋਟ ਨਾ ਆਵੇ ਪੂਰ ਭੰਡਾਰੇ, ਟੋਟ ਨਾ ਆਵੇ ਪੂਰ ਭੰਡਾਰਾ। ਉਸਦੇ ਜਿਹੜੇ ਭੰਡਾਰੇ ਆ ਉਹ ਪੂਰਨ ਰੂਪ ਵਿੱਚ ਭਰੇ ਪਏ ਹਨ ਤੇ ਕਿਸੇ ਵੀ ਤਰ੍ਹਾਂ ਦੀ ਟੋਟ ਨਹੀਂ ਹੈ। ਭਾਵ ਕੋਈ ਵੀ ਜੀਵ ਜਿਹੜਾ ਸੰਸਾਰ ਦੇ ਵਿੱਚ ਜੇ ਉਦਮ ਕਰੇ ਤਾਂ ਦਾਤਾਂ ਦੀ ਪ੍ਰਾਪਤੀ ਉਹ ਕਰ ਸਕਦਾ ਹੈ। ਕਿਸੇ ਪ੍ਰਕਾਰ ਦੀ ਤੰਗੀ ਨਹੀਂ ਆਉਂਦੀ। ਹਰ ਧਰਤੀ ਦੇ ਵਿੱਚ, ਹਰ ਥਾਂ ਦੇ ਵਿੱਚ, ਸੰਸਾਰ ਦੇ ਕੋਨੇ-ਕੋਨੇ ਵਿੱਚ ਪ੍ਰਮਾਤਮਾ ਨੇ ਉਹ ਦਾਤਾਂ ਪਾਈਆਂ ਹੋਈਆਂ ਹਨ। ਉਦਮੀ ਬੰਦੇ ਉਹ ਦਾਤਾਂ ਲੈ ਲੈਂਦੇ ਹਨ ਤੇ ਆਲਸੀ ਬੰਦੇ ਪਿੱਛੇ ਰਹਿ ਜਾਂਦੇ ਹਨ। ਜਿਵੇਂ ਕਿ ਯੂਰਪ ਦੇ ਲੋਕ ਬਹੁਤ ਅਗਾਂਹ ਵਧੂ ਲੋਕ ਹਨ, ਉਦਮੀ ਹਨ, ਕੁਦਰਤ ਵਿੱਚ ਪਾਏ ਹੋਏ ਹਰ ਨਿਯਮ ਦੀ ਖੋਜ ਕਰਦੇ ਹਨ। ਉਸ ਨਿਯਮ ਦੇ ਅਨੁਸਾਰ ਸੰਸਾਰ ਨੂੰ ਸੌਖਾ ਕਰਨ ਦੇ ਲਈ, ਸੰਸਾਰ ਨੂੰ ਇਹ ਦਾਤਾਂ ਦੇਣ ਦੇ ਲਈ ਉਹ ਪ੍ਰਮਾਤਮਾ ਦੇ ਭਗਤ ਬਣ ਕੇ ਇਸ ਸੰਸਾਰ ਨੂੰ ਇਹ ਜਿਹੜੀਆਂ ਖੋਜਾਂ ਉਹ ਦਿੰਦੇ ਹਨ। ਟੋਟ ਨਾ ਆਵੇ, ਕਿਸੇ ਪ੍ਰਕਾਰ ਦੀ ਟੋਟ ਨਹੀਂ ਆਉਂਦੀ ਪ੍ਰਮਾਤਮਾ ਦੇ ਭੰਡਾਰਿਆਂ ਦੇ ਵਿੱਚ। ਪੂਰ ਭੰਡਾਰਾ ਹੈ, ਉਹਦੇ ਭੰਡਾਰੇ ਜਿਹੜੇ ਸਦਾ ਭਰੇ ਰਹਿੰਦੇ ਹਨ। ਤ੍ਰਿਪਤ ਰਹੇ ਜਿਹੜੇ ਉਦਮ ਕਰਕੇ ਉਸ ਭੰਡਾਰਿਆਂ ਵਿੱਚੋਂ ਪਦਾਰਥ ਲੈ ਲੈਂਦੇ ਹਨ, ਕੱਢ ਲੈਂਦੇ ਹਨ, ਉਹ ਤ੍ਰਿਪਤ ਰਹਿੰਦੇ ਹਨ, ਰੱਜੇ ਰਹਿੰਦੇ ਹਨ। ਕੀਜਾ ਹੈ, ਕੀਜਾ ਵੀ ਜੀ ਨੇ ਕਹਿਤਾ। ਕੀਜਾ ਵੀ ਭਾਵ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਹੋਰ ਮੁਸ਼ਕਲ ਨਾ ਆਵੇ। ਭਾਵ ਦਾਤ ਮਿਲਦੀ ਵੀ ਹੈ ਤੇ ਪੂਰਨ ਰੂਪ ਵਿੱਚ ਮਿਲਦੀ ਹੈ, ਥੁੜ ਨਹੀਂ ਰਹਿੰਦੀ। ਭੰਡਾਰਾ ਖੁੱਲ੍ਹਾ ਹੈ, ਪ੍ਰਮਾਤਮਾ ਦੇ ਖਜ਼ਾਨੇ ਖੁੱਲ੍ਹੇ ਹਨ, ਬੇਅੰਤ ਹਨ ਤੇ ਕਿਸੇ ਵੀ ਪ੍ਰਕਾਰ ਦੀ ਸੰਸਾਰ ਦੇ ਲੋਕਾਂ ਨੂੰ ਟੋਟ ਨਹੀਂ ਆਉਂਦੀ। ਜੇ ਕੋਈ ਇੱਕ ਪਦਾਰਥ ਮੁੱਕਦਾ ਹੈ ਤੇ ਉਹ ਨਵੇਂ ਪਦਾਰਥ ਦੇ ਵਿੱਚ ਨਵੇਂ ਤਰੀਕੇ ਦੇ ਨਾਲ ਉਹ ਦਾਤ ਦੇ ਦਿੰਦਾ ਹੈ। ਬਾਲਣ ਮੁੱਕਦਾ ਹੈ ਤੇ ਗੈਸ ਮਿਲ ਜਾਂਦੀ ਹੈ।
ਗੈਸ ਮੁੱਕਦਾ, ਬਿਜਲੀ, ਇਲੈਕਟ੍ਰੋਨਿਕ, ਪ੍ਰੋਟੋਨ, ਏਦਾਂ ਦੇ ਸਾਰੇ ਸਿਸਟਮ ਆਈ ਜਾਂਦੇ ਹਨ। ਪ੍ਰਮਾਤਮਾ ਦਾ ਸ਼ੁਕਰ ਹੈ ਵੀ ਸਾਨੂੰ ਦਾਤਾਂ ਦੇ ਰਿਹਾ ਹੈ ਜੀ। ਹਾਂ, ਧੰਨਵਾਦ ਵੀਰ ਜੀ। ਜਿਹੜੇ ਉਦਮੀ ਹਨ, ਉਦਮ ਕਰਕੇ ਉਹ ਦਾਤਾਂ ਦੇ ਨਾਲ ਸਾਂਝ ਬਣਾ ਲੈਂਦੇ ਹਨ। ਬੜੀ ਖੂਬਸੂਰਤੀ ਨਾਲ ਗੱਲ ਕੀਤੀ, ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ। ਅਸੀਂ ਜਿਹੜਾ ਜਿੱਥੋਂ ਦੀ ਇਸ ਵੇਲੇ ਸ਼ੁਰੂ ਹੋਇਆ ਨਾ, ਉਹ ਤੋਂ ਸ਼ੁਰੂ ਤੋਂ ਹੀ ਸਾਨੂੰ ਗੁਰੂ ਸਾਹਿਬ ਰੱਬ ਦੀ ਕਹਿ ਲੋ, ਰੱਬ ਨਾਲ ਸਾਂਝ ਪਾਉਣ, ਰੱਬ ਹਸਤੀ ਦੇ ਨਾਲ ਸਾਡੀ ਸਾਂਝ ਪਾਉਂਦੇ ਪਏ ਨੇ। ਰੱਬ ਦੀ ਸਮਰੱਥਾ, ਰੱਬ ਕੌਣ ਹੈ, ਜਿਹਨੂੰ ਤੂੰ ਰੱਬ ਸਮਝ ਕੇ ਪੂਜੀ ਜਾਵੇਂ, ਤੈਨੂੰ ਪਤਾ ਹੀ ਨਾ ਹੋਵੇ ਸਾਰੀ ਜ਼ਿੰਦਗੀ ਰੱਬ ਹੈ ਕੌਣ। ਤੂੰ 40-50 ਸਾਲ ਤੋਂ ਜਿਹਨੂੰ ਤੂੰ ਆਪਣਾ ਇਸ਼ਟ ਬਣਾ ਕੇ ਬੈਠਿਆ ਹੋਇਆ ਹੈ, ਤੈਨੂੰ ਉਹ ਪਤਾ ਹੀ ਨਾ ਹੋਵੇ ਕਿ ਰੱਬ ਹਸਤੀ ਕੈਸੀ ਹੈ। ਲੇਕਿਨ ਵੀ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਸਤਿਪੁਰਖ ਦੀ ਜਾਣ ਪਛਾਣ ਵਾਲਾ ਕੇਵਲ ਤੇ ਕੇਵਲ ਸਤਿਗੁਰੂ ਹੈ। ਤੇ ਗੁਰੂ ਅੱਜ ਸਾਨੂੰ ਪਹਿਲਾਂ ਸ਼ੁਰੂਆਤ ਤੋਂ ਇਹਨਾਂ ਵੀ ਆਨੰਦ ਆਨੰਦੀ ਕਰੇ ਆਨੰਦ ਆਨੰਦੀ ਮੇਰਾ ਘਟ ਘਟ ਪੂਰਨ ਸਿਰ ਸਿਰ ਹੈ ਨਬੇਰਾ ਸਿਰ ਸ਼ਾਹਾਂ ਕੇ ਸੱਚਾ ਸ਼ਾਹ। ਫਿਰ ਉਹ ਕਹਿੰਦੇ ਵੀ ਉਹ ਆਪੇ ਕੁਦਰਤ ਕਰੇ ਵਿਚਾਰ, ਆਪੇ ਹੀ ਸੱਚ ਕਰੇ ਪਸਾਰਾ। ਸਾਰਾ ਸਾਨੂੰ ਸ਼ੁਰੂ ਤੋਂ ਨਾ ਉਸ ਮਾਲਕ ਦੇ ਨਾਲ ਗੁਰੂ ਸਾਹਿਬ ਸਾਡੀ ਸਾਂਝ ਪਾਉਂਦੇ ਪਏ ਨੂੰ। ਹੋਰ ਅੱਗੇ ਜਿਹੜੀ ਸਾਂਝ ਪਾਉਂਦੇ ਪਏ ਨੇ, ਅੱਜ ਦੇ ਜਿਹੜੇ ਬੰਦ ਜਿਹੜੇ ਚੱਲਦੇ ਪਏ ਨੇ, ਕਹਿੰਦੇ ਤੇਰੀ ਦਾਤ ਤੁਝੇ ਤੇ ਹੋਵੇ। ਜਿਹੜੀਆਂ ਦਾਤਾਂ ਤੂੰ ਕਰਨਾ ਹੈ ਨਾ, ਹੋਰ ਕਿਸੇ ਵਿੱਚ ਐਸੀ ਦਾਤ ਕਰਨ ਦੀ ਸਮਰੱਥਾ ਨਹੀਂ ਹੈ। ਜਿਹੜੀਆਂ ਦਾਤਾਂ ਤੂੰ ਦੇ ਸਕਣਾ ਹੈ, ਜਦੋਂ ਅਸੀਂ ਜਦੋਂ ਗੁਰੂ ਪ੍ਰਥਾਈ ਕਹਿੰਦੇ ਨੇ, ਕਹਿੰਦੇ ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਏ। ਗੁਰੂ ਦਾ ਸ਼ਬਦ ਵੀ ਕੇਵਲ, ਗੁਰੂ ਦਾ ਗਿਆਨ ਕੇਵਲ ਤੇ ਕੇਵਲ ਗੁਰੂ ਕੋਲੋਂ ਮਿਲ ਸਕਦਾ ਹੈ। ਹੋਰ ਬਾਕੀ ਤੇ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਪਾਣੀ। ਜਦੋਂ ਰੱਬ ਦੇ ਪ੍ਰਥਾਈ ਵੀ ਕਹਿੰਦੇ ਤੇਰੀ ਦਾਤ, ਜਿਸ ਕਿਸਮ ਦੀਆਂ ਦਾਤਾਂ ਤੂੰ ਦੇਣਾ, ਜਿਤਨਾ ਵੱਡਾ ਮਾਲਕ ਤੂੰ ਹੈ, ਕਹਿੰਦੇ ਤੇਰੀ ਦਾਤ ਕੁਝ ਹੋਰ ਕਿਸੇ ਵਿੱਚ ਐਸੀ ਸਮਰੱਥਾ ਹੈ ਹੀ ਨਹੀਂ ਕਿ ਜਿਸ ਕਿਸਮ ਦੀਆਂ ਦਾਤਾਂ, ਜਿਸ ਕਿਸਮ ਦੇ ਸਿਸਟਮ ਤੂੰ ਨੇ ਇਨ ਪਲੇਸ ਰੱਖੇ ਹੋਏ ਨੇ, ਉਹ ਹੋਰ। ਕਹਿੰਦੇ ਵੀ ਜੀਵਨ ਕਾ ਦਾਤਾ ਏਕ ਹੈ, ਬੀਆ ਨਹੀਂ ਹੋਰ ਕੋਈ ਉਸ ਮਾਲਕ ਦੀ ਸਮਰੱਥਾ ਜਿਹੜਾ ਨਾ, ਕਹਿੰਦਾ ਇੱਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚੈ ਸਭ ਮੰਗ ਮੰਗਣ। ਸਾਰੇ ਤੇਰੇ ਕੋਲ ਆਪਣੀਆਂ ਮੰਗਾਂ ਪੂਰੀਆਂ ਤੇਰੇ ਕੋਲ ਮੰਗਦੇ ਜਾਂਦੇ ਪਏ ਨੇ। ਹੋ ਤੂੰ ਹਮੇਸ਼ਾ ਤੋਂ ਜਿਹੜਾ ਨਾ ਵੀ ਉਹ ਤੂੰ ਤੇਰੇ ਜਿਤਨਾ ਵੱਡਾ ਜਿਹੜਾ ਦਾਤਾ ਹੋਰ ਕੋਈ ਹੈ ਨਾ ਵੀ ਉਹ ਗੁਰੂ ਹੀ ਕਹਿੰਦੇ ਨੇ ਵੀ ਉਹ ਜਦੋਂ ਗੁਰੂ ਬੇਨਤੀ ਕਰਦੇ ਪਏ ਨਾ ਰੱਬ ਅੱਗੇ, ਕਹਿੰਦੇ ਮੈਨੂੰ ਇੱਕ ਗੱਲ ਬੁਝਾ ਦੇ ਵੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਹੋਰ ਤੇਰੇ ਵਰਗਾ ਤੇਰੀ ਦਾਤ ਤੁਝੇ ਤੇ ਹੋ। ਕਈ ਵਾਰ ਕਹਿੰਦੇ ਨਾ ਵੀ ਅੱਛਾ ਇਹ ਫਲਾਣਾ ਬੰਦਾ ਨਹੀਂ ਆਇਆ ਨਾ, ਚਲੋ ਇਹਨੂੰ ਇਸ ਰਿਪਲੇਸਮੈਂਟ ਇਹਨੂੰ ਲਗਾ ਲਓ। ਅੱਛਾ ਇਹ ਕੰਮ ਨਹੀਂ ਕਰ ਪਾਉਂਦਾ ਪਿਆ ਨਾ, ਚਲੋ ਕੋਈ ਹੋਰ ਉਹਦੀ ਥਾਂ ਤੇ ਕੰਮ ਕਰ ਲਵੇ। ਲੇਕਿਨ ਰੱਬ ਦੇ ਪ੍ਰਥਾਈ ਬਿਲਕੁਲ ਨਹੀਂ। ਰੱਬ ਵਰਗੀ ਹੋਰ ਕੋਈ ਹਸਤੀ ਹੈ ਹੀ ਨਹੀਂ। ਕਹਿੰਦੇ ਵੀ ਉਹ ਬੁਰਾ ਬੇਨਤੀ ਕੀ ਕਰਦੇ, ਮੈਨੂੰ ਗੁਰਾ ਇੱਕ ਦੇਹ ਬੁਝਾਈ, ਕੀ ਦੇ ਬੁਝਾ, ਮੈਨੂੰ ਕੀ ਬੁਝਾ ਦੇ। ਕਹਿੰਦਾ ਵੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਂ ਕਿਥੇ ਇਹ ਗੱਲ ਭੁੱਲ ਨਾ ਜਾਵਾਂ ਕਿ ਮੈਂ ਕਿਸੇ ਹੋਰ ਦਰ ਦਾ ਮੰਗਤਾ ਕਿਥੇ ਨਾ ਬਣ ਜਾਵਾਂ। ਮੈਂ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਤੇ ਆਈਐ, ਹਰ ਇੱਕੋ ਦਾਤਾ ਮੰਗੀਏ, ਮਨ ਚਿੰਦਿਆ ਪਾਈਏ। ਕਹਿੰਦੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਮੈਂ ਸ਼ਰਮ ਨਾਲ ਡੁੱਬ ਕੇ ਮਰ ਜਾ। ਜਦੋਂ ਬੰਦਾ ਕੋਈ ਬਹੁਤ ਭੈੜਾ ਕੰਮ ਕਰਦਾ ਨਾ, ਉਹਨੂੰ ਜਾਂ ਸ਼ਰਮ ਨਾਲ ਡੁੱਬ ਕੇ ਮਰ ਜਾ। ਕਹਿੰਦੇ ਚੁੱਲ੍ਹੇ ਉੱਪਰ ਪਾਣੀ ਵਿੱਚ ਡੁੱਬ ਕੇ ਮਰ ਜਾ। ਕਹਿੰਦੇ ਜੇ ਕਿਉਂਕਿ ਗੁਰੂ ਇਹ ਵਿਸ਼ਵਾਸ ਸਾਨੂੰ ਦਿਵਾਉਣਾ ਚਾਹੁੰਦੇ ਨੇ। ਜਿੱਥੇ ਇੱਕ ਬਹੁਤ ਅਸੀਂ ਕਈ ਜਿਹੜੇ ਆਮ ਐਗਜ਼ਾਮਪਲ ਦਿੰਦੇ ਆ ਵੀ ਗੁਰੂ ਨੇ ਬੜਾ ਸਪਸ਼ਟ ਕਰਦਾ ਵੀ ਪੱਥਰਾਂ ਵਿੱਚ ਰੱਬ ਨਹੀਂ। ਪੱਥਰਾਂ ਵਿੱਚ ਰੱਬ ਨਹੀਂ ਦਾ ਮਤਲਬ ਇਹ ਨਹੀਂ ਕਿ ਪੱਥਰਾਂ 'ਚ ਰੱਬ ਨਹੀਂ, ਹਰ ਇੱਕ ਚੀਜ਼ ਰੱਬ ਹੈ। ਲੇਕਿਨ ਵਿਸ਼ੇਸ਼ ਪੱਥਰ ਵਿੱਚ ਤੂੰ ਕਹੇ ਕਿ ਰੱਬ ਬੈਠਿਆ ਹੋਇਆ ਹੈ, ਇਹ ਪੱਥਰ ਰੱਬ ਹੈ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਲੇਕਿਨ ਜੇ ਇਹ ਪੱਥਰ ਰੱਬ ਹੈ ਤੇ ਉਹ ਪੱਥਰ ਵੀ ਰੱਬ ਹੈ। ਤੂੰ ਕਹਿੰਦੇ ਕੋਈ ਇਹ ਵਿਸ਼ੇਸ਼ ਪੱਥਰ ਰੱਬ ਹੈ, ਉਹ ਗੁਰਮਤਿ ਨੂੰ ਪ੍ਰਵਾਨ ਨਹੀਂ। ਤੇ ਗੁਰੂ ਸਾਨੂੰ ਸਾਡੀ ਜਿਹੜੀ ਸੋਚ ਹੈ ਨਾ ਵੀ ਤੂੰ ਤੇਰੇ ਮਨ ਵਿੱਚ ਇੱਕ ਭਾਵਨਾ ਹੈ, ਤੂੰ ਰੱਬ ਦੇ ਪ੍ਰਥਾਈ ਕੋਈ ਭਾਵਨਾ ਲੈ ਕੇ ਬੈਠੇ ਹੈ। ਗੁਰੂ ਕਹਿੰਦਾ ਉਹਦੀ ਜਾਣਕਾਰੀ ਵੀ ਤੇ ਲੈ ਲੈ। ਤੂੰ ਆਪਣਾ ਸਾਰਾ ਜ਼ਿੰਦਗੀ ਦਾ ਪਰ ਪੂਰੀ ਡੋਰ ਹੈ ਨਾ, ਤੂੰ ਉਹਦੇ ਹੱਥ ਸੌਂਪੀ ਹੋਈ ਹੈ। ਉਹ ਪੰਡਤ ਨੇ ਉਹਨੂੰ ਕਹਿੰਦਾ ਪੰਡਤ ਪਾੜੀ ਬਾਟ, ਕਹਿੰਦਾ ਕਬੀਰ ਕਾਗਜ਼ ਕੀ ਓਬਰੀ ਮਸ ਕੇ ਕਰਮ ਕਪਾਟ, ਪਾਹਨ ਬੋੜੀ ਪ੍ਰਿਸਮੀ ਪੰਡਤ ਪਾੜੀ ਬਾਟ। ਪੰਡਤ ਨੇ ਉਹਨੂੰ ਕਿਸ ਰਾਹ ਦੇ ਉੱਤੇ ਪਾ ਦਿੱਤਾ ਹੋਇਆ? ਕਹਿੰਦਾ ਕਬੀਰ ਕਾਗਜ਼ ਕੀ ਓਬਰੀ,
ਮਨੋ ਇਹ ਜਿਹੜੇ ਨਿਯਮ ਲਿਖੇ ਹੋਏ ਨੇ ਨਾ ਕਾਗਜ਼ ਦੇ ਉੱਤੇ, ਜੋ ਇਹ ਸਾਰੇ ਇਹ ਕਰੋ ਕਰਮ ਕਾਂਡ ਜਿਤਨੇ ਸਾਰੇ ਲਿਖੇ ਗਏ ਨੇ, ਕਹਿੰਦੇ ਸਾਡੇ ਵਾਸਤੇ ਓਬਰੀ ਦਾ ਮਤਲਬ ਹੈ ਜੇਲ੍ਹ ਖਾਨਾ। ਕਹਿੰਦੇ ਕਬੀਰ ਕਾਗਜ਼ ਕੀ ਓਬਰੀ, ਕਹਿੰਦੇ ਮਸ ਕੇ ਕਰਮ ਕਪਾਟ, ਇਹਦੇ ਨਾਲ ਮਸ ਕਹਿੰਦੇ ਨੇ ਸ਼ਿਆਹੀ ਨੂੰ, ਇਹਦੇ ਨਾਲ ਇਹਦੇ ਉੱਤੇ ਸ਼ਿਆਹੀ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਕਰਮ ਕਾਂਡ ਅਸੀਂ ਵੀ ਲਿਖ ਦਿੱਤੇ ਨੇ। ਅਸੀਂ ਵੀ ਇਹ ਕਰੋ ਉਹ ਕਰੋ, ਐਕਨ ਕਰੋ, ਇਹ ਐਕਨ ਚੱਕਰ ਕੱਟਣਾ ਹੈ, ਇਸ ਹਿਸਾਬ ਨਾਲ ਇਹ ਬਣਾਉਣਾ ਹੈ ਵੀ ਉਹਦਾ ਐਕਨ ਹੋਣਾ ਚਾਹੀਦਾ ਹੈ। ਸਾਰੇ ਅਸੀਂ ਕਰਮ ਕਾਂਡ ਅਸੀਂ ਕਹਿੰਦੇ ਕਬੀਰ ਕਾਗਜ਼, ਸਾਡੇ ਉਹਦੇ ਜੇਲ੍ਹ ਖਾਨੇ ਬਣ ਗਏ। ਜੋ ਅਸੀਂ ਗੁਰੂ ਦੀ ਗੱਲ ਨਹੀਂ ਹੈ, ਜੋ ਅਸੀਂ ਜ਼ਿੰਦਗੀ ਦੇ ਕੁਝ ਨਾਲ ਕੁਝ ਫੈਸਲੇ ਕਰਦੇ ਨਾ, ਕਹਿੰਦੇ ਕਬੀਰ ਕਾਗਜ਼ ਕੀ ਓਬਰੀ, ਮਸ ਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ। ਇਹ ਪੱਥਰ ਦੀ ਪੂਜਾ ਵਿੱਚ ਸਾਰਾ ਸੰਸਾਰ ਡੁੱਬੀ, ਕਹਿੰਦੇ ਪੰਡਤ ਉਹਨੇ ਤੁਹਾਨੂੰ ਉਸ ਰਾਹ ਦੇ ਉੱਤੇ ਪਾ ਦਿੱਤਾ ਹੈ। ਲੇਕਿਨ ਗੁਰੂ ਸਾਨੂੰ ਬੜਾ ਸਪਸ਼ਟ ਕਰਦੇ, ਕਹਿੰਦੇ ਨੇ ਵੀ ਜਿਹੜਾ ਪਰਮਾਤਮਾ ਹੈ ਨਾ, ਉਹਦੇ ਵਰਗਾ ਦਾਤਾ ਹੋਰ ਕੋਈ ਹੈ ਨਹੀਂ। ਔਰ ਉਹਨੂੰ ਹੀ ਬੇਨਤੀ ਕਰਦੇ ਪਏ ਨੇ ਕਿ ਵੀ ਜੇ ਮੈਂ ਹੋਰ ਮੈਨੂੰ ਹੋਰ, ਕਹਿੰਦੇ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਯਕੀਨ ਕਿਤਨਾ ਹੈ, ਕਹਿੰਦੇ ਮੈਨੂੰ ਹੋਰ ਕਿਸੇ ਦਰ ਦਾ ਮੰਗਤਾ ਨਾ ਬਣਾਏ। ਬਾਰ ਪਰਾਏ ਬੈਸਣਾ, ਕਹਿੰਦਾ ਮੈਨੂੰ ਸਾਈਂ ਮੁਝੇ ਨਾ ਦੇ, ਕਹਿੰਦਾ ਜੇ ਤੂੰ ਐਵੇਂ ਰਖਸੀ, ਕਹਿੰਦਾ ਜਿਉ ਸ਼ਰੀਰ ਹੋ ਤੂੰ ਭਾਵੇਂ ਉਹਨੂੰ ਮਾਰ ਦੇ, ਲੇਕਿਨ ਮੈਨੂੰ ਕਿਸੇ ਹੋਰ ਦੇ ਦਰ ਦਾ ਮੰਗਤਾ ਨਾ ਬਣਾਏ। ਉਹ ਪ੍ਰਮਾਤਮਾ ਹੈ ਹੀ ਵੱਡਾ ਇਤਨਾ, ਉਹ ਕਹਿੰਦਾ ਤੇਰੀ ਇੱਕ ਤੇ ਤੇਰੀ ਦਾਤ, ਜਿਹੜੀਆਂ ਦਾਤਾਂ ਤੂੰ ਦੇਣਾ ਹੈ, ਉਹ ਦਾਤ ਦੇਣ ਦੀ ਸਮਰੱਥਾ ਹੋਰ ਕਿਸੇ ਵਿੱਚ ਵੀ ਨਹੀਂ। ਹੋਰ ਜਦੋਂ ਤੂੰ ਸਾਰਿਆਂ ਨੂੰ ਦਾਤ ਦੇ ਜਾਣਾ, ਕੋਈ ਐਸਾ ਹੈ ਹੀ ਨਹੀਂ ਜੋ ਤੇਰੇ ਦਾਤ ਤੋਂ ਵਾਂਝਾ ਰਵੇ। ਕਹਿੰਦਾ ਦੇਹ ਦਾਨ ਸਬਸੈ ਜੰਤ ਲੋਏ, ਹਰ ਲੋ ਵਿੱਚ ਉਹ ਕਹਿੰਦੇ ਆਸਨ ਲੋਏ ਲੋਏ ਭੰਡਾਰ, ਹਰ ਟਿਕਾਣੇ ਤੇ, ਹਰ ਲੋ ਵਿੱਚ, ਹਰ ਥਾਂ ਦੇ ਉੱਤੇ ਤੇਰੇ ਭੰਡਾਰ ਜਿਹੜੇ ਨੇ ਨਾ, ਉਹ ਨੱਕੋ ਨੱਕ ਭਰੇ ਪਏ ਨੇ। ਉਹ ਜਦੋਂ ਕਹਿੰਦੇ ਨਾ ਕਰ ਚਿੰਤ, ਅਸੀਂ ਕੁਝ ਦਿਨ ਪਹਿਲਾਂ ਅਸੀਂ ਕਰਕੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਕਰੇ ਪ੍ਰਭ ਮੇਰਾ। ਜਿਹੜਾ ਸਾਰਾ ਸ਼ਬਦ ਸੀ ਉਹ ਇੱਕ ਉਹ ਵੀ ਸੀ, ਕਹਿੰਦੇ ਪਾਖਨ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਕ ਨਹੀਂ, ਕਹੇ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਈ। ਉਹ ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ। ਉਹਨਾਂ ਨੂੰ ਵੀ ਮਾਲਕ ਜਿਹੜਾ ਹੈ ਨਾ, ਉਹ ਕਹਿੰਦਾ ਜਲ ਮੇ ਜੰਤੂ ਪਾਇਨ, ਕਹਿੰਦਾ ਤਿਨਾ ਵੀ ਰੋਜੀ ਤੇ, ਜਿਹੜੇ ਜੀ ਉਹਨੇ ਪਾਣੀ ਵਿੱਚ। ਸਾਡੀ ਸੋਚ ਆ ਗਈ ਟਿੱਕੀ ਹੈ ਕਿ ਬਈ ਜੇ ਕਿਰਸਾਨੀ ਕਰਾਂਗੇ ਜਾਂ ਧੰਦਾ ਕਰਾਂਗੇ, ਕਹਿੰਦੇ ਉੱਥੇ ਕਿਰਸ ਨਾ ਚੱਲਈ ਨਾ ਕੋ ਹੱਟ ਕਰੇ, ਜੀਆਂ ਕਾ ਆਹਾਰ ਜੀ ਖਾਣਾ ਅਯੁਗ। ਮਾਲਕ ਨੇ ਹਰ ਇੱਕ ਨੂੰ ਨਾ ਕਹਿੰਦਾ ਦੇਹ ਦਾਨ ਸਭ ਸੈ ਜੰਤ ਲੋਏ, ਦਾਨ ਦੇਹ ਦਾਤਾ ਪੁਰਖ ਵਿਧਾਤਾ, ਨਾਨਕ ਸੱਚ ਸੋਈ। ਤੇਰੇ ਵਰਗਾ ਦਾਤਾ ਕੋਈ ਹੈ ਨਹੀਂ, ਵੀ ਤੇਰੀ ਦਾਤ ਜੋ ਰੱਬ ਦਾ ਕੋਈ ਸਬਸਟੀਟਿਊਟ ਨਹੀਂ। ਪਤਾ ਕੋਈ ਇੱਕ ਨਹੀਂ ਇਹ ਨਹੀਂ, ਤੇ ਕਈ ਸਾਡੇ ਜ਼ਿੰਦਗੀ ਚ ਸਬਸਟੀਟਿਊਟ ਹੁੰਦੇ ਨੇ। ਹਰ ਬੰਦਾ ਕਹਿੰਦਾ ਕਿ ਨਹੀਂ, ਜਿੱਤੇ ਉਹ ਕਿਸੇ ਬੰਦੇ ਨੂੰ ਇਹ ਫੀਲਿੰਗ ਨਹੀਂ ਆਉਣੀ ਚਾਹੀਦੀ ਕਿ ਵੀ ਮੈਂ ਨਾ ਹੋਇਆ ਤੇ ਕੱਲ ਜੇ ਮੈਂ ਚੱਲਣਾ, ਮੈਂ ਤਾਂ ਸਿਸਟਮ ਚੱਲਦਾ ਪਿਆ। ਲੇਕਿਨ ਰੱਬ ਦਾ ਸਬਸਟੀਟਿਊਟ ਕੋਈ ਹੈ ਨਹੀਂ, ਔਰ ਉਹ ਸਾਰਿਆਂ ਨੂੰ ਦੇਈ ਵੀ ਜਾਂਦਾ। ਕਹਿੰਦੇ ਤੋੜ ਨਾ ਆਵੇ ਪੂਰ ਭੰਡਾਰੇ, ਤੇਰੇ ਭੰਡਾਰੇ ਕੈਸੇ ਨੇ, ਕਹਿੰਦੇ ਨਾਨਕ ਤੋਟ ਨਾ ਆਵਈ, ਤੇਰੇ ਜੁਗ ਹੈ ਭੰਡਾਰ। ਹਰ ਉਹ ਜੁਗਾਂ ਤਰ੍ਹਾਂ ਤੋਂ ਲੋਕੀ ਖਾਈ ਜਾਂਦੇ ਪਏ ਨੇ, ਉਹਦਾ ਭੰਡਾਰ ਕਦੀ ਜਿਹੜੇ ਨਾ ਉਸ ਕਹਿੰਦੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਅਗਨਤ ਭਰੇ ਭੰਡਾਰ। ਤੇਰੇ ਖਜ਼ਾਨੇ ਕਿਤਨੇ, ਕਹਿੰਦੇ ਅਗਨਤ, ਗਿਣੇ ਨਹੀਂ ਜਾ ਸਕਦੇ। ਤੇਰੇ ਭੰਡਾਰੇ ਕਦੀ ਖਾਲੀ ਹੋਣ ਵਾਲੇ, ਤੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ। ਇਹ ਇੱਕ ਪੱਖ ਕਹਿ ਲੈਣਾ। ਜਦੋਂ ਗੁਰੂ ਭਗਤੀ ਦੇ ਭੰਡਾਰ ਦੀ ਵੀ ਗੱਲ ਕਰਦੇ ਨੇ ਨਾ, ਉਹ ਕਹਿੰਦਾ ਭਗਤੀ ਭਰੇ ਤੇਰੇ ਭੰਡਾਰ, ਉੱਥੇ ਵੀ ਕੋਈ ਤੋਟ ਨਹੀਂ ਹੈ। ਇਹ ਤੇ ਅਸੀਂ ਇੱਕ ਐਸਪੈਕਟ ਲੈ ਲਿੱਤਾ ਨਾ, ਜਿਹੜਾ ਬਾਣੀ ਸਾਨੂੰ ਕਹਿ ਰਹੀ ਕਿ ਵੀ ਤੇਰੇ ਰਿਜ਼ਕ ਦਾ ਬੇਟਾ ਨਾ, ਤੇਰੀ ਜੀਵਿਕਾ ਦਾ ਆਧਾਰ ਜਿਹੜਾ ਨਾ ਉਹ ਮਾਲਕ ਕਰੇਗਾ। ਉਹ ਕਹਿੰਦੇ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਉਹਦੇ ਕੋਲ ਨਾਮ ਦੀ ਵੀ ਜਿਹੜੀ ਦਾਤ ਜਿਹੜੀ ਹੈ ਨਾ, ਉਹਦੀ ਵੀ ਕੋਈ ਤੋਟ ਨਹੀਂ ਹੈ। ਉਹਦੇ ਨਾਮ ਦੇ ਭੰਡਾਰੇ ਜਿਹੜੇ ਕਹਿੰਦੇ ਅੰਮ੍ਰਿਤ ਭਰੇ ਤੇਰੇ ਭੰਡਾਰਾ।
ਉਹਦੇ ਕੋਲ ਅੰਮ੍ਰਿਤਮਈ ਨਾਮ ਦੀ ਦਾਤ ਦੇ ਭੰਡਾਰੇ ਵੀ ਜਿਹੜੇ ਨੇ ਨਾ, ਉਹ ਬਿਲਕੁਲ ਕਦੀ, ਉਹ ਕਹਿੰਦਾ ਮੈਂ ਤ੍ਰਿਪਤ ਰਹੇ ਆ ਗਈ ਜਾਏ। ਜਿਹੜੇ ਬੰਦੇ ਤੇਰੇ ਨਾਲ ਜੁੜ ਜਾਣ ਨਾ, ਉਹ ਤੇਰੇ ਭੰਡਾਰਿਆਂ ਵਿੱਚ ਕੋਈ ਘਾਟ, ਤੂੰ ਦੇਈ ਜਾਣਾ ਪਿਆ, ਹੋਰ ਤੇਰੇ ਵਰਗਾ ਕੋਈ ਦਾਤਾ ਨਹੀਂ, ਤੂੰ ਦਾਨ ਸਾਰਿਆਂ ਨੂੰ ਦੇਈ ਜਾਣਾ ਪਿਆ, ਤੇਰੀਆਂ ਦਾਤਾਂ ਵਿੱਚ ਕਦੀ ਥੋੜਾ ਆਂਦੀ ਨਹੀਂ। ਹਰ ਜੀ ਜੰਤ ਜਿਹੜਾ ਹੈ ਨਾ, ਉਹ ਤੇਰੇ ਕੋਲੋਂ ਦਾਤ ਲੈ ਕੇ, ਭਾਵੇਂ ਆਪਣੇ ਜੀਵਕਾ ਦੀ ਹੈ, ਭਾਵੇਂ ਆਪਣੇ ਸਰੀਰਿਕ, ਜਿਹੜਾ ਬਾਲੂ ਜੀ ਕਹਿ ਰਹੇ ਸਨ ਵੀ ਉਹ ਤਨ ਤੇ ਮਨ ਦੋਨੋਂ ਦੀ ਖੁਰਾਕ, ਤੇਰੇ ਸਰੀਰ ਦੀ ਲੋੜਾਂ ਵੀ ਸਾਰੀਆਂ ਉਹਦੇ ਭੰਡਾਰੇ ਵੀ ਉਸ ਪਰਮਾਤਮਾ ਕੋਲ ਪਏ ਨੇ, ਤੇ ਤੇਰੀ ਆਤਮਿਕ ਖੁਰਾਕ ਦੇ ਭੰਡਾਰੇ ਵੀ ਸਾਰੇ ਉਸ ਮਾਲਕ ਕੋਲ ਲੱਭਾ ਜਿਹੜੇ ਨਾ ਉਹ ਪਏ। ਉਹ ਤੇਰੇ ਭੰਡਾਰ ਨਾਲ ਭਗਤੀ ਭਰੇ, ਤੇਰੇ ਭੰਡਾਰ ਕਦੀ ਮੁੱਕਣ ਵਾਲੇ। ਹਾਂਜੀ, ਬਹੁਤ ਸੋਹਣੇ ਤਰੀਕੇ ਨਾਲ ਵੀਰ ਜੀ ਸਮਝਾਣਾ ਕੀਤਾ ਆਪ ਜੀ ਨੇ। ਬਿਲਕੁਲ ਉਸ ਪਰਮਾਤਮਾ ਦੇ ਭੰਡਾਰੇ ਕਿੰਨੇ ਭਰੇ ਪਏ ਨੇ। ਜਪਜੀ ਸਾਹਿਬ ਵਿੱਚ ਇੱਕ ਥਾਂ ਤੇ ਹੋਰ ਕਹਿੰਦੇ ਨੇ, ਕਰਤੇ ਕੇ ਕਰਨੇ ਨਹੀਂ ਸ਼ੁਮਾਰ। ਸ਼ੁਮਾਰ ਕਹਿੰਦੇ ਨੇ ਕਰਤਾ ਪਰਮਾਤਮਾ ਹੋ ਗਿਆ, ਉਹਦੇ ਕਰਨੇ ਦਿੱਤੀਆਂ ਹੋਈਆਂ ਦਾਤਾਂ ਹੋ ਗਈਆਂ, ਤੇ ਸ਼ੁਮਾਰ ਹੋ ਗਿਆ ਜਿਸ ਤਰ੍ਹਾਂ ਗਿਣਤੀ ਕਰ ਕਰਕੇ ਅਸੀਂ ਕੋਈ ਸਮਾਨ ਰੱਖੀਏ ਨਾ, ਸ਼ੁਮਾਰ, ਤੇ ਤੇਰੇ ਭੰਡਾਰੇ ਗਿਣੇ ਨਹੀਂ ਜਾ ਸਕਦੇ ਕਿ ਅਸੀਂ ਗਿਣ ਕੇ ਤੇਰੇ ਭੰਡਾਰੇ ਅਸੀਂ ਗਿਣ ਸਕੀਏ, ਇੰਨੇ ਬੇਅੰਤ ਤੇਰੀਆਂ ਦਾਤਾਵਾਂ। ਧੰਨਵਾਦ ਆਪ ਜੀ ਦਾ ਵੀਰ ਜੀ। ਜੀ ਭੂਆ ਜੀ। ਹਾਂਜੀ, ਜਿਹੜੇ ਉੱਪਰਲੇ ਜਿਹੜੇ 7 ਪਦ ਦੇ ਵਿੱਚ ਆਏ ਨਾ, ਉਹ ਮਨ ਨੇ ਪੂਰੀ ਤਰ੍ਹਾਂ ਸਾਂਝ ਪਾ ਲਿੱਤੀ ਹੈ ਉਸ ਇੱਕ ਦੇ ਨਾਲ। ਇੱਕ ਨੇ ਆਪਣਾ ਤਖਤ ਉੱਥੇ ਹੀ ਪਾ ਲਿੱਤਾ ਹੈ, ਮਨ ਦੇ ਅੰਦਰ ਹੀ ਸਾਰੇ ਗੁਣਾਂ ਨਾਲ ਭਰਪੂਰ ਹੈਗਾ। ਹੁਣ ਇਸ ਪਦ ਦੇ ਵਿੱਚ ਕਹਿੰਦੇ ਤੇਰੀ ਦਾਤ ਤੁਝ ਤੇ ਹੋਵੇ। ਉਹ ਜੋ ਇੱਕ ਵਰਤ ਰਿਹਾ ਉਸ ਮਨ ਦੇ ਅੰਦਰ, ਉਹ ਇੱਕ ਗੁਣਾਂ ਦਾ ਸੰਗ੍ਰਹਿ ਹੈ। ਹੁਣ ਉਹ ਜਿਸ ਗੁਣਾਂ ਦਾ ਸੰਗ੍ਰਹਿ ਹੈ, ਤੇ ਇਹ ਗੁਣ ਹੀ ਉਸਦੇ ਗਿਫਟ ਹੈਗੇ, ਇਹ ਉਹਦੀ ਦਾਤ ਹੈਗੀ ਹੈ। ਤਾਂ ਇਹ ਦਾਤ ਹੁਣ ਕਿਸ ਨੂੰ ਦੇ ਰਿਹਾ? ਮਨ ਨੇ, ਪਹਿਲੇ ਮਨ ਨੇ ਪੂਰੀ ਤਰ੍ਹਾਂ ਲੈ ਲਿੱਤਾ, ਫਿਰ ਹੁਣ ਅੱਗੇ ਉਸਦੀ ਦਾਤ ਜਿਹੜੀ ਹੈਗੀ ਹੈ ਉਹ ਇੱਕ ਵੰਡਦੇ ਹੈ। ਕਿਸ ਨੂੰ? ਸਾਰੇ ਜੀ ਜੰਤ, ਇੰਦਰੀਆਂ ਨੂੰ, ਅੰਗਾਂ ਨੂੰ, ਸਾਰਿਆਂ ਨੂੰ ਉਹ ਆਪਣੇ ਗੁਣਾਂ ਦਾ ਇੱਕ ਦਾਨ ਦੇ ਰਿਹਾ ਹੈ। ਤੋਟ ਨਾ ਆਵੇ ਔਰ ਬੰਟਾਰੇ। ਉਹ ਜਿਨ ਉਸਦੀ ਦਾਤ ਆਪਣੀ ਦੇ ਰਿਹਾ, ਸਾਰੇ ਅੰਦਰ ਦੀ ਸ੍ਰਿਸ਼ਟੀ ਨੂੰ ਉਹਦਾ ਭੰਡਾਰ ਫਿਰ ਵੀ ਭਰਿਆ ਹੋਇਆ, ਤੋਟ ਨਹੀਂ ਆਉਂਦਾ। ਆਪ ਵੀ ਰਚਿਆ, ਮਨ ਨੂੰ ਵੀ ਰਚਾਇਆ, ਔਰ ਸਾਰੀ ਸ੍ਰਿਸ਼ਟੀ ਨੂੰ ਵੀ ਰਚਾ ਦਿੱਤਾ। ਹਾਂਜੀ, ਆਪ ਜੀ ਨੇ ਅੰਦਰ ਦੀ ਰਚਨਾ ਬਾਰੇ ਸਮਝਾਣਾ ਕੀਤਾ ਕਿ ਜਿਹੜਾ ਮਨ ਉਸ ਪਰਮਾਤਮਾ ਨਾਲ ਰਲ ਜਾਂਦਾ ਤੇ ਮਨ ਨੂੰ ਫਿਰ ਉਹ ਪਰਮਾਤਮਾ ਦਾ ਰੂਪ ਹੋਇਆ ਮਨ ਸਾਰੀ ਅੰਦਰ ਦੀ ਸ੍ਰਿਸ਼ਟੀ ਨੂੰ ਸਵਾਰ ਲੈਂਦਾ। ਧੰਨਵਾਦ ਆਪ ਜੀ ਦਾ। ਅੰਦਰ ਦੀ ਰਚਨਾ ਜਿਹੜੀ ਹੈ ਉਹ ਵੀ ਜਿਹੜੀ ਹੈ ਰੱਜ ਜਾਂਦੀ ਹੈ। ਜਾਚੇ ਸਿੱਧ ਸਾਧਿਕ ਬਨਵਾਸੀ, ਜਾਚੇ ਜਤੀ ਸਤੀ ਸੁਖਵਾਸੀ। ਇੱਕ ਦਾਤਾਰ ਸਗਲ ਹੈ ਜਾਚਕ, ਦੇ ਦਾਨ ਸ੍ਰਿਸ਼ਟੀ ਜਾਹੇ। ਜਾਚੇ ਸਿੱਧ ਸਾਧਿਕ ਬਨਵਾਸੀ। ਜਾਚੇ ਮਤਲਬ ਮੰਗਦੇ ਹਨ, ਆਸ ਰੱਖਦੇ ਹਨ, ਮੰਗਦੇ ਹਨ, ਮੰਗਤੇ ਹਨ, ਮੰਗ ਰਹੇ ਹਨ। ਜਾਚੇ ਕੌਣ ਕੌਣ ਮੰਗ ਰਹੇ ਹਨ? ਸਿੱਧ। ਸਿੱਧ ਤੋਂ ਕੀ ਭਾਵ ਹੈ? ਪੁੱਗੇ ਹੋਏ ਯੋਗੀ, ਜਿਹੜੀ ਵੀ ਉਹ ਯੋਗ ਸਾਧਨਾ ਕਰ ਰਹੇ ਸੀ ਉਸਦੇ ਵਿੱਚ ਪੁੱਗ ਗਏ, ਉਸਦੇ ਵਿੱਚ ਉਹਨਾਂ ਨੇ ਉਹ ਯੋਗ ਸਾਧਨਾ ਪੂਰੀ ਕਰ ਲਈ, ਸਿੱਧ ਬਣ ਗਏ, ਸਿੱਧੀ ਹਾਸਲ ਕਰ ਲਈ। ਕਹਿ ਰਹੇ ਗੁਰੂ ਸਾਹਿਬ, ਕਹਿ ਰਹੇ ਜਾਚੇ ਸਿੱਧ ਸਾਧਿਕ। ਸਾਧਿਕ ਤੋਂ ਭਾਵ ਹੈ ਜਿਹੜੇ ਅਜੇ ਸਾਧਨਾ ਕਰ ਰਹੇ ਹਨ, ਸਿੱਧ ਜਿਹੜੇ ਸਾਧਨਾ ਪੂਰੀ ਕਰ ਚੁੱਕੇ ਹਨ, ਤੇ ਸਾਧਿਕ ਅਜੇ ਜਿਹੜੇ ਸਾਧਨਾ ਕਰ ਰਹੇ ਹਨ। ਬਨਵਾਸੀ, ਬਨ ਦੇ ਵਿੱਚ ਰਹਿਣ ਵਾਲੇ, ਜਿਨ੍ਹਾਂ ਨੇ ਘਰ ਪਰਿਵਾਰ ਤਿਆਗ ਦਿੱਤਾ ਹੋਏ, ਬਨ ਵਿੱਚ ਜਾ ਕੇ, ਜੰਗਲਾਂ ਵਿੱਚ ਜਾ ਕੇ ਵਾਸਾ ਕਰ ਲਿਆ ਹੋਇਆ, ਸੰਸਾਰ ਨੂੰ ਤਿਆਗ ਕੇ ਬਨਵਾਸੀ ਬਣ ਗਏ ਹਨ। ਅਸੀਂ ਧਿਆਨ ਦੇਈਏ ਨਾ, ਅਸੀਂ ਕਦੀ ਐਸੇ ਕੋਈ ਸਿੱਧ ਸਾਧਿਕ ਜਾਂ ਐਸੇ ਬਨਵਾਸੀ ਜਾਂ ਐਸੇ ਜੋਗੀ ਨਜ਼ਰ ਆ ਜਾਣਾ ਤੇ ਸਾਨੂੰ ਲੱਗਦਾ ਹੈ ਜ਼ਰੂਰ ਬੜੀ ਇਹਨਾਂ ਨੇ ਬੜੀ ਕੁਝ ਹਾਸਲ ਕੀਤਾ ਹੋਇਆ, ਇਹਨਾਂ ਕੋਲੋਂ ਅਸੀਂ ਕੁਝ ਲੈ ਆਈਏ, ਇਹਨਾਂ ਕੋਲੋਂ ਅਸੀਂ ਕੁਝ ਮੰਗ ਲਈਏ, ਸ਼ਾਇਦ ਸਾਡੀ ਵੀ ਜ਼ਿੰਦਗੀ ਦੀ ਤਕਲੀਫਾਂ ਦੂਰ ਕਰ ਦੇਣਗੇ ਸਾਨੂੰ। ਅਸੀਂ ਉਹਨਾਂ ਦੇ ਅੱਗੇ ਮੰਗਤੇ ਮੰਨਦੇ ਹਾਂ ਕਿ ਤੁਸੀਂ ਸਾਨੂੰ ਕੁਝ ਦੇ ਦਿਓ, ਸਾਨੂੰ ਦੱਸ ਦਿਓ,
ਗੁਰੂ ਸਾਹਿਬ ਕਹਿ ਰਹੇ ਜਾਚੇ, ਕਹਿੰਦੇ ਨੇ ਉਹ ਵੀ ਉਸ ਪਰਮਾਤਮਾ ਦੇ ਅੱਗੋਂ ਮੰਗਦੇ ਪਏ ਹਨ, ਉਸਦੇ ਅੱਗੇ ਮੰਗਤੇ ਬਣੇ ਬੈਠੇ। ਤੇ ਕਹਿੰਦੇ ਨੇ ਆ ਤੈਨੂੰ ਮੈਂ ਉਸ ਪਰਮਾਤਮਾ ਨਾਲ ਮਿਲਾਵਾਂ ਜਿਹੜਾ ਸਾਰਿਆਂ ਨੂੰ ਹੀ ਦਾਤਾਂ ਦੇ ਰਿਹਾ, ਜਿਹਦੀ ਦਾਤਾਂ ਦੇ ਭੰਡਾਰੇ ਜਿਹੜੇ ਨੇ, ਪਿਛਲੇ ਪਦੇ ਵਿੱਚ ਪੂਰੀ ਉਸਦੇ ਭੰਡਾਰਿਆਂ ਦਾ ਜ਼ਿਕਰ ਕੀਤਾ। ਔਰ ਕਿੰਨੇ ਭੰਡਾਰੇ ਹਨ। ਅਸੀਂ ਕਿਧਰੇ ਕੋਈ ਲੰਗਰ ਵਰਤਾ ਰਿਹਾ ਹੋਏ ਨਾ, ਸੰਗਤ 100-200 ਸੰਗਤ ਦੀ ਆਸ ਲੈ ਕੇ ਉਹਨੇ ਲੰਗਰ ਤਿਆਰ ਕੀਤਾ ਹੋਏ, ਤੇ ਸੰਗਤ ਆ ਜਾਏ 500-600 ਆ ਜਾਏ, 700 ਆ ਜਾਏ, 800 ਆ ਜਾਏ, ਤੇ ਥੋੜੇ ਚਿਰ ਬਾਅਦ ਕੀ ਹੁੰਦੇ ਨੇ, ਭੰਡਾਰੇ ਮੁੱਕ ਜਾਂਦੇ ਨੇ, ਲੰਗਰ ਮੁੱਕ ਗਿਆ ਜੀ। ਹੁਣ ਬਾਕੀ ਸੰਗਤ ਨੂੰ ਲੰਗਰ ਪ੍ਰਾਪਤ ਨਹੀਂ ਹੋਇਆ। ਪਰ ਉਹ ਪਰਮਾਤਮਾ ਦੇ ਭੰਡਾਰੇ ਐਸੇ ਭਰੇ ਹੋਏ ਹਨ ਜਿਹੜੇ ਮੁੱਕਦੇ ਹੀ ਨਹੀਂ। ਦੇਂਦਾ ਦੇ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਗਏ। ਥੱਕ ਸਾਡੇ ਦੰਦ ਚਬਾ ਚਬਾ ਕੇ ਘਸ ਜਾਂਦੇ ਹਨ, ਸਾਡੀਆਂ ਅੱਖਾਂ ਤੱਕ ਤੱਕ ਕੇ ਥੱਕ ਜਾਂਦੀਆਂ, ਦਿਸਣ ਤੋਂ ਰਹਿ ਜਾਂਦੀਆਂ, ਸਾਡਾ ਸਰੀਰ ਕੰਜ਼ਿਊਮ ਕਰ ਕਰਕੇ ਥੱਕ ਜਾਂਦਾ ਹੈ, ਰਹਿ ਜਾਂਦਾ ਹੈ। ਦਿੰਦਾ ਦੇ, ਲੈਂਦੇ ਥੱਕ ਪਾਏ, ਪਰ ਉਹਦੇ ਭੰਡਾਰਿਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਇਹੋ ਚੱਲੀ ਆ ਰਿਹਾ, ਲੇਕਿਨ ਉਹਦੇ ਭੰਡਾਰਿਆਂ ਵਿੱਚ ਘਾਟ ਨਹੀਂ ਆ ਰਹੀ। ਤੇ ਅਸੀਂ ਮੰਗਦੇ ਹਾਂ ਸੰਸਾਰ ਦੇ ਜੀਵ ਜਨਤਾ ਕੋਲੋਂ। ਗੁਰੂ ਸਾਹਿਬ ਕਹਿ ਰਹੇ ਉਹ ਸਾਰੇ ਸੰਸਾਰ ਦੇ ਭਾਵੇਂ ਸਿੱਧ ਹਨ, ਭਾਵੇਂ ਸਾਧਕ ਹਨ, ਭਾਵੇਂ ਬਨਵਾਸੀ ਹਨ, ਉਹ ਸਾਰੇ ਉਸ ਪਰਮਾਤਮਾ ਦੇ ਦਰ ਤੇ ਮਨੋਂ ਮੰਗਦੇ ਪਏ ਹਨ। ਜਾਚੇ, ਜਤੀ, ਸਤੀ, ਸੁਖਵਾਸੀ ਮੰਗ ਰਹੇ ਹਨ। ਜਤੀ, ਜਤੀ ਤੋਂ ਭਾਵੇਂ ਜਿਹੜੇ ਆਪਣੇ ਵਾਸ਼ਨਾਵਾਂ ਨੂੰ ਆਪਣੇ ਵਸ਼ ਵਿੱਚ ਕਰਦੇ ਹਨ, ਕਾਮ ਵਾਸ਼ਨਾਵਾਂ ਨੂੰ ਵਸ ਵਿੱਚ ਕਰਨ ਵਾਲੇ ਜਤੀ। ਸਤੀ ਤੋਂ ਭਾਵੇਂ ਉੱਚੇ ਆਚਰਣ ਰੱਖਣ ਵਾਲੇ, ਕਹਿੰਦੇ ਉੱਚਾ ਆਚਰਣ ਰੱਖਣ ਵਾਲੇ, ਜਾਂ ਸੁਖਵਾਸੀ, ਸੁੱਖਾਂ ਵਿੱਚ ਵਸਣ ਵਾਲੇ। ਜਾਚੇ, ਕਹਿੰਦੇ ਉਹ ਵੀ ਹੈ ਪ੍ਰਮਾਤਮਾ ਤੇਰੇ ਕੋਲੋਂ ਮੰਗ ਰਹੇ ਹਨ, ਤੇਰੇ ਕੋਲੋਂ ਆਸ ਰੱਖ ਰਹੇ ਹਨ। ਜਾਚੇ, ਜਤੀ, ਸਤੀ, ਸੁਖਵਾਸੀ, ਇੱਕ ਦਾਤਾਰ ਸਗਲ ਹੈ ਜਾਚਕ। ਕਹਿੰਦੇ ਦਾਤਾਰ ਦੇਣ ਵਾਲਾ, ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾਰ ਹੈ। ਇੱਕ ਦਾਤਾਰ ਸਗਲ ਹੈ ਜਾਚਕ, ਬਾਕੀ ਸਾਰੇ ਹੀ ਮੰਗਤੇ ਉਸਦੇ ਦਰ ਦੇ। ਦੇ ਦਾਨ ਸ੍ਰਿਸ਼ਟੀ ਜਾਹੇ, ਸ੍ਰਿਸ਼ਟੀ ਜਾ ਤੋਂ ਪਾਵੇ ਸਾਰੀ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਦੇ ਜੀ ਜਨਤਾ ਨੂੰ। ਅਸੀਂ ਤੱਕੀਏ ਨਾ, ਨਿੱਕੇ ਨਿੱਕੇ ਕੀੜੇ ਵੀ ਹਨ, ਉਹਨਾਂ ਨੂੰ ਵੀ ਸੈਲ ਪੱਥਰ ਮੇ ਜੰਤ ਪਾਏ, ਉਹਨਾਂ ਤੱਕ ਵੀ ਰੋਜ਼ੀ ਪਹੁੰਚ ਰਹੀ ਹੈ। ਤਿੰਨਾਂ ਵੀ ਰੋਜ਼ੀ ਦੇ, ਉਹਨਾਂ ਨੂੰ ਵੀ ਰੋਜ਼ੀ ਪਹੁੰਚਦੀ ਹੈ, ਰਿਜ਼ਕ ਦੇ ਰਿਹਾ ਉਹ ਪਰਮਾਤਮਾ। ਤੇ ਐਸਾ ਪਰਮਾਤਮਾ ਨੇ ਸਿਸਟਮ ਬਣਾਇਆ, ਇਹ ਸਮਝ ਲਈਏ ਆਟੋਮੈਟਿਕ ਸਿਸਟਮ ਐਸਾ ਬਣਾਇਆ ਕਿ ਜਿਹੜਾ ਭੋਜਨ ਖਾਂਦੇ ਆ ਉਹੀਓ ਭੋਜਨ ਰੀਸਾਈਕਲ ਹੁੰਦਾ ਹੈ, ਔਰ ਸਮੇਂ ਦੇ ਨਾਲ ਉਹੀਓ ਭੋਜਨ ਜਿਹੜਾ ਦੁਬਾਰਾ ਰੀਸਾਈਕਲ, ਹਰ ਚੀਜ਼ ਰੀਸਾਈਕਲਿੰਗ ਸਿਸਟਮ ਉਹਨੇ ਐਸਾ ਬਣਾਇਆ ਕਿ ਉਸਦੇ ਭੰਡਾਰੇ ਕਦੀ ਮੁੱਕਦੇ ਨਹੀਂ ਹਨ। ਜੀ ਇਕਬਾਲ ਵੀਰ ਜੀ। ਹਾਂਜੀ ਜੀ। ਜਾਚਕ, ਜਾਚੈ ਸਿੱਧ ਸਾਧਕ ਬਨਵਾਸੀ। ਜਾਚੇ ਮੰਗਦੇ ਹਨ, ਜਾਚਕ ਹਨ ਤੇਰੇ ਦਰ ਤੇ। ਜਾਚਕ ਹੀ ਜਾਚੇ ਮੰਗਤਾ ਬਣਦਾ ਹੈ ਪ੍ਰਮਾਤਮਾ ਦੇ ਦਰ ਤਾਂ। ਸਿੱਧ ਸਾਧਕ ਬਨਵਾਸੀ, ਸਿੱਧ ਵੀ, ਸਾਧਕ ਵੀ ਤੇ ਬਨਵਾਸੀ। ਸਾਧਕ ਪੁੱਗੇ ਹੋਏ ਜੋਗੀ, ਬਨਵਾਸੀ ਜੰਗਲਾਂ ਚ ਰਹਿਣ ਵਾਲੇ ਲੋਕ। ਭਾਵ ਕਿ ਹਰ ਤਰ੍ਹਾਂ ਦੇ ਜਿਹੜੇ ਲੋਕ ਹਨ ਉਹ ਪ੍ਰਮਾਤਮਾ ਦੇ ਦਰ ਤੋਂ ਦਾਤਾਂ ਦੀ ਦਾਤ ਮੰਗਦੇ ਹਨ। ਜਾਚੈ, ਜਤੀ, ਸਤੀ, ਸੁਖਵਾਸੀ। ਆਪਣੇ ਆਪ ਨੂੰ ਜਤੀ, ਸਤੀ ਤੇ ਸੁੱਖਾਂ ਦੇ ਵਾਸੀ ਕਹਾਉਣ ਵਾਲੇ ਵੀ ਸਾਰੇ ਤਰ੍ਹਾਂ ਦੇ ਜਿਹੜੇ ਜੀਵ ਹਨ ਉਹ ਵੀ ਜਿਹੜੀ ਹੈਗੀ ਪ੍ਰਮਾਤਮਾ ਤੋਂ ਹੀ ਮੰਗਤੇ ਹਨ, ਉਸ ਦਰ ਤੇ ਹੀ ਮੰਗਤੇ ਹਨ। ਬੇਸ਼ੱਕ ਕਈ ਮਾਇਆ ਦੇ ਹੰਕਾਰ ਵਿੱਚ ਆਪਣੇ ਆਪ ਨੂੰ ਕਰਤੇ ਬਣਦੇ ਹਨ, ਜਾਂ ਆਪਣੇ ਆਪ ਨੂੰ ਸ੍ਰੇਸ਼ਟ ਉੱਤਮ, ਜਾਂ ਉਹਨਾਂ ਸਾਡੇ ਤੋਂ ਬਿਨਾਂ ਇਹ ਜਿਹੜਾ ਸੰਸਾਰ ਨਾ ਚੱਲਣ ਵਾਲਾ ਸਮਝਦੇ ਹਨ, ਪਰ ਸਾਰੇ ਹੀ ਉਸ ਦਰ ਦੇ ਦਾਤੇ ਹਨ, ਸਾਰੇ ਹੀ ਉਸ ਤੋਂ ਮੰਗਣ ਵਾਲੇ ਹਨ। ਜਤੀ, ਸਤੀ, ਸੁਖਵਾਸੀ, ਸਭ ਜੀਵ ਉਸ ਦੇ ਦਰ ਦੇ ਜਾਚਕ ਹਨ। ਦਾਤਾਰ ਸਗਲ ਹੈ, ਇੱਕ ਦਾਤਾਰ ਸਗਲ ਹੈ ਜਾਚਕ। ਇੱਕੋ ਇੱਕ ਦਾਤਾ ਹੈ ਜੋ ਸਾਰੇ ਸੰਸਾਰ ਨੂੰ ਰਿਜ਼ਕ ਦੇ ਰਿਹਾ, ਦਾਤਾਂ ਦੇ ਰਿਹਾ, ਤੇ ਸਾਰਾ ਸੰਸਾਰ ਉਸ ਦਰ ਤੋਂ ਮੰਗਣ ਵਾਲਾ ਹੈ। ਦੇ ਦਾਨ ਸ੍ਰਿਸ਼ਟੀ ਜਾਹੇ, ਸਾਰੀ ਸ੍ਰਿਸ਼ਟੀ ਨੂੰ ਦੇਹ
ਦਾਨ ਦਾਨ ਦੇ ਰਿਹਾ, ਭਾਵ ਇਹ ਇੱਕ ਵਾਰੀ ਦਾਤ ਦਿੱਤੀ ਹੋਈ ਤੋਂ ਕੰਮ ਖਤਮ ਨਹੀਂ ਹੁੰਦਾ। ਉਹ ਜੀਵਨ ਤੋਂ ਲੈ ਕੇ ਮੌਤ ਤੱਕ ਹਰ ਜੀਵ ਨੂੰ ਹਰ ਪ੍ਰਕਾਰ ਦੀ ਸਹੂਲਤ, ਰਹਿਣ ਬਸੇਰਾ, ਖਾਣ ਪੀਣ, ਛੱਤ, ਇਹ ਸਾਰੇ ਤਰ੍ਹਾਂ ਦੀਆਂ, ਦੇਖੋ ਧਰਤੀ ਦੇ ਵਿੱਚ ਕੀੜੇ ਮਕੌੜਿਆਂ ਨੇ ਕਿਸੇ ਤਰ੍ਹਾਂ ਦੇ ਔਰ ਜੀਵਾਂ ਦੇ ਹਰ ਪ੍ਰਕਾਰ ਦੇ ਆਲਣੇ ਜਿਹੜੇ ਹੈਗੇ ਆ ਉਹ ਬਣੇ ਹੋਏ ਹਨ। ਇੱਥੋਂ ਤੱਕ ਕਿ ਕੁੱਤਾ ਵੀ ਜਿਹੜਾ ਆਪਣਾ ਘਰ ਬਣਾ ਲੈਂਦਾ, ਕਿਤੇ ਨਾ ਕਿਤੇ ਟਿਕਾਣਾ ਲੱਭ ਲੈਂਦਾ ਹੈ, ਕਿਸੇ ਵੀ ਤਰ੍ਹਾਂ ਦੀ ਛੱਤ ਥੱਲੇ, ਕਿਸੇ ਵੀ ਤਰ੍ਹਾਂ ਦਾ ਉਹ ਲੱਭ ਲੈਂਦਾ। ਇਸ ਕਰਕੇ ਸਾਰੇ ਸ੍ਰਿਸ਼ਟੀ ਨੂੰ ਉਹ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦਾ ਮਾਲਕ ਉਹ ਆਪ ਅਕਾਲ ਪੁਰਖ ਕਰਤਾ ਹੈ ਜੀ। ਧੰਨਵਾਦ ਵੀਰ ਜੀ। ਜੀ ਅਰਵਿੰਦਰ ਵੀਰ ਜੀ। ਦੇਖੋ ਕੜੀ ਨਾਲ ਗੁਰੂ ਸਾਹਿਬ ਜੋੜੀ ਜਾਂਦੇ ਪਏ ਨੇ ਵੀ ਪਰਮਾਤਮਾ ਵਰਗਾ ਦਾਤਾ ਕੋਈ ਹੈ ਨਹੀਂ, ਵੀ ਤੇਰੀ ਦਾਤ ਤੁਝੇ ਤੇ ਹੋਵੇ, ਤੇਰੇ ਵਰਗਾ ਕੋਈ ਦਾਤਾ ਨਹੀਂ ਹੈ, ਤੂੰ ਸਾਰਿਆਂ ਨੂੰ ਦਾਤ ਦੇ ਜਾਣਾ ਪਿਆ, ਤੇਰੇ ਖਜ਼ਾਨਿਆਂ ਦਾ ਕੋਈ ਅੰਤ ਹੈ ਨਹੀਂ, ਤੋੜ ਨਾ ਆਵੇ ਪੂਰ ਭੰਡਾਰ, ਤ੍ਰਿਪਤ ਰਹੇ ਆਗੀ ਜਾਏ। ਫਿਰ ਬੰਦਾ ਕਈ ਵਾਰ ਅਸੀਂ ਸੋਚਦੇ ਕੋਈ ਬੰਦੇ ਨੇ ਜੋ ਫਿਰ ਵੱਖ-ਵੱਖ ਬੰਦਿਆਂ ਕੋਲ ਮੰਗੀ ਫਿਰਦੇ ਨੇ ਵੀ ਉਹ ਇਹਦੇ ਕੋਲ ਵੀ ਇਹਦੇ ਦਰ ਦਾ ਵੀ ਮੰਗਤਾ, ਉਹਦੇ ਦਰ ਦਾ ਵੀ ਮੰਗਤਾ। ਤੇ ਗੁਰੂ ਸਾਨੂੰ ਨਾ ਹੋਰ ਜਿਹੜਾ ਇੱਕ ਨਿਸ਼ਚਾ ਤੋਂ ਜਿਹੜਾ ਸਾਨੂੰ ਦਵਾਉਣਾ ਚਾਹੁੰਦੇ ਨੇ ਵੀ ਉਹ ਕਹਿੰਦੇ ਨੇ ਵੀ ਉਹ ਬਾਕੀ ਕੋਈ ਵੀ ਕਹਿੰਦੇ ਇੱਥੇ ਕਹਿੰਦੇ ਨੇ ਵੀ ਉਹ ਜਾਚੈ ਸਿੱਧ ਸਾਧਿਕ ਬਨਵਾਸੀ, ਜਾਚੈ ਜਤੀ ਸਤੀ ਸੁਖਵਾਸੀ, ਕੋਈ ਐਸਾ ਹੈ ਹੀ ਨਹੀਂ ਜੋ ਪਰਮਾਤਮਾ ਤੋਂ ਬਿਨਾਂ। ਜੇ ਤੂੰ ਕਿਸੇ ਕੋਲੋਂ ਕਹਿੰਦੇ ਪੈਸੋ ਪਹਿਲਾਂ ਕਹਿੰਦੇ ਇੱਕ ਦਾਤਾ ਸਭ ਜਗਤ ਭਿਖਾਰੀਆ, ਤੂੰ ਕਿਸੇ ਹੋਰ ਦਾ ਦਾਤਾ, ਜਿਹੜਾ ਸਤਿਬੀਰ ਨੇ ਇੱਕ ਇਸ਼ਾਰਾ ਕੀਤਾ ਵੀ ਉਹ ਦਿੰਦਾ ਦੇ ਲੈਂਦੇ ਥੱਕ ਪਾਏ, ਅਸੀਂ ਉਹ ਕਹਿੰਦੇ ਜੇ ਤੂੰ ਕਿਸੇ ਹੋਰ ਦੇ ਦਰ ਦਾ ਮੰਗਤਾ ਬਣਿਆ ਨਾ, ਇੱਕ ਬਹੁਤ ਪਿਆਰਾ ਸ਼ਬਦ ਹੈ ਉਹ ਜਿਹਦੇ ਅੰਦਰ ਅਖੀਰ ਨੇ ਕਹਿੰਦੇ ਵੀ ਤਿਸੇ ਤਿਆਗ ਆਨ ਕੋ ਜਾਚੈ, ਕਹਿੰਦਾ ਮੁਖ ਦੰਤ ਰਸਨ ਸਗਲ ਕਸ ਜਾਤਾ। ਇਹ ਸਵਈਏ ਮਹਿਲਾ ਪੰਜਵਾ ਵਿੱਚ ਮੇਰਾ ਸ਼ਬਦ ਆਉਂਦਾ, ਕਹਿੰਦਾ ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੇ ਸਮਝਾਵ। ਉਸ ਰੱਬ ਨੂੰ ਕਿਉਂ ਨਹੀਂ ਚੇਤੇ ਕਰਦਾ? ਉਹ ਸਾਰਾ ਪਹਿਲੀ ਨੇ ਸਾਰੀ ਗਿਣਤੀ ਕਰਦੇ ਨੇ, ਕਹਿੰਦੇ ਬ੍ਰਹਮਾਦਿਕ ਸ਼ਿਵ ਮੁੰਦ ਸ਼ਿਵ ਛੰਦ ਮੁਨੀਸਰ ਰਸਕ ਠਾਕੁਰ ਗੁਣ ਗਾਵਤ। ਤੂੰ ਉਹਨਾਂ ਕੋਲੋਂ ਮੰਗਦਾ ਫਿਰਨਾ। ਕਹਿੰਦਾ ਉਹ ਕੀ ਕਰਦੇ ਪਏ ਨੇ? ਕਹਿੰਦੇ ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ ਰਸਕ ਠਾਕੁਰ ਗੁਣ ਗਾਵਤ, ਇੰਦਰ ਮੁਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਦੇਵ ਅਰ ਦਾਨਵ, ਇੱਕ ਤਿਲ ਤਾਂ ਕੋ ਮਰਮ ਨਾ ਪਾਵਤ, ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਂ ਕੇ ਦਰਸ ਸਮਾਵਤ। ਕਹਿੰਦਾ ਕਿਸੇ ਤਿਆਗ ਆਨ ਕੋ ਜਾਚੈ। ਸਾਰੀ ਲਿਸਟ ਪਹਿਲਾਂ ਗਿਣਾਤੀ ਨੇ ਉਹਨਾਂ ਨੇ। ਕਹਿੰਦਾ ਐਸੇ ਰੱਬ ਨੂੰ ਛੱਡ ਕੇ, ਐਸੋ ਪ੍ਰਭ ਛਾੜ, ਕਹਿੰਦਾ ਹੋਰ ਕਿਸੇ ਨੂੰ ਕਿਹਦੀ ਪੂਜਾ ਕਰੇਗਾ? ਕਹਿੰਦਾ ਵੀ ਤਿਸੇ ਛਾੜ ਤਿਸੇ ਤਿਆਗ ਆਨ ਕੋ ਜਾਚੈ। ਕਹਿੰਦਾ ਮੁਖ ਦੰਤ ਰਸਨ ਸਗਲ ਘਸ ਜਾਤਾ। ਤੇਰੀ ਜ਼ਬਾਨ ਘਸ ਜਾਏਗੀ, ਤੇਰੇ ਦੰਦ ਘਸ ਜਾਣਗੇ, ਤੇਰੀ ਰਸਨਾ ਖਤਮ ਹੋ ਜਾਏਗੀ, ਤੈਨੂੰ ਮਿਲਣਾ ਕੁਛ ਨਹੀਂ। ਐਸੇ ਪਰਮਾਤਮਾ ਨੂੰ ਛੱਡ ਕੇ ਨਾ ਰੇ ਮਨ ਮੂੜ ਸਿਮਰ ਦੁਖ ਸੁਖ ਦਾਤਾ, ਨਾਨਕ ਦਾਸ ਤੁਝੇ ਸਮਝਾਵਤ। ਉਸ ਪਰਮਾਤਮਾ ਨੂੰ ਉਹਦੇ ਸਾਰੇ ਕਹਿੰਦੇ ਤੁਧ ਧਿਆਇਨ ਵੇਦ ਕਤੇਬਾ ਸਨ ਖੜੇ, ਗਣਤੀ ਗਣੀ ਨਾ ਜਾਏ, ਤੇਰੇ ਦਰ ਪੜੇ। ਤੇਰੇ ਦਰ ਦੇ ਉੱਤੇ ਕਿਤਨੇ ਮੰਗਤੇ ਪਏ ਨੇ? ਕਹਿੰਦਾ ਗਣਤੀ ਗਣੀ ਨਾ ਜਾਏ। ਜਿਹੜੇ ਤੇਰੇ ਦਰ ਦੇ ਮੰਗਤੇ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ, ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਨਾ। ਜੇ ਬ੍ਰਹਮਾ ਵੀ ਉਹਨੂੰ ਯਾਦ ਕਰਦਾ ਪਿਆ, ਬ੍ਰਹਮਾ ਵੀ ਉਹਦਾ ਹੀ ਸਿਮਰਨ ਕਰਦਾ ਪਿਆ, ਤੇ ਅਸੀਂ ਫਿਰ ਸਿੱਧਾ ਰੱਬ ਨਾਲ ਕਿਉਂ ਨਾ ਜੁੜੀਏ? ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਨਾ, ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਪਣਾ, ਪੀਰ ਪੈਗੰਬਰ ਸ਼ੇਖ ਮਸਾਇਕ ਔਲੀਏ, ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਸਾਰੇ ਜਿਹੜੀ ਲਿਸਟ ਸਾਰੀ ਕਰੀ ਜਾਂਦੇ ਪਏ ਨਾ, ਵੀ ਇੱਥੇ ਵੀ ਲਿਸਟ ਹੀ ਕਹਿੰਦੇ ਪਏ ਨਾ, ਇਹ ਸਾਰੇ ਜਿਹੜੇ ਨੇ ਨਾ ਮੰਗਤੇ ਤੇਰੇ ਦਰ ਦੇ। ਤੇ ਅਸੀਂ ਫਿਰ ਉਹ ਕਹਿੰਦੇ ਮਨਮੁਖ ਹੋਏ ਬੰਦੇ ਕਾ ਬੰਦਾ, ਅਸੀਂ ਫਿਰ ਕਿਸੇ ਹੋਰ ਕੋਲੋਂ ਕਿਉਂ ਮੰਗੀਏ? ਅਸੀਂ ਜੇ ਸਾਰੇ ਹੀ ਉਸ ਪਰਮਾਤਮਾ ਦੇ ਘਰ ਦੇ ਮੰਗਤੇ ਨੇ, ਕਹਿੰਦੇ ਵੀ ਜਾਚੈ ਸਿੱਧ ਸਾਧਕ ਬਨਵਾਸੀ, ਜਾਚੈ ਜਤੀ ਸਤੀ ਸੁਖਵਾਸੀ। ਕਹਿੰਦਾ ਇੱਕ ਦਾਤਾਰ ਸਗਲ ਹੈ ਜਾਚਕ। ਇੱਕ ਪਰਮਾਤਮਾ ਹੀ ਦਾਤਾ ਹੈ, ਬਾਕੀ ਸਾਰੇ ਜਿਹੜੇ ਨੇ ਨਾ, ਗੁਰੂ ਸਾਨੂੰ
ਸਾਡੇ ਇਸ਼ਟ ਜਿਹਦੇ ਮਨ ਵਿੱਚ ਤੂੰ ਕੁਝ ਵਿਸ਼ਵਾਸ ਲੈ ਕੇ ਬੈਠੇ ਹੈ, ਉਹਦੀ ਪਛਾਣ ਸਾਨੂੰ ਗੁਰੂ ਨਾਨਕ ਕਰੀ ਜਾਂਦੇ। ਬਈ ਮਤਾ ਤੂੰ ਕਿਸੇ ਭਰਮ ਭੁਲੇਖੇ ਵਿੱਚ ਨਾ ਸਾਰੀ ਉਮਰ ਜਿਹੜੀ ਨਾ ਤੂੰ ਜਿਹਦੇ ਕੋਲ ਮੰਗਦਾ ਹੈ ਉਹ ਫਿਰ ਅੱਗੇ ਕਿਸੇ ਹੋਰ ਦਾ ਮੰਗਤਾ ਹੋਵੇ, ਉਸ ਨਾਲ ਉਸ ਰੱਬ ਨਾਲ ਉਹਦੇ ਸਾਰੇ ਮੰਗਦੇ। ਕਹਿੰਦੇ ਵੀ ਉਹ ਇੱਕ ਦਾਤਾਰ ਸਗਲ ਹੈ ਜਾਚਕ, ਇੱਕ ਦਾਤਾ ਸਭ ਜਗਤ ਭਿਖਾਰੀਆ। ਤੂੰ ਉਸ ਦਾਤੇ ਨਾਲ ਕਿਉਂ ਨਹੀਂ ਜੁੜ ਜਾਂਦਾ? ਗੁਰੂ ਬੜਾ ਸਪਸ਼ਟ ਕਹਿੰਦੇ ਨੇ ਵੀ ਉਹ ਤਿਸੇ ਤਿਆਗ ਅਵਰ ਕੋ ਆਨ ਕੋ ਜਾਚੈ, ਕਹਿੰਦੇ ਮੁਖ ਦੰਤ ਰਸਨ ਸਗਲ ਕਸ ਜਾਵਤ। ਤੇਰੀਆਂ ਤੂੰ ਮੰਗ ਕੇ ਤੇਰੇ ਇੰਦਰੇ ਘਸ ਜਾਣਗੇ, ਮਿਲਣਾ ਕੁਛ ਨਹੀਂ ਹੈ। ਵੀ ਇੱਕ ਦਾਤਾਰ ਸਗਲ ਹੈ ਜਾਚਕ, ਦੇਹ ਦਾਨ ਸ੍ਰਿਸ਼ਟੀ ਜਾ। ਸਾਰੀ ਸ੍ਰਿਸ਼ਟੀ ਨੂੰ ਤੂੰ ਜਿਹੜੀ ਦਾਤ ਜਿਹੜੀ ਹੈ ਨਾ, ਕੋਈ ਤੇਰੀ ਦਾਤ ਤੋਂ ਵਾਂਝਾ ਨਹੀਂ ਰਹਿੰਦਾ, ਸਾਰਿਆਂ ਨੂੰ ਦਾਤ ਕਰਨ ਵਾਲਾ। ਹੋਰ ਤੇਰੇ ਵਰਗਾ ਹੋਰ ਕੋਈ ਦਾਤਾ ਹੈ ਨਹੀਂ, ਕੋਈ ਐਸਾ ਇਸ ਸਿਸਟਮ ਨੂੰ ਚਲਾ ਸਕੇ, ਇਸ ਤਰੀਕੇ ਨਾਲ ਚਲਾ ਸਕੇ, ਐਸੀ ਕੋਈ ਹਸਤੀ ਹੈ ਹੀ ਨਹੀਂ। ਗੁਰੂ ਸਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ, ਜਿਹੜੇ ਸੂਰਤ ਸਟਾਰਟ ਇੱਕੇ ਤੋਂ ਕਰਦੇ ਨੇ ਨਾ, ਮਤਾ ਜਿਹਨੂੰ ਕਿਤੇ ਇਹ ਭਰਮ ਭੁਲੇਖਾ ਹੋ ਜਾਵੇ ਕਿ ਇੱਕ ਰੱਬ ਤੋਂ ਵਰਗਾ, ਰੱਬ ਜੈਸਾ, ਉਹ ਰੱਬ ਸਰੂਪ ਹੋਰ ਕੋਈ ਹੈ ਹੀ ਨਹੀਂ। ਉਹ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ, ਉਹਦੇ ਭੰਡਾਰ ਕਦੀ ਖਤਮ ਨਹੀਂ ਹੁੰਦੇ। ਔਰ ਉਹਦੇ ਵਰਗਾ ਸਾਰੇ ਲਿਸਟ ਗਨਾਉਂਦੇ ਪਏ ਨਾ, ਜਾਚੈ ਸਿੱਧ ਸਾਧਕ ਬਨਵਾਸੀ, ਜਾਚੈ ਜਤੀ ਸਤੀ ਸੁਖਵਾਸੀ, ਇਹ ਸਾਰੇ ਸਾਰਿਆਂ ਨੂੰ ਉਸ ਪ੍ਰਮਾਤਮਾ ਕੋਲੋਂ ਹੀ ਆਪਣੇ ਜੀਵਕਾ ਦਾ ਹਾਰ, ਨਾਮ ਦੀ ਦਾਤ ਉਸ ਕੋਲੋਂ ਹੀ ਮੰਗਦੇ ਪਏ। ਹਾਂਜੀ ਬਿਲਕੁਲ ਵੀਰ ਜੀ, ਉਹ ਦਾਤਾਰ ਹੈ ਤੇ ਉਹਦੀਆਂ ਦਾਤਾਵਾਂ ਦੀ ਲਿਸਟ ਮੁੱਕਦੀ ਨਹੀਂ, ਤੇ ਮੰਗਣ ਵਾਲੇ ਜਿਹੜੇ ਹਨ ਉਹ ਸਾਰੇ ਹੀ ਉਸ ਦੇ ਨਾਲ ਅੰਤ ਕਿਉਂ ਨਾ ਉਸ ਡਾਇਰੈਕਟਲੀ ਉਸ ਕਰਤੇ ਦੇ ਨਾਲ ਜੁੜਨਾ ਕਰੀਏ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਜਾਚੈ ਸਿੱਧ ਸਾਧਕ ਬਨਵਾਸੀ, ਜਾਚੈ ਸਤੀ ਜਤੀ ਸਤੀ ਸੁਖਵਾਸੀ। ਇੱਥੇ ਦੋ ਚੀਜ਼ ਦੀ ਗੱਲ ਕੀਤੀ, ਇੱਕ ਦੇਣ ਵਾਲਾ ਤੇ ਇੱਕ ਮੰਗਣ ਵਾਲਾ। ਦੇਣ ਵਾਲਾ ਕੌਣ ਹੈ? ਇੱਕੋ ਹੀ ਦੇਣ ਵਾਲਾ ਹੈ, ਉਹ ਦਾਤਾ ਹੈ। ਔਰ ਦਿੰਦਾ ਕੀ ਹੈ? ਉਹ ਗੁਣਾਂ ਦਾ ਸੰਗ੍ਰਹਿ ਹੈ, ਉਹ ਸੰਸਾਰਿਆਂ ਨੂੰ ਗੁਣ ਦਿੰਦਾ ਹੈ। ਇਹ ਆਹਾਰ ਹੈ, ਦਿਸ ਇਜ਼ ਦ ਫੂਡ। ਕਿਸ ਦਾ? ਉਹ ਜਿਹੜੇ ਅੰਦਰ ਬੈਠੇ ਨਾ ਜਿਤਨੇ ਵੀ ਜੀ ਜਨ, ਜਿਸਨੂੰ ਸਿੱਧ ਕਹਿੰਦੇ ਨੇ, ਸਾਧਕ ਕਹਿੰਦੇ ਨੇ, ਬਨਵਾਸੀ ਕਹਿੰਦੇ ਨੇ, ਜੋ ਜਤੀ ਸਤੀ ਹੈਗੇ, ਜੋ ਕਾਮਨਾ ਦੇ ਵਿੱਚ ਫਸੇ ਹੋਏ ਸਨ, ਜਿਨ ਉਸ ਗੁਣਾਂ ਨੂੰ ਲੈਂਦੇ ਨੇ, ਉਹ ਇੱਕ ਜਿਹੜਾ ਹੈ ਉਹ ਉਹਨਾਂ ਨੂੰ ਇਹ ਦਾਤ ਦਿੰਦਾ ਜਾਂਦਾ ਹੈ ਕਿ ਇਹਨਾਂ ਨੂੰ ਇਹ ਮੰਗਤੇ ਹੈਗੇ। ਔਰ ਇਸ ਤੋਂ ਇਲਾਵਾ, ਇੱਕ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈਗਾ ਜੋ ਦਾਤਾ ਕੁਝ ਦੇ ਸਕਦਾ ਹੈ। ਔਰ ਕਿਸ ਨੂੰ ਦਿੰਦਾ? ਉਹ ਸਗਲ ਜੀ ਨੂੰ, ਪੂਰੇ ਸੰਸਾਰ ਅੰਦਰ ਦੇ ਜੀ ਨੂੰ, ਉਹਨਾਂ ਨੂੰ ਇਹ ਦਾਨ ਦਿੰਦਾ ਹੈ। ਕਿਹੜਾ ਦਾਨ ਦਿੰਦਾ ਹੈ? ਇਸ ਗੁਣ ਦਾ। ਕਿਉਂਕਿ ਸਾਡੇ ਅੰਦਰ ਜਿਤਨੇ ਵੀ ਬਿਰਥੀਆਂ, ਜਿਤਨੇ ਜੀ ਜਨਤਨ, ਸਭ ਅਵਗੁਣਾਂ ਦੇ ਵਿੱਚ ਸਨ। ਔਰ ਜਿਨ ਉਹਨਾਂ ਨੇ ਇੱਕ ਨਾਲ ਜੁੜਦੇ ਗਏ, ਇਹ ਮੰਗਤੇ ਜਿਤਨੇ ਵੀ ਸਨ, ਉਹਨਾਂ ਨੇ ਇੱਕ ਕੋਲ ਹੀ ਦਾਤਾ ਮੰਗਦੇ ਗਏ ਔਰ ਉਹ ਦਿੰਦਾ ਗਿਆ। ਹਾਂਜੀ ਧੰਨਵਾਦ ਭੂਆ ਜੀ, ਆਪ ਜੀ ਅੰਦਰ ਦੀ ਰਚਨਾ ਬਾਰੇ ਸਮਝਾਣਾ ਕਰਦੇ ਹੋ। ਧੰਨਵਾਦ ਆਪ ਜੀ ਦਾ। ਅਜੇ ਸਮਾਂ ਹੈ, ਆਓ ਇੱਕ ਪਦ ਦਾ ਪਾਠ ਅਜੇ ਹੋਰ ਕਰ ਲਈਏ। ਕਰੇ ਭਗਤ ਅਰ ਰੰਗ ਅਪਾਰਾ, ਖਿਨ में थाप उथापन हारा, ਭਾਰੋ ਤੋਲ ਬੇਅੰਤ ਸੁਆਮੀ, ਹੁਕਮ ਮਨ ਭਗਤੀ ਜਾਹੇ। ਕਰੇ ਭਗਤ ਅਰ ਰੰਗ ਅਪਾਰਾ। ਅਸੀਂ ਧਿਆਨ ਦਈਏ ਨਾ, ਗੁਰੂ ਸਾਹਿਬ ਬਿਲਕੁਲ ਉਸ ਪਰਮਾਤਮਾ ਦੇ ਗੁਣ ਦੱਸ ਕੇ, ਉਸ ਪਰਮਾਤਮਾ ਦੇ ਨਾਲ ਇੱਕ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਸੰਸਾਰ ਵਿੱਚ ਜਿੰਨੇ ਵੀ ਅਸੀਂ ਕਹਿ ਲਈਏ ਗੁਰੂ ਡੰਮ ਬਣਦੇ ਹਨ ਨਾ, ਜਿੰਨੇ ਵੀ ਇਸ ਤਰ੍ਹਾਂ ਦੇ ਆਗੂ ਬਣਦੇ ਹਨ, ਬਹੁਤ ਸਾਰੀ ਗਿਣਤੀ ਦੇ ਅੰਦਰ ਆਪਣੇ ਨਾਲ ਜੋੜਦੇ ਹਨ। ਪਰਮਾਤਮਾ ਤੇ ਸੰਸਾਰੀਆਂ ਦੇ ਵਿਚਕਾਰ ਵਿਚੋਲਾ ਬਣ ਕੇ ਬੈਠ ਜਾਂਦੇ ਹਨ। ਤੁਸੀਂ ਮੇਰੇ ਨਾਲ ਜੁੜੋ, ਮੈਂ ਤੁਹਾਨੂੰ ਪਰਮਾਤਮਾ ਦੇ ਨਾਲ ਜੋੜਾਂਗਾ। ਜਾਂ ਆਪ ਰੱਬ ਬਣ ਕੇ ਬਹਿ ਜਾਂਦੇ ਹਨ, ਮੈਂ ਹੀ ਰੱਬ ਹਾਂ, ਮੇਰੇ ਵਰਗਾ ਕੋਈ ਨਹੀਂ। ਜਾਂ ਵਿਚੋਲੇ ਬਣ ਕੇ ਬੈਠ ਜਾਂਦੇ ਹਨ। ਤੇ ਪਰ ਗੁਰੂ ਸਾਹਿਬ ਦੀ ਕੈਸੀ ਬਖਸ਼ਿਸ਼ ਹੈ, ਅਸੀਂ ਸੋਚਣਾ ਕਰੀਏ। ਗੁਰੂ ਸਾਹਿਬ ਸਾਨੂੰ ਆਪਣੇ ਨਾਲ ਬਿਠਾ ਰਹੇ ਹਨ, ਕਹਿ ਰਹੇ ਆ ਮੈਂ ਉਸ ਪਰਮਾਤਮਾ ਨਾਲ ਮਿਲ ਕੇ ਰੰਗ ਮਾਣ ਰਿਹਾ, ਤੂੰ ਵੀ ਨਾਲ ਬੈਠ।
ਤੂੰ ਵੀ ਉਸ ਪਰਮਾਤਮਾ ਦੇ ਨਾਲ ਜੁੜ ਤੇ ਤੂੰ ਵੀ ਉਹ ਰੰਗ ਰਲੀਆਂ ਮਾਣ ਜਿਹੜੀਆਂ ਰੰਗ ਮੈਂ ਮਾਣ ਰਿਹਾ। ਆ ਮੈਂ ਤੈਨੂੰ ਉਸ ਪਰਮਾਤਮਾ ਦੇ ਨਾਲ ਜੋੜਾਂ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਕਹਿੰਦੇ ਨੇ ਆ ਜਾ ਨਾਲ। ਇਹੋ ਨਹੀਂ ਕਹਿ ਰਹੇ ਕਿ ਤੂੰ ਨਾਲ ਬੈਠ, ਬਲਕਿ ਇਹ ਵੀ ਕਹਿ ਰਹੇ ਨੇ ਮੈਂ ਉਹ ਦਾਸਾਂ ਦਾ ਦਾਸ ਹਾਂ ਜਿਹੜੇ ਉਸ ਦੀ ਰਾਹ ਤੇ ਟੁਰ ਪੈਣ, ਜਿਹੜੇ ਉਸ ਦੀ ਰਾਹ ਤੇ ਟੁਰਦੇ ਹਨ। ਇੱਥੇ ਵੀ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਂਝ ਪਵਾ ਕੇ ਕਹਿ ਰਹੇ ਕਰੇ ਭਗਤ ਅਰ ਰੰਗ ਅਪਾਰਾ। ਕਹਿੰਦੇ ਨੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜਿਹੜੇ ਜੁੜ ਬੈਠਦੇ ਹਨ ਨਾ, ਕਰੇ ਭਗਤ, ਭਗਤ ਤੈਨੂੰ ਸਿਆਰੀ ਹੈ, ਭਗਤੀ ਦਾ ਜ਼ਿਕਰ ਹੈ, ਭਗਤੀ ਕਰਦੇ ਹਨ। ਔਰ ਰੰਗ ਅਪਾਰਾ, ਰੰਗ ਅਪਾਰਾ ਤੋਂ ਭਾਵੇਂ ਆਤਮਕ ਆਨੰਦ ਨੂੰ ਮਾਨਣਾ। ਰੰਗ ਅਪਾਰਾ, ਰੰਗ ਕਿਸੇ ਦਾ ਰੰਗ ਚੜ ਜਾਣਾ। ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ ਗਿਆ। ਕਰੇ ਭਗਤ ਅਰ ਰੰਗ ਅਪਾਰਾ। ਕਿੱਦੀ ਭਗਤੀ ਕਰ ਰਹੇ ਨੇ, ਕਿਸ ਦੇ ਪ੍ਰੇਮ ਰੰਗ ਜੁੜ ਬੈਠੇ ਹਨ, ਕਿਸ ਦੇ ਨਾਲ ਜੁੜ ਕੇ ਆਤਮਕ ਆਨੰਦ ਮਾਣ ਰਹੇ ਹਨ। ਖਿਨ ਮੈਂ ਥਾਪ ਉਥਾਪ ਅਨਹਾਰਾ। ਕਹਿੰਦੇ ਉਸ ਦੀ ਭਗਤੀ ਵਿੱਚ ਜੁੜ ਰਹੇ ਹਨ ਜਿਹੜਾ ਖਿਨ ਮੈਂ ਥਾਪ, ਜਿੱਦੀ ਸਮਰੱਥਾ ਐਸੀ ਹੈ ਖਿਨ ਵਿੱਚ ਬਣਾ ਕੇ ਉਥਾਪਨ ਹਾਰਾ, ਨਾਸ਼ ਕਰਨ ਦੀ ਸਮਰੱਥਾ ਰੱਖਦਾ। ਖਿਨ ਮੈਂ ਥਾਪ ਉਥਾਪਨ ਹਾਰਾ, ਭਾਰੋ ਤੋਲ ਬੇਅੰਤ ਸੁਆਮੀ। ਕਹਿੰਦੇ ਨੂੰ ਉਸ ਪਰਮਾਤਮਾ ਦਾ ਭਾਰੋ ਤੋਲ ਪਾਓ। ਬੇਅੰਤ ਗੁਣਾਂ ਦੇ ਸਮਰੱਥਾ ਵਾਲਾ ਪਰਮਾਤਮਾ ਹੈ। ਉਸਦੇ ਵਰਗੇ ਗੁਣ ਹੋਰ ਕਿਸੇ ਵਿੱਚ ਨਹੀਂ। ਭਾਰੋ ਤੋਲ ਬੜੀ ਭਾਰੀ ਸਮਰੱਥਾ ਵਾਲਾ ਹੈ। ਭਾਰੋ ਤੋਲ ਬੇਅੰਤ ਸੁਆਮੀ। ਉਹ ਸੁਆਮੀ, ਉਹ ਮਾਲਕ, ਉਹ ਬੇਅੰਤ ਗੁਣਾਂ ਨਾਲ ਭਰਪੂਰ ਹੈ। ਉਸਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਕਮ ਮਨ ਭਗਤੀ ਜਾਏ, ਕਰੇ ਭਗਤ। ਉੱਤੇ ਕਹਿ ਰਹੇ ਭਗਤੀ ਕਰਦੇ ਹਨ, ਥੱਲੇ ਕਹਿ ਰਹੇ ਹੁਕਮ ਮਨ ਭਗਤੀ ਜਾਏ। ਹੁਕਮ ਨੂੰ ਮੰਨਿਆ ਭਗਤੀ ਹੁੰਦੀ ਹੈ। ਅਸੀਂ ਤਾਂ ਚੋਕੜਾ ਮਾਰ ਕੇ ਆਪਣੇ ਆਪ ਬੈਠ ਕੇ ਅੱਖਾਂ ਮੀਟ ਕੇ ਨਾ ਜਾਣੇ ਕਿਸ ਦੇ ਧਿਆਨ ਵਿੱਚ ਕਿੱਥੇ ਧਿਆਨ ਜੋੜ ਰਹੇ ਹਾਂ। ਅਸੀਂ ਕਹਿੰਦੇ ਹਾਂ ਅਸੀਂ ਭਗਤੀ ਕਰ ਰਹੇ ਹਾਂ। ਅਸੀਂ ਨਾ ਜਾਣੇ ਕਿਹੜੇ ਕਿਹੜੇ ਜਾਪ ਆਰੰਭ ਕਰ ਦਿੱਤੇ। ਅਸੀਂ ਕਹਿੰਦੇ ਹਾਂ ਅਸੀਂ ਭਗਤੀ ਕਰ ਰਹੇ ਹਾਂ। ਅਸੀਂ ਭਗਤੀ ਨੂੰ ਨਾ ਜਾਣੇ ਕੀ ਸਮਝ ਲਿਆ। ਵੱਖ ਵੱਖ ਨੰਗੇ ਪੈਰੀ ਟੁਰੀ ਜਾਂਦੇ ਹਾਂ। ਅਸੀਂ ਸੋਚਦੇ ਹਾਂ ਅਸੀਂ ਭਗਤੀ ਕਰ ਰਹੇ ਹਾਂ। ਗਿਣ ਗਿਣ ਕੇ ਪਾਠ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਭਗਤੀ ਕਰ ਰਹੇ ਹਾਂ। ਗਿਣ ਗਿਣ ਕੇ ਗੁਰਦੁਆਰੇ ਜਾ ਰਹੇ ਹਾਂ। ਅਸੀਂ ਸੋਚਦੇ ਹਾਂ ਭਗਤੀ ਕਰ ਰਹੇ ਹਾਂ। ਭਗਤੀ ਦੀ ਡੈਫੀਨੇਸ਼ਨ ਸਮਝ ਨਹੀਂ ਪਾਏ। ਗੁਰੂ ਸਾਹਿਬ ਇੱਥੇ ਬਿਲਕੁਲ ਡਿਫਾਈਨ ਕਰਕੇ, ਮੈਂ ਕਹਿ ਰਿਹਾ ਬਿਲਕੁਲ ਰਿਫਾਈਨਡ ਰੂਪ ਦੀ ਭਗਤੀ ਦੀ ਡੈਫੀਨੇਸ਼ਨ ਦੇ ਰਹੇ ਹਨ। ਬਿਲਕੁਲ ਰਿਫਾਈਨਡ ਵੇ ਵਿੱਚ ਡਿਫਾਈਨ ਕਰ ਰਹੇ ਹਨ। ਹੁਕਮ ਮਨ ਭਗਤੀ ਜਾਏ। ਹੁਕਮ ਮੰਨਿਆ ਭਗਤੀ ਆਉਂਦੀ ਹੈ। ਹੁਣ ਸੋਚੀਏ ਹੁਕਮ ਕਿੱਦਾਂ ਮੰਨਣਾ? ਉਸ ਪਰਮਾਤਮਾ ਦਾ ਹੁਕਮ ਮੰਨਣਾ ਹੈ। ਤਾਂ ਹੁਣ ਪਰਮਾਤਮਾ ਕੀ ਕਹਿ ਰਿਹਾ ਸਾਨੂੰ ਨਹੀਂ ਸਮਝ ਆ ਰਹੀ, ਤੇ ਉਹ ਸਮਝਣਾ ਕਿਹਦੇ ਕੋਲ ਹੋਏ? ਗੁਰੂ ਸਾਹਿਬ ਸਮਝਾ ਰਹੇ, ਕਹਿ ਰਹੇ ਆ ਮੈਂ ਤੈਨੂੰ ਦੱਸਾਂ ਉਹ ਪਰਮਾਤਮਾ ਚਾਹੁੰਦਾ ਕੀ ਹੈ। ਆ ਮੈਂ ਤੈਨੂੰ ਦੱਸਾਂ ਪਰਮਾਤਮਾ ਦੀ ਭਗਤੀ ਹੈ ਕਿ ਤੈਨੂੰ ਸਰੀਰ ਨੂੰ ਭੁੱਖਿਆ ਰੱਖਣ ਦੀ ਲੋੜ ਨਹੀਂ, ਨੰਗੇ ਪੈਰੀ ਪੱਥਰਾਂ ਤੇ ਟੁਰਨ ਦੀ ਲੋੜ ਨਹੀਂ। ਕਿਧਰੇ ਰਿੜ ਰਿੜ ਕੇ ਮੱਥੇ ਟੇਕੀ ਜਾਂਦੇ ਹਾਂ। ਅਸੀਂ ਰਿੜ ਰਿੜ ਕੇ ਅਸੀਂ ਪੱਥਰਾਂ ਤੇ ਸਰੀਰ ਨੂੰ ਤਕਲੀਫ ਦੇਣ ਨੂੰ ਅਸੀਂ ਭਗਤੀ ਸਮਝ ਲੈਂਦੇ ਹਾਂ। ਇੰਨੇ ਦਿਨ ਅਸੀਂ ਲਗਾਤਾਰ ਭੁੱਖੇ ਰਹੇ, ਹੁਣ ਪਰਮਾਤਮਾ ਤੇ ਮਿਲਿਆ ਹੀ ਤੇ ਮਿਲਿਆ। ਪਰ ਗੁਰੂ ਸਾਹਿਬ ਕਹਿ ਰਹੇ ਨੇ ਹੁਕਮ ਮਨ ਭਗਤੀ ਜਾਏ। ਹੁਕਮ ਬੁਝ ਲੈ, ਸਮਝ ਲੈ, ਪਰ ਹੁਕਮ ਮੰਨਣਾ ਕਿਸ ਤਰ੍ਹਾਂ ਪਹਿਲੇ ਬੁਝ ਸਮਝ ਲਈਏ। ਐ ਨਾ ਹੋਏ ਫਿਰ ਚਰਨ ਧੂੜ ਇਕੱਠੀ ਕਰ ਕਰਕੇ ਥੈਲੀਆਂ ਭਰ ਭਰ ਕੇ ਘਰ ਲੈ ਜਾਂਦੇ ਰਹੀਏ। ਕਿਧਰੇ ਐ ਨਾ ਹੋਏ ਫਿਰ ਜਿੱਥੇ ਸੰਗਤ ਪੈਰ ਧੋਂਦੀ ਹੈ ਉਸੀ ਦੇ ਕੁੱਲੇ ਭਰੀ ਜਾਈਏ। ਫਿਰ ਕਿਧਰੇ ਐ ਨਾ ਹੋਏ ਨਾ ਜਾਣੇ ਕਿੱਧਰ ਕਿੱਧਰ ਅਸੀਂ ਭਟਕਦੇ ਰਹੀਏ। ਗੁਰੂ ਸਾਹਿਬ ਕਹਿ ਰਹੇ ਹੁਕਮ ਸਮਝ ਲੈ, ਬੁਝ ਲੈ ਤੇ ਉਹ ਹੁਕਮ ਨੂੰ ਮੰਨ ਲੈ। ਜਦੋਂ ਤੂੰ ਉਸ ਹੁਕਮ ਨੂੰ ਮੰਨ ਲਏਗਾ, ਹੁਕਮ ਨੂੰ ਮੰਨਣਾ ਹੀ ਉਹ ਭਗਤੀ ਹੈ। ਹੁਕਮ ਨੂੰ ਮੰਨਣਾ ਹੀ ਉਹ ਭਗਤੀ ਹੈ। ਅਗਰ ਅਸੀਂ ਇਤਿਹਾਸ ਵਿੱਚ ਧਿਆਨ ਦਈਏ ਨਾ, ਸੱਚ ਦੇ ਸਾਹਮਣੇ ਜੇ ਕਿਰਪਾਨਾਂ ਖੋਲ ਕੇ ਸਿੰਘ ਖੜੇ ਹਨ ਤੇ ਭਗਤੀ ਕਰ ਰਹੇ ਨੇ।
ਸੱਚ ਨੂੰ ਪ੍ਰੋਟੈਕਟ ਕਰਨ ਲਈ ਕਿਰਪਾਨਾਂ ਖੋਲ ਕੇ ਭਗਤੀ ਹੋ ਰਹੀ ਹੈ। ਉਹਦੀ ਭਗਤੀ ਦੀ ਡੈਫੀਨੇਸ਼ਨ ਬੜੀ, ਮੈਂ ਕਹਾਂਗਾ ਬੜੀ ਵਾਸਟ ਡੈਫੀਨੇਸ਼ਨ ਹੈ। ਅਸੀਂ ਭਗਤੀ ਨੂੰ ਸੰਕੋਚ ਕੇ ਭੋਰੇ ਵਿੱਚ ਬਿਠਾਤਾ। ਅਸੀਂ ਉਹਦੀ ਭਗਤੀ ਨੂੰ ਇੱਥੇ ਤੱਕ ਕਹਿਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨੇ ਮਹੀਨੇ, ਇੰਨੇ ਸਾਲ, ਇੰਨੇ ਦਿਨ ਉਸ ਭੋਰੇ ਵਿੱਚ ਬੈਠ ਕੇ ਅੱਖਾਂ ਮੀਟ ਕੇ ਭਗਤੀ ਕੀਤੀ। ਭਗਤੀ ਜਿਹੜੀ ਹੈ, ਗੁਰੂ ਦਾ ਸ਼ਬਦ ਜਿਹੜਾ ਅੱਖਾਂ ਖੋਲਦਾ ਹੈ, ਅੱਖਾਂ ਬੰਦ ਕਰਨੀ ਭਗਤੀ ਨਹੀਂ ਹੈ। ਗੁਰੂ ਦਾ ਸ਼ਬਦ ਅੱਖਾਂ ਖੋਲ ਕੇ ਟੁਰਨਾ ਸਿਖਾਉਂਦਾ ਹੈ। ਅਸੀਂ ਕਿਹੜੇ ਅੰਧੇਰੇ ਵਿੱਚ ਅਸੀਂ ਵਿਚਰਨ ਨੂੰ ਭਗਤੀ ਸਮਝ ਲਿਆ। ਸੰਸਾਰ ਦੇ ਕਾਰ ਵਿਹਾਰ ਗੁਰੂ ਦੇ ਸ਼ਬਦ ਮੁਤਾਬਿਕ ਜਾਗਰਿਤ ਹੋ ਕੇ ਕਰਨੇ ਉਸਦੀ श्रेष्ठ भक्ति है। संसार दे विच जागृत होके सारे संसार दी, जी जनता दी, पौधियां दी सेवा करना, सृष्टि नूं संभालना उदी भक्ति है। उदी भक्ति नूं डिफाइन करन वास्ते अल्फाज नहीं लभ रहे, किहड़े अल्फाज मैं कहां। उदी भक्ति बेअंत गुणां दी धारनी है, बेअंत गुणां भरपूर है। जी इकबाल जी जी। करें भगत और रंग अपारा। करें बहुवचन है, भगत भक्ति करते हैं। संसार दे लोग परमात्मा की भक्ति करते हैं और रंग अपारा, पर वो परमात्मा की भक्ति भी अपार रंग दी है। कोई जप करदा, कोई तप करदा है, कोई साधना करदा है। तरह तरह के लोग तरह तरह के तरीके दे नाल अपारा रंगां दे नाल उहदी भक्ति करते हैं। अपने आप दे विच वो आत्मक आनंद माणदे हन कि असीं अपनी आत्मा नूं परमात्मा परमेश्वर दे नाल जोड़ के जोड़न दे लई ही ये जिहड़ी भगती आ करदे हैं। ये संसार दी कार है। करें भगत किनमें थाप थापण हारा। वो परमात्मा जिहड़ा पल दे विच थाप थाप करदा है, पाप संसार नूं नाश करके बनाउण दी समर्था वाली। उहदी जिहड़ी समर्था खिन दे विच ही बहुत कुछ करन दी समर्था है। भारो तोल, ਉਹਦਾ ਜਿਹੜਾ ਤੋਲ ਆ, ਉਹਦੀ ਮਿਣਤੀ ਹੈ, ਉਹ ਮਿਣੀ ਹੀ ਨਹੀਂ ਜਾ ਸਕਦੀ। ਉਹਨੂੰ ਮਿਣਿਆ ਨਹੀਂ ਜਾ ਸਕਦਾ। ਉਹਦਾ ਜਿਹੜਾ ਬਲ ਅਮਿਨਵਾ ਹੈ, ਭਾਵ ਬਹੁਤ ਹੀ ਸਮਰੱਥਾ ਵਾਲਾ ਬਲ ਹੈ, ਬੇਅੰਤ। ਉਹ ਪ੍ਰਮਾਤਮਾ ਦਾ ਅੰਤ ਹੀ ਨਹੀਂ ਪਾ ਸਕਦਾ, ਕੋਈ ਵੀ ਜੀਵ ਨਹੀਂ ਪਾ ਸਕਦਾ। ਹਾਂ, ਪ੍ਰਮਾਤਮਾ ਨਾਲ ਜੁੜ ਸਕਦਾ ਹੈ, ਲੀਨ ਹੋ ਸਕਦਾ ਹੈ, ਮਿਲ ਸਕਦਾ ਹੈ, ਪਰ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਆਮੀ, ਉਹ ਸਾਰੇ ਸੰਸਾਰ ਦਾ ਕਰਤਾ ਹੈ, ਸੁਆਮੀ ਆ। ਹੁਕਮ ਮੰਨ, ਜਿਹੜਾ ਜੀਵ ਉਸ ਦੇ ਹੁਕਮ ਨੂੰ ਮੰਨ ਕੇ, ਸੰਸਾਰ ਦੇ ਗੁਰੂ ਦੇ ਹੁਕਮ ਨੂੰ ਮੰਨ ਕੇ ਚੱਲਦਾ ਹੈ, ਭਗਤੀਜਾ ਹੈ, ਉਹੀ ਉਹਦਾ ਭਗਤ, ਅਸਲ ਭਗਤ ਹੈ। ਉਹੀ ਉਹਦਾ ਭਗਤ ਬਣਦਾ ਹੈ ਜਿਹੜਾ ਹੁਕਮ ਮੰਨ ਜਾਂਦਾ ਹੈ ਤੇ ਹੁਕਮ ਅਨੁਸਾਰ ਮਨ ਬਚ ਕਰਮਾਂ ਨੂੰ ਆਪਣੇ ਹੁਕਮ ਦੇ ਵਿੱਚ ਲੈ ਆਉਂਦਾ, ਉਹੀ ਭਗਤੀਜਾ ਹੈ। ਜੀ जी जी, जो मन बच करम गुरु ਦੇ ਸ਼ਬਦ ਮੁਤਾਬਿਕ ਬਣਾ ਲੈਂਦਾ, ਉਹੀ ਉਸਦਾ ਭਗਤ ਹੈ, ਉਹੀ ਉਸਦੀ ਭਗਤੀ ਜੁੜ ਪੈਂਦਾ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ, ਹੁਣ ਤੱਕ ਸਾਨੂੰ ਨਾ ਗੁਰੂ ਸਾਹਿਬ ਜਿਹੜਾ ਇੱਕ ਉਹ ਪ੍ਰਮਾਤਮਾ ਕੈਸਾ ਹੈ ਵੀ ਸਾਰਿਆਂ ਨੂੰ ਦਾਨ ਦੇਣ ਵਾਲਾ, ਵੀ ਸਾਰੇ ਜਿਹੜੇ ਮੰਗਤੇ ਵੀ ਨੇ ਉਹ ਇੱਕੋ ਦਾਤਾ ਇੱਕ ਹੈ, ਸਾਰੇ ਉਹਦੇ ਮੰਗਤੇ ਨੇ। ਸਾਰੀ ਸਾਨੂੰ ਨਾ ਫਿਰ ਉਹਨੇ ਗੁਰੂ ਸਾਨੂੰ ਥੋੜਾ ਜਿਹਾ ਕਹਿ ਲੈਣਾ ਇੱਕ ਵੀ ਉਹਦੀ ਭਗਤੀ ਹੈ ਕੀ। ਵੀ ਤੂੰ ਇੱਕ ਇਹ ਵੀ ਤਾਂ ਗੱਲ ਸਮਝਣਾ ਵੀ ਜਿਹੜਾ ਇੱਧਰ ਲਾਸਟ ਦਾ ਸਤਿਗੁਰੂ ਜੀ ਕਾਫੀ ਸਟ੍ਰੈਸ ਕਰਦੇ ਪਏ ਸਨ ਇੱਕ ਗੱਲ ਦੇ ਉੱਤੇ ਵੀ ਹੁਕਮ ਮਨ ਭਗਤੀ ਜਾਂ ਜਿਹੜੀ ਵਾਲੀ ਗੱਲ ਚੱਲਦੀ ਪਈ ਹੈ ਨਾ, ਇੱਕ ਹੋਰ ਸ਼ਬਦ ਆਉਂਦਾ ਹੈ, ਕਹਿੰਦਾ ਇਹੀ ਆਚਾਰ ਇਹੀ ਵਿਵਹਾਰਾ, ਕਹਿੰਦੇ ਆਗਿਆ ਮਾਨ ਭਗਤ ਹੋਏ ਤੁਹਾਰੀ। ਤੇਰੀ ਆਗਿਆ ਵਿੱਚ ਆਗਿਆ ਮੈਂ ਭੂਖ ਸੋਈ ਕਰ ਸੂਖਾ। ਜੇ ਤੇਰੇ ਹੁਕਮ ਵਿੱਚ ਆਗਿਆ ਮੈਂ ਭੂਖ, ਤੇਰੀ ਆਗਿਆ ਵਿੱਚ ਹੈ ਨਾ, ਕਹਿੰਦੇ ਆਗਿਆ ਮੈਂ ਭੂਖ ਸੋਈ ਕਰ ਸੂਖਾ। ਸੋਗ ਹਰਕ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਸੇਵਕ ਕੀ ਓੜਕ ਨਿਭੀ ਪ੍ਰੀਤ। ਮੇਰੀ ਓੜਕ ਦਾ ਮਤਲਬ ਹੈ ਅਪ ਟੂ ਦ ਐਂਡ, ਫਾਈਨਲੀ ਓੜਕ। ਵੀ ਜੋ ਉਸ ਮਾਲਕ ਦਾ ਹੁਕਮ ਹੈ ਮੈਂ ਉਹਨੂੰ ਸਿਰ ਮੱਥੇ ਪ੍ਰਵਾਨ ਕਰ ਲਵਾਂ, ਇਹ ਉਹਦੀ ਭਗਤੀ ਹੈ। ਵੀ ਉਹ ਆਗਿਆ ਮੈਂ ਭੂਖ ਸੋਈ ਕਰ ਸੂਖਾ। ਅਸੀਂ ਇਸ ਤੋਂ ਪਹਿਲਾਂ ਵੀ ਸ਼ਬਦ ਵਿਚਾਰੇ ਸੀ ਨਾ, ਕਹਿੰਦੇ ਉਹ ਬ੍ਰਹਮਾਦਿਕ ਸ਼ਿਵ ਮੁੰਦ ਛਨੀਸ, ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ,
ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਪੁਨ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇੱਕ ਤਿਲ ਤਾਂ ਕੋ ਮਰਮ ਨਾ ਪਾਵਤ। ਉਸ ਤੋਂ ਅੱਗੇ ਇੱਕ ਲਾਈਨ ਸੀ ਕਿ ਰੱਬ ਦੀ ਭਗਤੀ ਹੁੰਦੀ ਕੀ ਹੈ, ਰੱਬ ਨਾਲ ਪਿਆਰ ਹੁੰਦਾ ਕੀ ਹੈ। ਇਹ ਜਿਹੜੀ ਪਹਿਲੀ ਲਾਈਨ ਕਹਿੰਦੇ ਨੇ ਕਰੇ ਭਗਤ ਅਰ ਰੰਗ ਅਪਾਰਾ, ਤੇ ਜਿਹੜੇ ਭਗਤ ਨੇ ਉਹ ਤੇਰੀ ਭਗਤੀ ਕਰਦੇ ਨੇ, ਉਹਨਾਂ ਨੇ ਤੇਰੇ ਨਾਲ ਪਿਆਰ ਬਣਾਇਆ ਹੋਇਆ। ਹੁਣ ਇਹ ਬੰਦਾ ਪਿਆਰ ਦੇ ਮਾਇਨੇ ਕਿਹਨੂੰ ਸਮਝੇ। ਬੰਦਾ ਜੇ ਕੋਈ ਕਵੇ ਕਿਸੇ ਨਾਲ ਮੈਨੂੰ ਪਿਆਰ ਹੈ ਤੇ ਬੰਦਾ ਉਹ ਕਹਿੰਦਾ ਵੀ ਪ੍ਰਿਯ ਪ੍ਰਭ ਪ੍ਰੀਤ, ਕਹਿੰਦਾ ਜੇ ਤੂੰ ਉਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਚਾਹਨਾ ਹੈ, ਪ੍ਰਿਯ ਪ੍ਰਭ ਪ੍ਰੀਤ, ਕਹਿੰਦਾ ਪ੍ਰੇਮ ਰਸ ਭਗਤੀ, ਤੂੰ ਉਹਦੀ ਪ੍ਰੇਮਾ ਭਗਤੀ, ਪ੍ਰੇਮ ਦੇ ਵਿੱਚ, ਪ੍ਰੇਮ ਦੇ ਰਸ ਵਿੱਚ ਭਿੱਜੀ ਹੋਈ ਭਗਤੀ ਜੇ ਤੂੰ ਕਰਨਾ ਚਾਹਨਾ ਹੈ। ਗੁਰੂ ਤਿਨੀ ਕੋ ਕਹਿ ਲੋ ਟੈਕਨੀਕ ਦੱਸਦੇ ਪਏ ਨੇ, ਕਹਿੰਦੇ ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਕਹਿੰਦਾ ਹੁੰਦੀ ਕਿਵੇਂ, ਕਹਿੰਦਾ ਹਰ ਜਨ ਤਾਂ ਕੈ ਦਰਸ ਸਮਾਵਤ। ਉਹਦੇ ਦਰਸ ਜਿਹੜਾ ਹੈ ਨਾ, ਦਰਸ ਦਰਸ਼ਨ ਵਰਡ ਗੁਰਬਾਣੀ ਵਿੱਚ ਅਨੇਕਾਂ ਥਾਵਾਂ ਉੱਤੇ ਫਲਸਫੇ ਵਾਸਤੇ ਆਉਂਦਾ ਪਿਆ। ਖਟ ਦਰਸ਼ਨ ਵੀ ਜੋ ਵੱਖ-ਵੱਖ ਜੋ ਗੁਰੂ ਕੋਲੋਂ ਤੈਨੂੰ ਰੱਬੀ ਸਿਧਾਂਤ ਮਿਲਦੇ ਪਏ ਨਾ, ਉਹਦੇ ਵਿੱਚ ਆਪਣੇ ਜੀਵਨ ਨੂੰ ਸਮਾ ਦੇਣਾ, ਇਹ ਹੀ ਪਰਮਾਤਮਾ ਦੀ ਪ੍ਰੇਮਾ ਭਗਤੀ। ਔਰ ਉਹਦੇ ਵਿੱਚੋਂ ਜਿਹੜਾ ਨਾ ਵੀ ਉਹ ਹੁਕਮ ਮਨ ਭਗਤੀ ਚਾਹੇ, ਉਹਦੇ ਹੁਕਮ ਨੂੰ ਮੰਨਣਾ, ਇਹ ਹੀ ਉਹ ਕਹਿੰਦੇ ਵੀ ਕਰੇ ਭਗਤ ਅਰ ਰੰਗ ਅਪਾਰਾ। ਕਈ ਐਸੇ ਭਗਤ ਨੇ ਜੋ ਤੇਰੇ ਰੰਗ ਵਿੱਚ ਭਿੱਜੇ ਹੋਏ ਨੇ। ਰੰਗ ਦਾ ਮਤਲਬ ਗੁਰਬਾਣੀ ਵਿੱਚ ਕਈ ਵਾਰ ਰੰਗ ਜਿਹੜਾ ਆਮ ਤੌਰ ਤੇ ਪਿਆਰ ਵਾਸਤੇ ਜਿਹੜਾ ਨਾ ਉਹ ਰੰਗ ਲੱਗਾ, ਵੀ ਉਹ ਰੰਗ ਲਗਾ ਨਾ ਪਿਆਰ ਲੱਗ ਗਿਆ ਪਰਮਾਤਮਾ ਦੇ ਨਾਲ। ਤੇ ਇੱਥੇ ਕਹਿੰਦੇ ਵੀ ਕਰੇ ਭਗਤ ਅਰ ਰੰਗ ਅਪਾਰਾ, ਕਿਹਦੇ ਨਾਲ, ਕਹਿੰਦਾ ਕਿਸ ਮਾਲਕ ਦੇ ਨਾਲ, ਕਹਿੰਦਾ ਖਿਨ ਮੈਂ ਥਾਪ ਉਥਾਪਨ ਹਾਰਾ। ਉਹ ਮਾਲਕ ਜੀ ਦੀ ਸਮਰੱਥਾ ਕਿੰਨੀ ਹੈ, ਕਹਿੰਦਾ ਹਮਰਾ ਠਾਕੁਰ ਸਭ ਤੇ ਊਚਾ। ਜਦੋਂ ਠਾਕੁਰ ਦੀ ਗੱਲ ਕਰਦੇ ਪਏ ਨਾ, ਇੱਥੇ ਕਹਿੰਦੇ ਅਗਲੇ ਕਹਿੰਦੇ ਭਾਰੋ ਤੋਲ, ਕਹਿੰਦੇ ਹਮਰਾ ਠਾਕੁਰ ਸਭ ਤੇ ਊਚਾ ਰੈਣ ਦਿਨਸ ਤਿਸ ਗਾਉ ਰੇ, ਕਹਿੰਦਾ ਖਿਨ ਮੈਂ ਥਾਪ ਉਥਾਪਨ ਹਾਰਾ ਤਿਸ ਤੈ ਤੁਝੇ ਹੈ ਡਰਾਉ ਰੇ। ਮੈਂ ਕਿਸ ਰੱਬ, ਮੈਂ ਤੈਨੂੰ ਕਿਹਦਾ ਡਰ ਦੇਣਾ ਚਾਹਨਾ ਵਾ, ਤੂੰ ਕਿਹਦੇ ਅਦਬ ਸਤਕਾਰ ਭੈ ਉਹਦੇ ਵਿੱਚ ਤੂੰ ਜੀ। ਉਹ ਮਾਲਕ ਐਸਾ ਹੈ, ਕਹਿੰਦਾ ਖਿਨ ਮੈਂ ਥਾਪ ਉਥਾਪਨ ਹਾਰਾ ਤਿਸ ਤੈ ਤੁਝੇ ਡਰਾਉ ਰੇ। ਹਮਰਾ ਠਾਕੁਰ ਸਤਿਗੁਰ ਪੂਰਾ, ਮਨ ਗੁਰ ਕੀ ਕਾਰ ਕਮਾਵੇ। ਉਹਦੀ ਸਮਰੱਥਾ ਦੀ ਜਦੋਂ ਗੁਲ ਕਹਿੰਦੇ ਨੇ ਵੀ ਉਹ ਖਿਨ ਮੈਂ ਊਣੇ ਸੂਬਰ ਭਰਿਆ, ਜਿਹੜੇ ਖਾਲੀ ਹੋ ਚੁੱਕੇ ਸਨ, ਉਹ ਮਾਲਕ ਕਹਿੰਦਾ ਖਿਨ ਮੈਂ ਊਣਾ ਖਾਲੀ ਹੋਇਆ, ਖਿਨ ਮੈਂ ਊਣੇ ਸੂ ਭਰਿਆ, ਨੱਕ ਭਰ ਦਿੱਤੇ। ਜਿਹੜੇ ਬਿਲਕੁਲ ਖਾਲੀ ਸਨ, ਜਿਹੜੇ ਜੀਵਨ ਪਰਮਾਤਮਾ ਦੇ ਨਾਮ ਤੋਂ ਰੱਬੀ ਗੁਣਾਂ ਤੋਂ ਖਾਲੀ ਸਨ, ਦੋਨੋਂ ਪੱਖੋਂ ਵੀ ਉਹ ਕਹਿੰਦੇ ਵੀ ਖਿਨ ਮੈਂ ਊਣੇ ਸੂਬਰ ਭਰਿਆ, ਖਿਨ ਮੈਂ ਸੂਕੇ ਕੀਨੇ ਹਰਿਆ, ਖਿਨ ਮੈਂ ਨਿਥਾਵੇਂ ਕੋ ਦੀਨੋ ਥਾਨ, ਖਿਨ ਮੈਂ ਨਿਮਾਣੇ ਕੋ ਦੀਨੋ ਮਾਨ। ਉਹ ਮਾਲਕ ਐਸਾ ਹੈ, ਇਸ ਸਮਰੱਥਾ ਦਾ ਮਾਲਕ ਹੈ। ਵੇਖਦੇ ਵੀ ਖਿਨ ਮੈਂ ਥਾਪ ਉਥਾਪਨ ਹਾਰਾ। ਉਹ ਪਰਮਾਤਮਾ ਦੀ ਸਮਰੱਥਾ ਜਿਹੜੀ ਹੈ ਨਾ, ਮੈਂ ਲਾਸਟ ਟਾਈਮ ਗੱਲ ਕਰਦੇ ਪਏ, ਜਿਹੜਾ ਮੈਂ ਇੱਕ ਆਡੀਓ ਐਨੀਵਨ ਕੈਨ ਸਰਚ, ਮੈਂ YouTube ਵਿੱਚ ਦੇਖਦਾ ਪਿਆ ਸੀ ਵੀ ਉਹ ਹਿਸਟਰੀ ਆਫ ਵਰਲਡ ਇਨ 2 ਆਵਰਸ। ਉਹਦਾ ਜਿਹੜਾ ਕਹਿੰਦਾ ਜਿਹੜਾ ਬਿਗ ਬੈਂਗ ਹੋਇਆ ਹੈ, ਉਧਰ ਕਹਿੰਦਾ ਰੱਬ ਨੇ ਜਦੋਂ ਸ੍ਰਿਸ਼ਟੀ ਪੈਦਾ ਕੀਤੀ, ਸ੍ਰਿਸ਼ਟੀ ਹੋਂਦ ਦੇ ਵਿੱਚ ਆਈ, ਕਹਿੰਦਾ ਉਹਨੂੰ ਸਮਾਂ ਕਿਤਨਾ ਲੱਗਿਆ, ਹੀ ਇਜ਼ ਡਿਸਕ੍ਰਾਈਬਿੰਗ ਇਟ ਐਸ, ਕਹਿੰਦਾ millionth of a second। ਇੰਨਾ ਕੁ ਸਮਾਂ ਲੱਗਿਆ ਰੱਬ ਨੂੰ ਸਾਰੀ ਸ੍ਰਿਸ਼ਟੀ ਹੋਣ ਵਿੱਚ ਲੈ ਕੇ ਆਉਣ ਵਾਸਤੇ। ਬੰਦਾ ਕਿ 1 ਸੈਕਿੰਡ ਦਾ ਮਿਲੀਅਨਥ ਹਿੱਸਾ, ਫਿਰ ਉਹਦਾ ਕਹਿੰਦਾ ਨਹੀਂ millionth of a million। ਬੰਦਾ ਕਿ ਉਹ ਉਸ ਵਕੀਤਾ ਪਸਾਓ ਏਕੋ ਕਵਾਓ। ਇਹ ਉਸ ਮਾਲਕ ਦੀ ਸਭ ਕਹਿੰਦਾ ਵੀ ਉਹ ਹਰਨ ਭਰਨ ਜਾ ਕਾ ਨੇਤਰ ਫੋਰ, ਬੰਦਾ ਅੱਖ ਝਮਕ ਕੇ ਖੋਲ ਲਵੇ। ਹੁਣ ਇਹ ਵੀ ਮਨੋ ਨਾ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ, ਕਿਉਂਕਿ ਆਮ ਜੇ ਦ੍ਰਿਸ਼ਟਾਂਤ ਦੇਣਾ ਜੋ ਸਾਹਮਣੇ ਵੀ ਪਤਾ ਹੈ ਕਿ ਬੜਾ ਘੱਟ ਸਮਾਂ ਲੱਗਦਾ ਹੈ, ਤੇ ਉਹਦਾ ਇੱਕ ਗੁਰੂ ਸਾਹਿਬ ਉਦਾਹਰਨ ਦਿੰਦੇ ਪਏ ਨੇ। ਬਾਕੀ ਉਹ ਮਾਲਕ ਜਿਹੜਾ ਕਹਿੰਦਾ ਖਿਨ ਮੈਂ ਥਾਪ ਉਥਾਪਨ ਹਾਰਾ, ਉਹਦੀ ਸਮਰੱਥਾ ਐਸੀ, ਉਹਦੀ ਭਗਤੀ ਜਿਹੜੇ ਬੰਦੇ ਨੇ ਉਹਨਾਂ ਨਾਲ ਪਿਆਰ ਜੋੜਿਆ ਹੋਇਆ ਹੈ। ਕਹਿੰਦਾ ਉਹ ਮਾਲਕ ਕੈਸੇ, ਕਹਿੰਦਾ ਭਾਰੋ ਤੋਲ ਬੇਅੰਤ ਸੁਆਮੀ। ਵੀ ਉਹ ਮਾਲਕ ਜਿਹੜਾ ਬੜਾ ਵੱਡਾ ਹੈ, ਵੀ ਇਹਨੂੰ ਕਹਿੰਦਾ ਹਮ ਚਾਕੁਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਉਹਦੀ ਆਗਿਆ ਨੂੰ ਕੋਈ ਮੋੜ ਨਹੀਂ ਸਕਦਾ, ਉਹਦੇ ਹੁਕਮ ਤੋਂ ਕੋਈ ਮੁਨਕਰ ਹੋ ਨਹੀਂ ਸਕਦਾ।
ਕੋਈ ਵੱਡਾ ਉਹ ਹੋਵੇ ਨਾ ਮਾਲਕ, ਕਹਿੰਦੇ ਵੀ ਨਹੀਂ ਉਹਨੇ ਗੱਲ ਕੀ, ਉਹ ਵੱਡਾ ਬੰਦਾ, ਉਹਦੀ ਗੱਲ ਮੰਨਣੀ ਪਏਗੀ। ਉਹ ਕਹਿੰਦੇ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਕਰਨ ਕਰਾਵਨ ਸਗਲ ਬਿਦ ਸੋ ਸਤ ਗੁਰੂ ਹਮਾਰਾ। ਉਹ ਬੜਾ ਵੱਡਾ ਠਾਕੁਰ ਹੈ, ਉਹਦੀ ਸਮਰੱਥਾ ਇੰਨੀ ਹੈ, ਉਹ ਖਿੰਨਾਂ ਵਿੱਚ ਪੱਲਾਂ ਵਿੱਚ ਜੋ ਮਰਜ਼ੀ ਚਾਹੇ ਜਿਹੜਾ ਨਾ, ਉਹ ਖਿੰਨ ਮੇ ਸੂਬ ਉਹਨੇ ਸੂਪਰ ਭਰਿਆ। ਜਿਹੜੇ ਖਾਲੀ ਸਨ ਉਹਨੂੰ ਨੱਕੋ ਨੱਕ ਭਰਨਾ ਚਾਹੇ ਉਹ ਮਾਲਕ ਕਰ ਸਕੇ। ਉਹ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਸ ਮਾਲਕ ਦੀ ਸਮਰੱਥਾ ਦੇ ਪ੍ਰਤਾਈ ਕੋਈ ਸ਼ੱਕ, ਕੋਈ ਕਿੰਤੂ ਪਰੰਤੂ ਜਿਹੜਾ ਨਾ, ਉਹ ਮਾਲਕ ਗੁਰੂ ਇਹ ਵਿਸ਼ਵਾਸ ਸਾਨੂੰ ਦਿਵਾਉਣਾ ਚਾਹੁੰਦੇ। ਕਿਸੇ ਦੇ ਮਨ ਵਿੱਚ ਹੋ ਸਕਦੀ ਹੈ, ਲੇਕਿਨ ਗੁਰੂ ਸਾਨੂੰ ਇਹ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚੋਂ ਫਿੱਟ ਕਰਨਾ ਚਾਹੁੰਦੇ ਨੇ। ਕੋਈ ਖਿਨਮੇ ਥਾਪ ਉਥਾਪਨ ਹਾਰਾ, ਭਾਰੋ ਤੋਲ। ਉਹ ਬੜਾ ਵੱਡਾ ਮਾਲਕ, ਉਹਦੀ ਸਮਰੱਥਾ ਦੇ ਉੱਤੇ ਕੋਈ ਹੈ ਹੀ ਨਹੀਂ ਕਿ ਵੀ ਉਹ ਬੇਅੰਤ ਸਵਾਮੀ, ਉਹਦਾ ਕੋਈ ਅੰਤ ਹੈ ਹੀ ਨਹੀਂ। ਉਹਦਾ ਕੋਈ ਪਾਰਲਾ ਬੰਨਾ ਜਿਹੜਾ ਨਾ, ਉਹ ਅਪਾਰ ਜਿਹਨੂੰ ਕਹਿ ਰਹੇ ਨੇ, ਉਹਨੇ ਤੇ ਬੇਅੰਤ ਕਹਿ ਰਹੇ ਨੇ ਵੀ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਈ। ਪਰਮਾਤਮਾ ਹੈ ਹੀ ਬੇਅੰਤ, ਉਹ ਮਾਲਕ ਕਹਿੰਦਾ ਹੁਕਮ ਮੰਨ। ਅੱਛਾ, ਫਿਰ ਸਾਰੀਆਂ ਗੱਲਾਂ ਕਰਕੇ ਨਾ ਉਹ ਮਾਲਕ ਬੜਾ ਵੱਡਾ ਹੈ। ਕਹਿੰਦਾ ਅੱਛਾ ਉਹਦੀ ਭਗਤੀ ਹੁੰਦੀ ਕੀ ਹੈ? ਹੁਕਮ ਨੂੰ ਮੰਨਣਾ। ਜੋ ਅੱਛਾ ਹੁਕਮਾਂ ਦੀ ਸੋਝੀ ਕਿੱਥੋਂ ਮਿਲੇਗੀ? ਉਹ ਗੁਰੂ ਕੋਲੋਂ ਮਿਲੇਗੀ। ਕਹਿੰਦੇ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਇਹ ਕਹਿੰਦੇ ਹੁਕਮ ਨੂੰ ਮੰਨਣਾ ਜਿਹੜਾ ਅਸੀਂ ਕਈ ਵਾਰ ਇਸ ਗੱਲ ਨੂੰ ਜਿਹੜਾ ਵਿਚਾਰ ਚੁੱਕੇ ਬਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਵਾਲ ਹੀ ਹੈ ਵੀ ਕਿਵੇਂ ਸਚਿਆਰਾ ਹੋਈ ਹੈ। ਇਹ ਜਰਨੀ ਹੀ ਸਾਰੀ ਕੁੜਿਆਰ ਤੋਂ ਸਚਿਆਰ ਦੀ ਹੈ। ਉਹ ਰੱਬ ਨੇ ਖੇਡ ਬਣਾਇਆ ਹੋਇਆ। ਮੈਂ ਕੱਲ ਵੀ ਕੋਈ ਸ਼ਬਦ ਜਿਸ ਤੱਕ ਸਾਹਮਣੇ ਆਈ ਸੀ ਲਾਈਨ, ਕਹਿੰਦੇ ਵੀ ਜਾਲ ਪਸਾਰ ਚੋਗ ਬਿਸਥਾਰੀਏ, ਚੋਗ ਬਿਸਥਾਰਿਓ, ਕਹਿੰਦੇ ਪੰਖੀ ਜੋ ਪਹਾਵਤ ਹੈ। ਰੱਬ ਨੇ ਤੇ ਮਾਇਆ ਦਾ ਜਾਲ ਪਸਾਰ ਕੇ ਰੱਖਿਆ। ਜਾਲ ਪਸਾਰ ਚੋਗ ਬਿਸਥਾਰ, ਬਿਸਥਾਰ ਮੇਰੇ ਵੋਟ ਹੋ ਸਕਦੇ ਨੇ। ਕਹਿੰਦੇ ਪੰਖੀ ਜੋ ਪਹਾਵਤ, ਕਹਿੰਦਾ ਨਿਕਲਣ ਦਾ ਤਰੀਕਾ ਕੀ ਹੈ? ਕਹੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਤੇ ਆਵਤ ਹੈ, ਨਿਕਸ ਰੇ ਪੰਖੀ ਸਿਮਰ ਹਰ ਪਾਂਖ। ਪਰਮਾਤਮਾ ਗੁਰੂ ਸਰੂਪ ਪਰਮਾਤਮਾ ਵੀ ਪਰਮਾਤਮਾ ਨੇ ਗੁਰੂ ਸਰੂਪ ਵਿੱਚ ਤੈਨੂੰ ਦਿੱਤਾ ਹੋਇਆ। ਕਹਿੰਦਾ ਨਿਕਲ ਜਾ ਇਹ ਪੰਖੀਆਂ ਵਿੱਚ, ਤੂੰ ਉਲਝਣਾ ਵਜਣਾ ਵੀ ਉਹ ਉਸ ਮਾਲਕ ਨੇ ਤੇ ਜਾਲ ਪਸਾਰ ਕੀਤਾ ਹੋਇਆ, ਚੋਗ ਬਿਸਥਾਰੀ ਹੋਈ ਹੈ ਉਹਨੇ। ਕਹਿੰਦਾ ਨਹੀਂ ਤੂੰ ਇਸ ਚੋਂ ਹਾਂ ਨਿਕਲ ਸਕਣਾ। ਉਹ ਭ੍ਰਮ ਕੀ ਕੋਈ ਤ੍ਰਿਸ਼ਨਾ ਪਗ ਪੰਕਜ, ਆਤ ਤੀਖਨ ਮੋਹ ਕੀ ਫਾਸ, ਕਾਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ। ਮੇਰੇ ਵਰਡਸ ਇੱਥੇ ਹੋ ਸਕਦੇ ਨੇ, ਕਹਿੰਦੇ ਚਰਨ ਕਮਲ ਗੁਰੂ ਦੇ ਆਸਰੇ ਤੋਂ ਬਿਨਾਂ ਜਿਹੜਾ ਨਾ ਕੋਈ ਹੁਕਮਾਂ ਦੀ ਅਸੀਂ ਕਈ ਵਾਰ ਡਿਸਕਸ ਕਰਨੇ ਪਏ ਆ ਕਿ ਬੜਾ ਬਹੁਤਾਤ ਜਗਤ ਜਿਹੜਾ ਹੈ ਨਾ ਉਹ ਆਸਤਿਕ ਹੈ, ਲੇਕਿਨ ਉਹ ਕਿਸ ਪਲੇਟਫਾਰਮ ਤੇ ਖਲੋਤਾ ਹੈ? ਉਹ ਸਤਿਗੁਰੂ ਪੁੱਛਣਾ ਮਾਰਗ ਚਾਲੀ ਤੇ ਖਲੋਤਾ ਹੈ। ਉਹ ਜੋ ਕਰਦਾ ਪਿਆ ਨਾ ਉਹ ਗੁਰੂ ਨੂੰ ਪੁੱਛ ਕੇ ਨਹੀਂ ਕਰਦਾ ਪਿਆ। ਬਹੁਤਾਤ ਸੰਸਾਰ ਉਹ ਆਪਣੇ ਵੱਲੋਂ ਹੀ ਉਹ ਕਹਿੰਦਾ ਮਨਮੁਖ ਭਗਤ ਕਰਾਂ ਬਿਨ ਸਤ, ਨੰਗੇ ਪੈਰੀ ਜਾਵਾਂਗੇ, ਰੋਟੀ ਨਹੀਂ ਖਾਵਾਂਗੇ, ਆਪਣੇ ਸਰੀਰ ਨੂੰ ਕਸ਼ਟ ਦੇਵਾਂਗੇ, ਵੀ ਧੁਨੀਆਂ ਤਪਾਵਾਂਗੇ, ਸਾਰੇ ਕਰਮ ਕਾਂਡ ਨਾ। ਗੁਰੂ ਕਹਿੰਦਾ ਅੱਛਾ ਹੁਕਮਾਂ ਦੀ ਸੋਝੀ ਗੁਰੂ ਤੋਂ ਬਿਨਾਂ ਹੋ ਨਹੀਂ ਸਕਦੀ। ਗੁਰਬਿਨ ਕਿਹਨੇ ਸਮਝ ਆਈ? ਰੱਬ ਨੂੰ ਕੀ ਪਸੰਦ ਹੈ ਨਾ ਉਹਦੇ ਵਾਸਤੇ ਸਾਡੇ ਜੀਵਨ ਵਿੱਚ, ਹੋਰ ਰੱਬ ਦੇ ਹੁਕਮ ਨੂੰ ਸਮਝ ਕੇ ਉਹਨੂੰ ਮੰਨ ਲੈਣਾ ਹੀ ਰੱਬ ਦੀ ਜਿਹੜੀ ਨਾ ਉਹ ਭਗਤੀ ਹੈ। ਭਾਰੋ ਤੋਲ ਬੇਅੰਤ ਸੁਆਮੀ, ਕਹਿੰਦੇ ਹੁਕਮ ਮਨ ਭਗਤੀ ਜਾ। ਇਹ ਹੁਕਮ ਨੂੰ ਮੰਨਣਾ ਹੀ ਉਸ ਪਰਮਾਤਮਾ ਦੀ ਭਗਤੀ ਕਰਨੀ ਹੈ। ਹਾਂਜੀ ਧੰਨਵਾਦ ਵੀਰ ਜੀ। ਬੜੀ ਸੋਹਣੇ ਤਰੀਕੇ ਨਾਲ ਆਪ ਜੀ ਨੇ ਬੜੀ ਖੂਬਸੂਰਤੀ ਦੇ ਨਾਲ ਉਦਾਹਰਨ ਦੇ ਕੇ ਆਪ ਜੀ ਨੇ ਸਮਝਾਣਾ ਕੀਤਾ ਹੈ। ਸਤਿਗੁਰ ਪੁੱਛ ਨਾ ਮਾਰਗ ਚਾਲੀ, ਸਤਿਗੁਰ ਨੂੰ ਪੁੱਛ ਕੇ ਰਸਤੇ ਤੇ ਨਹੀਂ ਟੁਰਦੇ। ਬਿਲਕੁਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਠੇਕੇਦਾਰ ਬਣ ਬੈਠੇ ਹਾਂ, ਪਰ ਅਸੀਂ ਵੀ ਇਹ ਕੰਮ ਨਹੀਂ ਕਰ ਰਹੇ। ਬਹੁਤ ਇਸ ਗੱਲ ਤੇ ਅਫਸੋਸ ਹੁੰਦਾ ਹੈ। ਠੇਕੇਦਾਰ ਤੇ ਬਣ ਬੈਠੇ ਹਾਂ, ਪਰ ਹਾਂ ਠੇਕਾ ਕੀ ਹੈਗਾ ਸਮਝ ਵਿੱਚ ਨਹੀਂ ਆਇਆ, ਕਰਨਾ ਕੀ ਹੈ ਸਮਝ ਵਿੱਚ ਨਹੀਂ ਆਇਆ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। करे भगत हर रंग अपारा, खिन में थाप थापन हारा। पिछले पद ਦੇ ਵਿੱਚ ਅਖੀਰ ਵੀ ਦੱਸਿਆ ਜਾਂਦਾ ਹੈ ਕਿ ਬਈ ਉਹ ਇੱਕ ਦਾਤਾ ਜਿਹੜਾ ਸੀ ਉਸਨੇ ਦਾਨ ਦੇ ਦਿੱਤੀ ਸਾਰੀ ਸ੍ਰਿਸ਼ਟੀ ਨੂੰ, ਮਨ ਨੂੰ, ਗੁਣਾਂ ਦੀ ਸਾਂਝ ਪਾ ਦਿੱਤੀ।
ਹੁਣ ਉਹ ਪੂਰੀ ਅੰਦਰ ਦੀ ਜਿਹੜੀ ਸ੍ਰਿਸ਼ਟੀ ਹੈ ਉਹ ਕੀ ਮੰਗਦਾ ਹੈ? ਹੁਣ ਕਰਕੇ ਕਰੇ ਭਗਤ। ਕੀ ਮੰਗਦੇ ਨੇ ਕਿ ਬਈ ਉਹਨਾਂ ਨੇ ਹੁਣ ਸਾਂਝ ਪਾਈ ਹੈ। ਕਿਸ ਚੀਜ਼ ਦੀ ਸਾਂਝ ਪਾਈ? ਉਹਨਾਂ ਨੇ ਭਗਤੀ ਕੀਤੀ ਹੈ ਉਹਦੇ ਗੁਣਾਂ ਦੀ। ਜਦੋਂ ਉਹ ਗੁਣਾਂ ਦੀ ਸਾਂਝ ਪਾ ਲਿੱਤੀ ਹੈ ਅੰਦਰ ਹੀ, ਤੇ ਉਹ ਸਾਰਾ ਜਿਹੜਾ ਉਹ ਰੰਗਿਆ ਗਿਆ, ਉਸਦੇ ਗੁਣਾਂ ਵਿੱਚ, ਉਸ ਇੱਕ ਦੇ ਵਿੱਚ ਰੰਗਿਆ ਗਿਆ। ਜਦੋਂ ਉਹ ਪੂਰੀ ਚੀਜ਼ ਅੰਦਰ ਰੰਗਿਆ ਜਾਂਦਾ ਉਸ ਇੱਕ ਦੀ ਸਾਂਝ ਤੇ ਪਾਣ ਦੇ ਨਾਲ, ਫਿਰ he becomes the creator and he becomes the destructor. ਥਾਪ is to create, ਉਥਾਪਨਹਾਰਾ is to destroy. ਹੁਣ ਅੰਦਰ ਕੀ ਥਾਪਦਾ ਤੇ ਕੀ ਉਥਾਪਦਾ? he creates a new world. ਉਹ ਇੱਕ ਆਪਣੀ ਅੱਛੀ ਸ੍ਰਿਸ਼ਟੀ ਥਾਪਦਾ ਹੈ ਜਿਹਦੇ ਅੰਦਰ ਗੁਣਾਂ ਨਾਲ ਭਰਿਆ ਹੋਇਆ, ਉਹਦੇ ਰੰਗਾਂ ਵਿੱਚ ਰੰਗਿਆ ਹੋਇਆ ਪੂਰੀ ਅੰਦਰ ਦੀ ਸ੍ਰਿਸ਼ਟੀ, ਜੀ ਜਨ ਇੰਦਰੀਆਂ ਸਾਰੀਆਂ। and he destroys, ਉਥਾਪਨਹਾਰਾ, he destroys the old world. ਜੋ ਵਿਕਾਰਾਂ ਦੇ ਵਿੱਚ ਸੀ ਉਸਨੂੰ ਡਿਸਟਰੋਏ ਕੀਤਾ and he creates a new world. ਔਰ ਉਹ ਜਿਹੜਾ ਬੇਅੰਤ ਸਵਾਮੀ ਜਿਹੜਾ ਹੈ, ਜੋ ਤਾਕਤਵਰ ਹੈ, ਜਦੋਂ ਉਹ ਮਨ ਉਸਦੇ ਹੁਕਮ ਨੂੰ ਮੰਨ ਲੈਂਦਾ ਹੈ, ਉਸਦੇ ਨਾਮ ਨੂੰ ਸਾਂਝ ਪਾ ਲੈਂਦਾ ਹੈ, ਉਸਦੇ ਹਰ ਇੱਕ ਲਾਜ਼ ਨੂੰ ਪੂਰੀ ਸਾਂਝ ਪਾ ਲੈਂਦਾ ਹੈ, ਉਹ ਮਨ ਫਿਰ ਭਗਤ ਬਣ ਜਾਂਦਾ ਹੈ। ਹਾਂਜੀ, ਧੰਨਵਾਦ ਬੁਆ ਜੀ। ਕਿੰਨੇ ਥਾਪ ਉਥਾਪਨਹਾਰਾ, ਅੰਦਰ ਦੀ ਜਿਹੜੀ ਰਚਨਾ ਅਸੀਂ ਬਣਾਈ ਬੈਠੇ ਆ, ਝੂਠ ਦਾ ਜਿਹੜਾ ਅਸੀਂ ਮਹਿਲ ਖੜਾ ਕਰਤਾ, ਉਹ ਢਾ ਕੇ ਸੱਚ ਦਾ ਮਹਿਲ। ਅਸੀਂ ਵੈਸੇ ਸੋਚਣਾ ਕਰੀਏ ਨਾ, ਮਨ ਵਿੱਚ ਅਸੀਂ ਕਈ ਕਿਸਮ ਦੇ ਝੂਠ ਦੇ ਕਿਲੇ ਬਣਾਏ ਹੋਏ ਹਨ, ਉਸੀ ਕਿਲੇ ਦੇ ਅੰਦਰ ਅਸੀਂ ਰਹਿਣਾ ਕਰਦੇ ਹਾਂ। ਜਦੋਂ ਤੱਕ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹ ਕਿਲਿਆਂ ਨੂੰ ਢਾ ਕੇ ਸੱਚ ਦੇ ਕਿਲੇ ਨਹੀਂ ਬਣਾਉਂਦੇ, ਅਸਲ ਵਿੱਚ ਤੇ ਝੂਠ ਦੇ ਕਿਲੇ ਢਾਉਣੇ ਹਨ ਤੇ ਸੱਚ ਦੇ ਕਿਲੇ ਬਣਾਉਣੇ ਹਨ। ਜਦ ਤੱਕ ਅਸੀਂ ਉਹ ਨਹੀਂ ਕਰਦੇ ਤਦ ਤੱਕ ਸਾਡਾ ਝੂਠ ਦਾ ਮਹਿਲ ਬਣਿਆ ਰਹੇਗਾ, ਅਸੀਂ ਝੂਠ ਦੇ ਮਹਿਲ ਵਿੱਚ ਰਹਿੰਦੇ ਰਵਾਂਗੇ, ਉਹੀਓ ਸਾਡਾ ਸੰਸਾਰ ਬਣਿਆ ਰਹੇਗਾ ਤੇ ਉਹੀਓ ਅਸੀਂ ਕਾਰ ਵਿਹਾਰ ਕਰਦੇ ਰਵਾਂਗੇ। ਤੇ ਸਾਡੇ ਆਪਣੇ ਵਿੱਚ ਉਹ ਸਮਰੱਥਾ ਨਹੀਂ ਕਿ ਅਸੀਂ ਆਪਣੇ ਬਲ ਕਰਕੇ, ਆਪਣੇ ਮਨ ਦੇ ਬਲ ਕਰਕੇ ਅਸੀਂ ਉਨ ਝੂਠ ਦੇ ਕਿਲਿਆਂ ਨੂੰ ਢਾ ਸਕੀਏ ਤੇ ਸੱਚ ਦੇ ਕਿਲੇ ਨੂੰ ਉਸਾਰ ਸਕੀਏ, ਬਣਾ ਸਕੀਏ। ਜਦੋਂ ਤੱਕ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਾਂਗੇ, ਸਾਡੇ ਝੂਠ ਦਾ ਸੰਸਾਰ ਜਿਹੜਾ ਹੈ ਉਹ ਮੁੱਕੇਗਾ ਨਹੀਂ ਤੇ ਸੱਚ ਦੇ ਸੰਸਾਰ ਵਿੱਚ ਵਸੇਵਾ ਨਹੀਂ ਹੋਏਗਾ। ਅਸੀਂ ਝੂਠ ਦਾ ਸੰਸਾਰ ਬਣਾਇਆ ਹੋਇਆ, ਉਸ ਝੂਠ ਦੇ ਸੰਸਾਰ ਵਿੱਚੋਂ ਨਿਕਲ ਕੇ ਸੱਚ ਦੇ ਸੰਸਾਰ ਵਿੱਚ ਆਈਏ, ਸੱਚ ਵਿੱਚ ਆਈਏ ਕਿ ਸਾਡਾ ਜੀਵਨ ਅੰਮ੍ਰਿਤਮਈ ਹੋ ਸਕੇ। ਧੰਨਵਾਦ ਬੁਆ ਜੀ। ਅਰਵਿੰਦਰ ਵੀਰ ਜੀ, 3 ਪਦਿਆਂ ਦਾ ਪਾਠ ਹੋਇਆ, ਬੇਨਤੀ ਹੈ ਆਪ ਜੀ ਗਾਇਨ ਕਰ ਲਿਆ ਜੇ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। ਤੇਰੀ ਦਾਤ ਤੁਝ ਹੈ ਤੇ ਹੋਵੇ, ਦੇ ਦਾਨ ਸਭ ਸਹਿ ਜੰਤ ਲੋਵੇ, ਟੋਟ ਨ ਆਵੇ ਪੂਰ ਭੰਡਾਰੇ, ਤ੍ਰਿਪਤ ਰਹੇ ਆਘੀ ਜਾਹੇ, ਜਾਚੈ ਸਿਧ ਸਾਧਿਕ ਬਨਵਾਸੀ, ਜਾਚੈ ਜਤੀ ਸਤੀ ਸੁਖ ਵਾਸੀ, ਇਕ ਦਾਤਾਰ ਸਗਲ ਹੈ ਜਾਚਕ, ਦੇਹ ਦਾਨ ਸ੍ਰਿਸ਼ਟੀ ਜਾਹੇ, ਕਰਹਿ ਭਗਤ ਅਰ ਰੰਗ ਅਪਾਰਾ, ਖਿਨ ਮਹਿ ਥਾਪ ਉਥਾਪਨ ਹਾਰਾ, ਪਾਰੋ ਤੋਲ ਬੇਅੰਤ ਸੁਆਮੀ, ਹੁਕਮ ਮਾਨ ਭਗਤੀ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਫੁੱਲਾਂ ਦੀ ਕਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤਜਿੰਦਰ ਵੀਰ ਜੀ, ਸਵਾਲ ਲੈ ਲਿਆ ਜੇ। ਜਸਵਿੰਦਰ ਸਿੰਘ ਵੀਰ ਜੀ ਨੇ ਹੱਥ ਰੇਸ ਕੀਤਾ
ਤੇ ਨਾਲ ਗੁਰਵਿੰਦਰ ਵੀਰ ਜੀ ਨੇ ਵੀ ਹੱਥ ਰੇਸ ਕੀਤਾ। ਪਹਿਲੇ ਜਸਵਿੰਦਰ ਵੀਰ ਜੀ ਦੇ ਆਡੀਓ ਔਨ ਕਰ ਦਿਓ ਜੀ। ਜੀ ਆਡੀਓ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹੁਣੇ ਭੂਆ ਜੀ ਨੇ ਇੱਕ ਗੱਲ ਕਹੀ, ਉਹ ਥਾਪ ਉਥਾਪਨ ਹਾਰਾ ਹੁਕਮ 'ਚ ਰਹਿ ਕੇ ਥਾਪ ਉਥਾਪਨ ਹਾਰਾ ਬਣ ਜਾਂਦਾ ਹੈ। ਮੈਨੂੰ ਇੱਕ ਮਨ 'ਚ ਐਵੇਂ ਖਿਆਲ ਆਇਆ ਕਿ ਭੂਆ ਜੀ ਨੇ ਬੜੀ ਵੱਡੀ ਗੱਲ ਕਰ ਦਿੱਤੀ। ਦੇਖੋ ਵੀਰ ਜੀ, ਥਾਪ ਉਥਾਪਨ ਹਾਰਾ ਮਤਲਬ ਕਿ ਉਹ ਉਤਪੰਨ ਵੀ ਕਰ ਸਕਦਾ ਤੇ ਉਹ ਮਾਰ ਵੀ ਸਕਦਾ ਹੈ। ਅਸੀਂ ਜਿੱਦਾਂ ਗੁਰੂ ਸਾਹਿਬ ਦੇ ਹੁਕਮ 'ਚ ਰਹਿ ਕੇ, ਅਕਾਲ ਪੁਰਖ ਦੇ ਹੁਕਮ 'ਚ ਰਹਿ ਕੇ ਜਿੱਦਾਂ ਜਿੱਦਾਂ ਵੱਡੇ ਹੁੰਦੇ ਹਾਂ, ਜਿੱਦਾਂ ਜਿੱਦਾਂ ਸਾਹ ਲੈਂਦੇ ਹਾਂ, ਬਾਕੀ ਕਿਰਿਆਵਾਂ ਕਰਦੇ ਹਾਂ ਹੁਕਮ 'ਚ ਰਹਿ ਕੇ, ਤੇ ਅਸੀਂ ਵੀ ਥਾਪ ਉਥਾਪਨ ਹਾਰਾ ਬਣ ਜਾਂਦੇ ਹਾਂ। ਕਿਉਂਕਿ ਦੇਖੋ, ਇਨਸਾਨ ਨੂੰ ਅੱਗੇ ਕ੍ਰੀਏਸ਼ਨ ਕਰ ਦਿੰਦਾ ਹੈ, ਚਿੜੀਆਂ ਨੂੰ ਅੱਗੇ ਕ੍ਰੀਏਸ਼ਨ ਦੇ ਦਿੰਦੀਆਂ ਨੇ, ਪੰਛੀ ਨੂੰ ਅੱਗੇ ਕ੍ਰੀਏਸ਼ਨ ਦੇ ਦਿੰਦਾ ਹੈ। ਮੇਰੇ ਖਿਆਲ ਨਾਲ ਮੇਰੇ ਮਨ 'ਚ ਐਵੇਂ ਛੋਟਾ ਜਿਹਾ ਖਿਆਲ ਆਇਆ ਕਿ ਸ਼ਾਇਦ ਅਸੀਂ ਵੀ ਉਹ ਥਾਪ ਉਥਾਪਨ ਵਾਲਾ ਹਿੱਸਾ ਬਣ ਜਾਂਦੇ ਹਾਂ, ਉਹਦੇ ਹੁਕਮ 'ਚ ਰਹਿ ਕੇ, ਉਹਦੇ ਹਿਸਾਬ ਨਾਲ ਚੱਲ ਕੇ ਅਸੀਂ ਵੀ ਇੱਕ ਸ੍ਰਿਸ਼ਟੀ ਨੂੰ ਚਲਾਉਣ ਦਾ ਹਿੱਸਾ ਬਣ ਜਾ ਰਹੇ ਹਾਂ। ਬਹੁਤ ਵੱਡੀ ਗੱਲ ਕਰਤੀ ਭੂਆ ਜੀ ਤੇ, ਬਹੁਤ ਬਹੁਤ ਧੰਨਵਾਦ। ਬਸ ਮਾੜਾ ਜਿਹਾ ਖਿਆਲ ਆਇਆ ਸੀ, ਮੈਂ ਕਿਹਾ ਸ਼ੇਅਰ ਕਰ ਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵੀਰ ਜੀ, ਬੜਾ ਡੂੰਘਾ ਵਿਸ਼ਾ ਹੈ। ਅਸੀਂ ਸੋਚੀਏ ਨਾ, ਸ਼੍ਰੀ ਰਾਗ ਵਿੱਚ ਇੱਕ ਪਹਿਲਾ ਸ਼ਬਦ ਆਉਂਦਾ, ਸ਼੍ਰੀ ਰਾਗ ਮਹਿਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ ਹੈ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਇਹ ਮੇਰੇ ਕਰਮ ਹਨ ਸਾਰੇ। ਇਹ ਸ਼ਬਦ ਦੁਬਾਰਾ ਅਸੀਂ ਪੜ੍ਹੀਏ ਨਾ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ, ਠੱਗ ਕੇ ਖਾ ਰਿਹਾ, ਮੁਰਦਾਰ ਨੂੰ ਖਾ ਰਿਹਾ, ਮਾਨੋ ਲੋਕਾਂ ਨੂੰ ਠੱਗ ਕੇ ਖਾਣਾ, ਮੁਰਦਾਰ ਖਾਣਾ ਹੈ। ਪਰਾਈ ਨਿੰਦਾ ਕਰਨਾ, ਪਰ ਮਲ ਮੁਖ ਸੁਧੀ, ਸੁਧੀ ਤੋਂ ਭਾਵ ਨਿਰੀ ਇਹੋ ਗੱਲਾਂ ਮੇਰੀਆਂ ਬਣੀਆਂ। ਅਗਨ ਕ੍ਰੋਧ ਚੰਡਾਲ ਮੇਰੇ ਅੰਦਰ ਬੈਠਾ ਹੈ। ਰਸ ਕਸ ਆਪ ਸਲਾਣਾ, ਆਪ ਸਲਾਣਾ ਮਤਲਬ ਆਪਣੀ ਵਡਿਆਈ ਕਰੇ ਜਾਣਾ, ਮੈਂ ਕੀਤਾ, ਆਪ ਸਲਾਣਾ, ਇਹ ਕਰਮ ਮੇਰੇ ਕਰਤਾਰ, ਇਹ ਮੇਰੇ ਕਰਤਾਰ, ਇਹ ਮੇਰੇ ਕਰਮ ਬਣੇ ਹੋਏ ਹਨ। ਇਹ ਕਰਮ ਜਿਹੜੇ ਹੈਗੇ, ਇਹੋ ਜਿਹੇ ਕਰਮ ਮੈਂ ਕਰੀ ਜਾ ਰਿਹਾ। ਤੇ ਇਸ ਸਫਰ ਤੋਂ ਅਸੀਂ ਉਸ ਸਫਰ ਵਿੱਚ ਆਣਾ ਕਿ ਜਿਹੜੇ ਅਸੀਂ ਉਸ ਪਰਮਾਤਮਾ ਦੇ ਗੁਣ ਗਾ ਸਕੀਏ। ਨਾਨਕ ਸਾਚੇ ਕੋ ਸੱਚ ਜਾਣ, ਉਸ ਸੱਚੇ ਨੂੰ ਸੱਚ ਕਰਕੇ ਜਾਣਾ, ਇਹੋ ਜਿਹੀ ਸਾਡੇ ਕਰਮ ਬਣ ਜਾਣ। ਇਹ ਸਫਰ ਸਾਡਾ ਹੀ ਹੋਵੇ। ਪਹਿਲੇ ਪਿਆਰ ਲਗਾ ਥਨ ਦੁੱਧ, ਜੰਮਦੇ ਸਾਰ ਪਿਆਰ ਪੈ ਗਿਆ, ਦੂਜੇ ਮਾਏ ਬਾਪ ਕੀ ਸੁਧ। ਸੰਸਾਰ ਦਾ ਪਿਆਰ ਜਿਹੜਾ ਸਾਨੂੰ ਜੰਮਦੇ ਸਾਰ ਪੈਣਾ ਆਰੰਭ ਹੋ ਗਿਆ। ਅਸੀਂ ਮੈਲ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ, ਇੰਨੀ ਮੈਲ ਇਕੱਠੀ ਕਰ ਲਈ, ਨਾ ਜਾਣੇ ਕਿੰਨੀ ਜਨਮਾਂ ਦੀ ਮੈਲ ਸਾਡੇ ਮਨ ਨੂੰ ਚੜ ਬੈਠੀ। ਜਨਮ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਜੂਨਾਂ ਵਿੱਚ ਅਸੀਂ ਭਟਕ ਲਿਆ, ਕਿੰਨੀਆਂ ਮੈਲ ਅਸੀਂ ਆਪਣੇ ਮਨ ਤੇ ਚੜਾ ਲਈ। ਤੇ ਥਾਪ ਉਥਾਪਨ ਹਾਰਾ, ਕਿੰਨੇ ਥਾਪ ਉਥਾਪਨ ਹਾਰਾ, ਬੜਾ ਡੂੰਘਾ ਵਿਸ਼ਾ ਹੈ ਜਿਹੜਾ ਭੂਆ ਜੀ ਨੇ ਇਸ਼ਾਰਾ ਮਾਤਰ ਦਿੱਤਾ ਸੀ ਉਸ ਬਾਬਤ। ਬਿਲਕੁਲ ਸਫਰ ਝੂਠ ਤੋਂ ਸੱਚ ਤੱਕ ਪਹੁੰਚਣ ਦਾ ਸਫਰ ਹੈ। ਉਸ ਬਾਬਤ ਬੜੇ ਖੁੱਲ ਕੇ ਵਿਚਾਰ ਹੋ ਸਕਦੇ ਹਨ, ਬੜੇ ਚੰਗੇ ਵਿਚਾਰ ਹੋ ਸਕਦੇ ਹਨ, ਤੇ ਗੁਰੂ ਸਾਹਿਬ ਸਾਨੂੰ ਉਸੇ ਸਫਰ ਤੇ ਲੈ ਕੇ ਚੱਲਦੇ ਹਨ। ਗੁਰਵਿੰਦਰ ਵੀਰ ਜੀ ਨੇ ਵੀ ਹੱਥ ਰੇਸ ਕੀਤਾ ਸੀ। ਗੁਰਵਿੰਦਰ ਵੀਰ ਜੀ, ਆਪ ਜੀ ਨੂੰ ਵੀ ਬੇਨਤੀ ਹੈ, ਆਪ ਜੀ ਆਪਣੀ ਆਡੀਓ ਔਨ ਕਰ ਲਿਆ ਜੇ। ਵੀਰ ਜੀ ਅਨਮਿਊਟ ਕਰਤਾ ਤੁਹਾਨੂੰ, ਆਪ ਜੀ ਨੂੰ ਆਪਣੀ ਆਡੀਓ ਆਪ ਔਨ ਕਰਨੀ ਪੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ਬਦ ਹੁਣੇ ਆਪ ਜੀ ਨੇ ਕੀਤਾ ਸੀ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏ ਖਾਏ। ਮੈਂ ਭੂਆ ਜੀ ਤੇ ਵੀਰ ਇਕਬਾਲ ਜੀ ਕੋਲੋਂ ਚਾਹਾਂਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਵੀਰ ਜੀ, ਆਪ ਜੀ ਪਲੀਜ਼ ਸਾਂਝ ਪਾਇਆ ਜੇ, ਦੇਂਦਾ ਦੇ ਲੈਂਦੇ ਥੱਕ ਪਾਏ। इकबाल वीर जी शायद बिजी हैं। पुआ जी आप जी अपनी ऑडियो ऑन करके थोड़ा सा खोल दिया जाए इस शब्द में। देंदा दे लैंदे थक पाए, जुगा जुगंतर खाए खाए। जेड़ा गलती सानू जेड़ी पै रही है ना, थक दे उपर, देंदा दे लैंदे थक पाए। तकरीबन असी यही सोचते हैं कि असी वो सानू देंदा दे रहा है ते असी लैके असी थक जांदे, पर वो फिर भी देंदा जांदा है।
पर अगर ਅਸੀਂ ਥੋੜਾ ਜਿਹਾ ਡੂੰਘਾ ਵਿਚਾਰ ਕਰੀਏ ਕਿ ਅਸੀਂ do our desires finish, ਅਸੀਂ ਥੱਕ ਜਾਂਦੇ ਹਾਂ ਸਾਨੂੰ ਜਦੋਂ ਦਿੰਦਾ ਹੈ ਤੇ ਕਿ ਅਸੀਂ ਥੱਕ ਜਾਂਦੇ do our desires finish? No, ਸਾਡੇ desires keep on and on. ਇਹਦਾ ਮਤਲਬ ਕਿ ਜਿਹੜਾ ਉਹ ਥੱਕ ਹੈਗਾ there's a different meaning to it. ਥੱਕ is the stability. ਥੱਕ ਦਾ ਅਰਥ ਹੈ stability. ਦੇਂਦਾ ਦੇ ਲੈਂਦੇ ਥੱਕ ਪਾਏ, ਜਦੋਂ ਸਾਨੂੰ ਦਿੰਦਾ ਹੈ ਕੀ ਦਿੰਦਾ ਜਦੋਂ ਸਾਨੂੰ ਉਹ ਆਪਣੀ ਗੁਣ ਦਿੰਦਾ ਹੈ, ਜਦੋਂ ਸਾਨੂੰ ਉਸ ਕੋਲ ਕੀ ਹੈ, ਉਸ ਕੋਲ ਗੁਣ ਹੈ, ਉਸਦਾ ਹੁਕਮ, ਉਸਦਾ ਨਿਯਮ, ਉਸਦੀ ਸਿੱਖਿਆ, ਜਦੋਂ ਅਸੀਂ ਉਹ ਲੈਂਦੇ ਹਾਂ ਸਾਡਾ ਮਨ ਸਟੇਬਲ ਹੋ ਜਾਂਦਾ ਹੈ, ਸਾਡਾ ਮਨ ਸਟੇਬਲ ਹੋ ਜਾਂਦਾ ਹੈ ਉਹਦੇ ਗੁਣਾਂ ਨੂੰ ਲੈ ਕੇ। ਸੋ ਆਈ ਥਿੰਕ ਦ ਮੀਨਿੰਗ ਆਫ ਦਿਸ ਅਸੀਂ ਲੋਕਾਂ ਨੇ ਸਭ ਕੋਈ ਅਲੱਗ ਹੀ ਮੀਨਿੰਗ ਕੱਢ ਲਿੱਤਾ ਹੈ। ਦੇਂਦਾ ਦੇ, ਉਹ ਕੀ ਦਿੰਦਾ ਹੈ, ਉਹ ਸਾਨੂੰ ਖਾਲੀ ਗੁਣ ਦਿੰਦਾ ਹੈ, ਉਹ ਗੁਣਾਂ ਦਾ ਸੰਗ੍ਰਹਿ ਹੈ, ਉਹ ਸਾਨੂੰ ਵਿਜ਼ਡਮ ਦਿੰਦਾ ਹੈ, ਨੌਲੇਜ ਹੀ ਦਿੰਦਾ ਹੈ, ਸਿੱਖਿਆ ਦਿੰਦਾ ਹੈ। ਉਹ ਜਦੋਂ ਸਾਨੂੰ ਇਹ ਚੀਜ਼ਾਂ ਦਿੰਦਾ ਤੇ ਸਾਡਾ ਮਨ ਜਿਹੜਾ ਥੱਕ ਜਾਂਦਾ ਹੈ, ਗਮ ਸਟੇਬਲ। I think this is what I make out. ਆਪ ਜੀ ਨੇ ਕੋਟ ਦ੍ਰਿਸ਼ਟਾਂਤ ਦਿੱਤਾ ਹੈ, ਦਿੰਦਾ ਦੇ ਲੈਂਦੇ ਥੱਕ ਪਾਏ। ਧੰਨਵਾਦ ਭੂਆ ਜੀ। ਜੀ ਇਕਬਾਲ ਵੀਰ ਜੀ, ਆਪ ਜੀ ਸਾਂਝ ਪਾਇਆ ਜੀ। ਜੀ ਇਹ ਸ਼ਬਦ ਹੀ ਵਿਚਾਰ ਹੈ ਜੀ, ਇਹ ਮੈਂ ਸੁਣਿਆ ਨਹੀਂ ਸੀ ਜੀ ਵੀਰ ਜੀ। ਦਿੰਦਾ ਦੇ ਲੈਂਦੇ ਸਵਾਲ ਥੱਕ ਕੀ ਹੈ? ਪਾਏ ਜੁਗਾ ਜੁਗੰਤਰ ਕਾਈ ਕਾਏ। ਖਾਹੀਂ ਇਸ ਦੀ ਬੇਨਤੀ ਆਈ ਹੈ ਆਪ ਜੀ ਫਸਲ ਦੇ ਜੀ, ਵਿਚਾਰ। ਠੀਕ ਹੈ ਜੀ। ਦਿੰਦਾ ਦੇ ਲੈਂਦੇ ਥੱਕ ਪਾਏ। ਦਿੰਦਾ ਪਰਮਾਤਮਾ ਹਾਂ, ਲੈਣ ਵਾਲੇ ਜੀਵ ਹਾਂ। ਪਾਹੇ ਜਿਹੜੇ ਪ੍ਰਾਪਤ ਕਰ ਲੈਂਦੇ ਆ, ਜਿਹੜੀਆਂ ਉਹਦੀਆਂ ਦਾਤਾਂ ਨੂੰ ਪ੍ਰਾਪਤ ਕਰ ਲੈਂਦੇ ਆ। ਸਾਡਾ ਤਨ ਔਰ ਮਨ ਦੀ ਗੱਲ ਹੈ। ਥੱਕ ਪਾਹੇ ਉਹੀ ਹੁੰਦੇ ਆ ਜਿਹੜੇ ਭਾਵ ਕੇ ਜਿਹੜੇ ਪ੍ਰਾਪਤ ਕਰ ਲੈਂਦੇ ਹਨ, ਪਰ ਜਿਹੜੇ ਦਾਤ ਰੱਜਦੇ ਨਹੀਂ ਹਨ, ਜਿਨ੍ਹਾਂ ਦੀ ਮਨ ਦੀ ਤ੍ਰਿਸ਼ਨਾ ਜਿਹੜੀ ਭੁੱਖ ਉਤਰਦੀ ਹੀ ਨਹੀਂ ਹੈ, ਉਹ ਰਜੋ ਤਮੋ ਸਤੋ ਚ ਹੁੰਦੇ। ਜਿਹੜੇ ਚੌਥੇ ਪਦ ਵਾਲੇ ਆ, ਜਦੋਂ ਉਹ ਗੁਣਾਂ ਦੀ ਦਾਤ ਚੌਥੇ ਪਦ ਵਾਲੇ ਲੈ ਲੈਂਦੇ ਹਨ ਤੇ ਉਹ ਜਿਹੜੇ ਹੈਗੇ ਆ ਸਬਰ ਸਹਿਜ ਸੰਤੋਖ ਦੇ ਵਿੱਚ ਰਹਿੰਦੇ ਹਨ, ਉਹਨਾਂ ਨੂੰ ਕਹਿੰਦੇ ਆ ਲੈਂਦੇ ਥੱਕ ਪਾਏ। ਪਰ ਹੈ ਮਿਰਲੇ ਜਿਹੜੇ ਗੁਰੂ ਦੇ ਨਾਲ ਜੁੜ ਕੇ ਰਜੋ ਤਮੋ ਤੋਂ ਉੱਪਰ ਉੱਠ ਲੈਂਦੇ ਹਨ, ਤੇ ਉਹ ਜਿਹੜੇ ਜੀਵ ਹਨ ਉਹ ਫਿਰ ਸਬਰ ਸੰਤੋਖ ਸਹਿਜ ਦੀ ਜੀਵਨ ਅਵਸਥਾ ਵਿੱਚ ਵਿਚਰਦੇ ਹਨ। ਉਹਨੂੰ ਕਹਿੰਦੇ ਹਨ ਲੈਂਦੇ ਥੱਕ ਪਾਏ। ਪਰ ਪਰਮਾਤਮਾ ਜਿਹੜਾ ਹੈ ਦਾਤਾਂ ਦੇਣ ਵਾਲਾ ਹੈ। ਉਹ ਤਨ ਨੂੰ ਵੀ ਦਾਤਾਂ ਦਿੰਦਾ ਹੈ, ਮਨ ਨੂੰ ਵੀ ਦਿੰਦਾ ਹੈ। ਕੇਵਲ ਇੱਥੇ ਮਨ ਦੀ ਨਹੀਂ ਹੈ, ਤਨ ਔਰ ਮਨ ਦੋਨਾਂ ਦੀ ਗੁਰਬਾਣੀ ਗੱਲ ਕਰਦੀ ਹੈ। ਇੱਥੇ ਵੀ ਗੱਲ ਹੈ, ਉਹਨੂੰ ਗਾਉਂਦਾ ਹੈ, ਉਸਦੇ ਗੁਣਾਂ ਨੂੰ ਗਾਉਂਦਾ ਹੈ, ਕੋਈ ਉਸ ਦੀਆਂ ਦਾਤਾਂ ਨੂੰ ਵੀ ਉਸਦੇ ਸ਼ੁਕਰਾਨੇ ਵਜੋਂ ਲੈ ਕੇ ਗਾਉਂਦਾ ਹੈ। ਹੁਣ ਜਿਹੜਾ ਰਜੋ ਤਮੋ ਸਤੋ ਨੂੰ ਉੱਪਰ ਉੱਠਦਾ ਹੈ, ਕਿਉਂਕਿ ਸੂਮੇ ਕੋ ਧਨ ਰਾਖਨ ਕੋ ਦੀਆ ਮੋਦ ਕਹੇ ਧਨ ਮੋਰਾ। ਇਹ ਤਾਂ ਸੂਮ ਜਿਹੜਾ ਹੈਗਾ ਉਹ ਸੰਭਾਲੀ ਹੀ ਜਾਂਦਾ ਹੈ, ਸੰਭਾਲੀ ਜੀ ਹੀ ਜਾਂਦਾ, ਉਹ ਥੱਕਦਾ ਹੀ ਨਹੀਂ ਹੈਗਾ। ਥੱਕ ਪਾਏ ਵਾਲੀ ਅਵਸਥਾ ਕੇਵਲ ਤੇ ਕੇਵਲ ਚੌਥੇ ਪਦ ਦੀ ਹੈ। ਇਹ ਸੰਸਾਰ ਜਿਹੜਾ ਹੈ ਇਹ ਰਜੋ ਤਮੋ ਸਤੋ ਗੁਣ ਵਿੱਚ ਹੈ। ਇਸ ਕਰਕੇ ਇਹ ਸੰਸਾਰ ਦੀ ਜਿਹੜੀ ਦਾਤ ਹੈ ਇਹ ਦਿੰਦੇ ਹੈ, ਇਹ ਲੈਂਦੇ ਥੱਕਦੇ ਨਹੀਂ ਹੈ। ਸੰਸਾਰ ਜਿਹੜਾ ਰਜੋ ਤਮੋ ਸਤੋ ਗੁਣ ਵਾਲਾ ਬੰਦਾ ਹੈ ਉਹ ਹਮੇਸ਼ਾ ਹੀ ਮੰਗਤਾ ਹੀ ਬਣਿਆ ਰਹਿੰਦਾ ਹੈ, ਉਹ ਥੱਕਦਾ ਹੀ ਨਹੀਂ ਹੈ। ਭਾਵ ਰਜੋ ਤਮੋ ਸਤੋ ਗੁਣ ਤੋਂ ਉੱਪਰ ਉੱਠ ਕੇ ਜੀਵ ਜਿਹੜਾ ਹੈਗਾ ਸਹਿਜ ਸਬਰ ਸੰਤੋਖ ਦੀ ਅਵਸਥਾ ਵਿੱਚ ਜਦੋਂ ਪਹੁੰਚਦਾ ਉਹ ਥੱਕ ਪੈਂਦਾ। ਉਹ ਚਾਹੇ ਉਹ ਕਿਉਂ ਨਾ ਉਹਦੇ ਕੋਲ ਪੂਰੀਆਂ ਦਾਤਾਂ ਉਹਨੂੰ ਪੂਰੇ ਰਸ ਕਸ ਨਾ ਵੀ ਹੋਣ, ਤਾਂ ਵੀ ਉਹ ਸ਼ੁਕਰਾਨੇ ਵਜੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੋਇਆ ਸਹਿਜ ਸਬਰ ਸੰਤੋਖ ਦੇ ਨਾਲ ਜੀਵਨ ਜਿਉਂਦਾ ਹੈ। ਜੀ ਧੰਨਵਾਦ ਇਕਬਾਲ ਵੀਰ ਜੀ। ਆਪ ਜੀ ਨੇ ਤਨ ਮਨ ਦੋਨੋਂ ਦਾ ਹੀ ਜ਼ਿਕਰ ਕੀਤਾ। ਰਵਿੰਦਰ ਵੀਰ ਜੀ, ਆਪ ਜੀ ਸਾਥ ਪਾਇਆ ਜੇ ਦਿੰਦਾ ਦੇ ਲੈਂਦੇ ਤੱਕ ਪਾਏ। ਤੇ ਇੱਕ ਹੋਰ ਸ਼ਬਦ ਆਂਦਾ ਹੈ, ਗੁਰਬਾਣੀ ਦਾ ਸ਼ਬਦ ਹੈ, ਸੋਹੀ ਕਬੀਰ ਜੀ ਕੀ ਥਾਕੇ ਨੈਣ श्रवण सुन थाके थाकी सुंदर काया
ਜਰਾ ਹਾਕ ਦੀ ਸਭ ਮਤ ਥਾ ਕੀ ਏਕ ਨ ਥਾਕ ਸਮਾਇਆ। ਉਹ ਇੱਕ ਫਰੀਦ ਸਾਹਿਬ ਦਾ ਵੀ ਖੋਰ ਹੁੰਦਾ ਹੈ, ਉਹ ਕਹਿੰਦਾ ਚੱਬਨ ਚਲਨ ਰਤਨ ਸੇ ਸੁਨੀਅਰ ਬਹਿ ਗਏ। ਚੱਬਨ ਦੰਦ ਜਿਹਨਾਂ ਅਸੀਂ ਚਬਾਨੇ ਆ, ਚੱਬਨ ਚਲਨ ਪੈਰ, ਰਤਨ ਸੇ ਅੱਖਾਂ, ਚੱਬਨ ਚਲਨ ਰਤਨ ਸੇ ਸੁਨੀਅਰ ਕੰਨ ਬਹਿ ਗਏ। ਹੇੜੇ ਮੁੱਤੀ ਧਾਈ ਸੇ ਜਾਨੀ ਚੱਲ ਗਏ। ਅਸੀਂ ਉਹਨੂੰ ਭੋਗ ਕੇ ਨਾ ਅੱਛਾ, ਇਹ ਜਿਹੜਾ ਸ਼ਬਦ ਵੀ ਨਾ ਵੀ ਉਹ ਜਿਹੜਾ ਸ਼ਬਦ ਹੈ ਵੀ ਥਾਕੇ ਨੈਣ ਸ਼ਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਤਾਂ ਪਾਓ ਬੁਢੇਪਾ। ਜਦੋਂ ਜਰਾ ਇਸ ਬੁਢੇਪਾ, ਜੋ ਬੁਢੇਪਾ ਆ ਜਾਂਦਾ ਨਾ, ਕਹਿੰਦਾ ਜਰਾ ਹਾਕ ਦੀ ਸਭ ਮਤ ਥਾਕੀ, ਕਹਿੰਦਾ ਏਕ ਨਾ ਥੱਕ ਸਮਾਇਆ। ਜਿਹੜਾ ਭੌਜੀ ਗੱਲ ਕਰਦੇ ਮੈਨੂੰ ਬਿਲਕੁਲ ਠੀਕ ਹੈ ਕਿ ਸਾਡਾ ਮਨ ਭਰਦਾ ਨਹੀਂ, ਲੇਕਿਨ ਸਾਡੀਆਂ ਗਿਆਨ ਇੰਦਰੀਆਂ ਹੁਣ ਇਹਨਾਂ ਨੂੰ ਲੈਣ ਤੋਂ ਥੱਕ ਜਾਂਦੀਆਂ ਨੇ। ਉਹ ਜਿਹੜੀਆਂ ਕਹਿੰਦੇ ਨੇ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਕਹਿੰਦੇ ਜਬ ਲਗ ਪ੍ਰਾਣੀ ਤਬ ਲਗ ਪ੍ਰਾਣੀ ਤਿਸੇ ਸਰੇਵੋ, ਜਬ ਲਗ ਘਟ ਮੈਂ ਸਾਸਾ। ਉਸ ਪਰਮਾਤਮਾ ਨੂੰ ਤੇਰੇ ਸਭ ਨਾਲ ਉਹ ਤੇ ਮਾਲਕ ਦਿੰਦਾ ਦੇ ਲੈਂਦੇ ਥੱਕ, ਅਸੀਂ ਖਤਮ ਹੋ ਜਾਵਾਂਗੇ। ਥੱਕ ਪਾਏ ਤੋਂ ਇੱਥੇ ਜਿਹੜਾ ਮੈਨੂੰ ਸਮਝ ਆ ਰਹੀ ਨਾ ਗੱਲ, ਤੋਂ ਪਰਸਪੈਕਟਿਵਸ ਨੇ ਵੱਖ-ਵੱਖ, ਤੇ ਇਹ ਹੈ ਹੀ ਫਲਸਫਾ ਹੈ ਤੇ ਫਲਸਫੇ ਦੇ ਤੇ ਵੱਖ-ਵੱਖ ਪਰਸਪੈਕਟਿਵਸ ਮੇਰੇ ਖਿਆਲ ਹੋ ਸਕਦੇ ਨੇ। ਸਾਨੂੰ ਗੁਰਬਾਣੀ ਤੋਂ ਹੋਰ ਪ੍ਰੋੜਤਾ ਕਰਕੇ ਨਾ ਹੋਰ ਜੇ ਸਮਝ ਆ ਜਾਵੇ, ਤੇ ਜੇ ਕਿਸੇ ਹੋਰ ਸ਼ਬਦ ਦੇ ਰਾਹੀਂ ਦੂਜੇ ਤੀਜੇ ਪ੍ਰਮਾਣਿਕਤਾ ਮਿਲਣ ਦੇ ਨਾਲ, ਪ੍ਰਸੰਗ ਜੁੜਨ ਦੇ ਨਾਲ ਜੇ ਸਾਨੂੰ ਕੋਈ ਸਮਝ ਆ ਜਾਵੇ, ਤੇ ਵੀ ਸ਼ੁਡ ਚੇਂਜ ਆਲਸੋ। ਬਾਕੀ ਤੇ ਹੈ ਦੇ ਪਰਸਪੈਕਟਿਵਸ ਨੇ, ਜਿੱਥੇ ਤੱਕ ਮੈਨੂੰ ਸਮਝ ਆ ਰਹੀ ਮੈਂ ਸ਼ੇਅਰ ਕਰਨਾ ਪਿਆ ਵੀ ਅਸੀਂ ਖਤਮ ਹੋ ਜਾਵਾਂਗੇ। ਉਹ ਦਿੰਦਾ ਦੇ, ਉਹ ਕਹਿੰਦੇ ਜੁਗਾਂ ਤੋਂ ਜਿਤਨੇ ਜੀ ਪੈਦਾ ਹੋਏ ਨੇ ਉਹ ਤੇ ਖਾਈ ਜਾਂਦੇ ਪਏ ਨੇ। ਹਾਂ, ਤੇਰੀ ਸਮਰੱਥਾ ਖਤਮ ਹੋ ਗਈ, ਤੇਰੀ ਉਮਰ ਵੀ ਖਤਮ ਹੋ ਗਈ, ਤੇਰੀ ਜ਼ਿੰਦਗੀ ਵੀ ਖਤਮ ਹੋ ਗਈ। ਉਸ ਮਾਲਕ ਦੀਆਂ ਦਾਤਾਂ ਕਦੇ ਨਹੀਂ ਮੁੱਕੀਆਂ, ਨਾ ਮੁੱਕੀਆਂ ਨੇ ਤੇ ਨਾ ਮੁੱਕਣਗੇ। ਜੋ ਨੇ ਕਹਿੰਦੇ ਜੋ ਕੁਝ ਪਾਇਆ ਸੋ ਇੱਕ ਵਾਰ ਥਾਕੀ ਤੋਂ ਜਿਹੜਾ ਮਰਤਬਾ ਖਤਮ ਹੋ ਗਿਆ। ਤੂੰ ਜਿਹੜਾ ਇਹ ਵੀ ਸ਼ਬਦ ਜਿਹੜਾ ਉਹ ਬੜਾ ਕਹਿੰਦਾ ਵੀ ਥਾਕੇ ਨੈਣ ਸ਼ਰਵਨ ਸੁਨ ਥਾਕੇ, ਹੁਣ ਕੰਨਾਂ ਨੂੰ ਸੁਣਨਾ ਘੱਟ ਹੋ ਗਿਆ। ਹੁਣ ਅੱਖਾਂ ਨੂੰ ਵੀ ਜੇ ਆਏ 53 ਜਦੋਂ ਆਈ ਰੀਅਲਾਈਜ਼ ਕੀ ਹੁਣ ਉਹ ਅੱਖਾਂ ਵਿੱਚ ਉਹ ਜੋ ਪਹਿਲਾਂ ਹੁਣ ਉਹ ਚਸ਼ਮਾ ਲੱਗਦਾ ਹੈ, ਜੇ ਨੇੜੇ ਦਾ ਦੇਖਣਾ ਹੈ ਤੇ ਚਸ਼ਮਾ ਕੱਢਣਾ ਪੈਂਦਾ ਹੈ ਕਿਉਂਕਿ ਨੈਗੇਟਿਵ ਨੰਬਰ ਵਾਲਾ ਚਸ਼ਮਾ ਹੈ। ਤੇ ਇਹ ਇਸ ਤਰੀਕੇ ਨਾਲ ਤੂੰ ਥੱਕ ਜਾਏਗਾ, ਉਸ ਤੋਂ ਬਾਅਦ ਤੇਰਾ ਜੀਵਨ ਵੀ ਖਤਮ ਹੋ ਜਾਏਗਾ। ਉਸ ਮਾਲਕ ਦੀਆਂ ਦਾਤਾਂ ਦਿੰਦਾ ਦੇ ਲੈਂਦੇ ਥੱਕ ਪਾਏ, ਜੁਗੰਤਰ ਖਾਏ ਉਹਦੀਆਂ ਦਾਤਾਂ ਕਦੀ ਮੁੱਕਣ ਵਾਲੀਆਂ ਨਹੀਂ ਨੇ। ਅਸੀਂ ਜਿਹੜਾ ਨਾ ਵੀ ਉਹ ਕਹਿੰਦਾ ਜਦ ਤੱਕ ਫਿਰ ਤੇਰੇ ਜਦ ਤੱਕ ਉਹ ਸਵਾਸ ਲੈਣਾ, ਕਹਿੰਦਾ ਤਬ ਲਗ ਪ੍ਰਾਣੀ ਤਿਸੇ ਸਰੇ ਹੋ, ਜਬ ਲਗ ਘਟ ਮੈਂ ਸਾਸਾ। ਜੋ ਘਟ ਜਾਏ ਤੋ ਭਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ। ਤੇ ਜਿੱਥੇ ਤੱਕ ਮੈਨੂੰ ਸਮਝ ਆ ਰਹੀ ਸੀ, ਆਈ ਐਮ ਟ੍ਰਾਈਂਗ ਟੂ ਸ਼ੇਅਰ। ਹਾਂਜੀ ਵੈਰੀ ਵੈਲ ਐਕਸਪਲੇਨਡ ਵੀਰ ਜੀ। ਕਦੀ ਸੋਚਦਾ ਕਿਧਰੋਂ ਤੁਸੀਂ ਸ਼ਬਦ ਦੇ ਉਦਾਹਰਨ ਚੁੱਕ ਕੇ ਲਿਆਉਂਦੇ ਹੋ, ਕਿਧਰੋਂ ਸ਼ਬਦ ਤੁਸੀਂ ਮੈਮੋਰਾਈਜ਼ ਵੀ ਕੀਤੇ ਹੋਏ ਤੇ ਖੋਜ ਕੇ ਰੱਖੇ ਵੀ ਹੋਏ। ਧੰਨਵਾਦ ਆਪ ਜੀ ਦਾ। ਜੀ ਤਜਿੰਦਰ ਵੀਰ ਜੀ, ਆਪ ਜੀ ਇੱਕ ਸ਼ਬਦ ਦੀ ਵਿਚਾਰ ਪੈਂਡਿੰਗ ਹੈ, ਲੇਕਿਨ ਸਮਾਂ ਅੱਜ ਕਾਫੀ ਹੋ ਗਿਆ ਹੈ। ਉਹ ਹਰਵਿੰਦਰ ਜੀ ਔਰ ਇਕਬਾਲ ਜੀ ਨੇ ਸਵਾਲ ਸ਼ੇਅਰ ਕਰ ਲਓ ਵੀਰ ਜੀ, ਹਰਵਿੰਦਰ ਜੀ ਔਰ ਇਕਬਾਲ ਜੀ ਨੇ ਤਿਆਰੀ ਕੀਤੀ ਹੋਈ ਹੈ। ਉਹਨਾਂ ਕੋਲ ਸ਼ਬਦ ਹੈਗਾ, ਲਾਸਟ ਵੀਕ ਦਾ ਹੈਗਾ ਅੰਮ੍ਰਿਤ ਵੀਰ ਜੀ ਦਾ, ਤੇ ਅਗਰ ਆਪ ਜੀ ਇਜਾਜ਼ਤ ਦਿਓ ਤਾਂ ਅਸੀਂ ਕੱਲ ਲੈ ਲਈ, ਕਿਉਂਕਿ ਸਮਾਂ ਜ਼ਿਆਦਾ ਲਏਗਾ ਉਹ ਸ਼ਬਦ ਦੀ ਵਿਚਾਰ। ਅੱਜ ਕੋਈ ਹੋਰ ਸਵਾਲ ਲੈ ਲੈਂਦੇ ਹਾਂ। ਨਹੀਂ, ਸਵਾਲ ਸ਼ੇਅਰ ਕਰ ਲਓ, ਜਵਾਬ ਕੱਲ ਲੈ ਲੈਂਦੇ ਹਾਂ। ਹਾਂ ਹਰਪ੍ਰੀਤ ਵੀਰ ਜੀ, ਸ਼ਬਦ ਸ਼ੇਅਰ ਕਰਨਾ ਇੱਕ ਵਾਰੀ ਸਕਰੀਨ ਤੇ। ਇਹ ਸ਼ਬਦ ਹੈਗਾ ਵੀਰ ਜੀ। आसा महला पहला, पौन उपाय धरी सब धरती जल अग्नि का बंद किया। जी हाँ ठीक है, कल ले लेंगे। सतीश अरोड़ा जी ने ते रूबी दीदी ने हैंड रेस किया। अच्छा समा है तजिंदर जी, मैं करता भी जी रूबी सतीश अरोड़ा जी प्लीज हैंड रेस तुसी किता, प्लीज आप जी ऑडियो ऑन करिया जे। वीर जी मैं आवाज आ रही है वीर जी मेरी? हाँ जी वीर जी बिल्कुल आ रही है। ਵੀਰ ਜੀ ਇੱਕ ਛੋਟੀ ਜਿਹੀ ਮੇਰੇ ਦਿਮਾਗ ਵਿੱਚ ਕਾਫੀ ਸਮੇਂ ਤੋਂ ਇੱਕ ਗੱਲ ਚੱਲ ਰਹੀ ਹੈ। ਮੈਂ ਚਲੋ ਮੈਂ
कि ਅਸੀਂ ਜੋ ਰੋਜ਼ ਕਰ ਰਹੇ हैं हर बारी हर जगह ਤੇ ਵੀ ਜਾਂਦੇ ਆ ਕਿ ਉਹ ਜੋ कराएगा वो जो करेगा वो ऊपर वाला जो बैठा है वो जो कराएगा हु इज ओ रब ते एनर्जी हैगी रब कोई बंदा नहीं है रब एक एनर्जी हैगी हर वक्त जितने भी जाने हैं वो कराएगा अज असी इतों चाहिए अमरीका चले जाइए अमरीका की रूल्स एंड रेगुलेशन वही फॉलो करने हैं सही चलता रहता है जितने इंडिया नहीं फॉलो करते दैट मीन्स इट इज ओनली एनर्जी एंड वी हैव टू बाई live life on his rules and regulations वो तो कोई चीज है नहीं है वो who is o बस है मेरा who is o ਉਹ ਕੌਣ ਹੈ ਵੀਰ ਜੀ ਉਹ ਅਗਰ ਅਸੀਂ ਕਹੀਏ ਤੇ ਉਸ ਪਰਮਾਤਮਾ ਬਾਰੇ ਹੀ ਆਉਂਦਾ ਹੈ ਇਹ ਅਸੀਂ ਇੱਕ ਜੀਵਨ ਜਾਂਚ ਸਮਝ ਲਈਏ ਇੱਕ ਵਿਉਂਤ ਸਮਝ ਲਈਏ ਜਦੋਂ ਤੱਕ ਸਾਡੇ ਮਨ ਦੇ ਵਿੱਚ ਹੰਕਾਰ ਹੁੰਦਾ ਹੈ ਕਿ ਮੈਂ ਕੀਤਾ ਜਾਂ ਮੈਂ ਕਰਾਂਗਾ तब तक ਅਸੀਂ ਸੰਸਾਰੀ ਤੌਰ ਤੇ ਵੀ ਤੱਕੀਏ ਅਸੀਂ ਸੰਸਾਰੀ ਤੌਰ ਤੇ ਵੀ ਝੋਟਾ ਖਾਂਦੇ ਆ ਸੰਸਾਰੀ ਤੌਰ ਤੇ ਵੀ ਘਾਟੇ ਖਾਂਦੇ ਆ ਅਸੀਂ ਜਦੋਂ ਪਰਮਾਤਮਾ ਨੂੰ ਅਸੀਂ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਆ ਤਾਈਓ ਮਨ ਵੀ ਸਾਡਾ ਆਨੰਦ ਵਿੱਚ ਆਉਂਦਾ ਹੈ ਤਾਈਓ ਸਾਡੇ ਕਾਰ ਵੀ ਜਿਹੜੇ ਹੈਗੇ ਸਫਲ ਹੁੰਦੇ ਹਨ ਜੀ ਅਰਵਿੰਦਰ ਵੀਰ ਜੀ ਆਪ ਜੀ ਇਸ ਬਾਬਤ ਥੋੜੇ ਵਿਚਾਰ ਰੱਖਿਆ ਜੇ ऐसे बहुत सारे शब्द ने ना बे तू करता करना मैं नाही गुरु जिस स्टेट ऑफ ਅਸੀਂ ਜਿੱਥੇ ਕੰਮ ਕਰਨਾ ਹੈ ਨਾ ਉਹ ਕਰਦਿਆਂ ਹੋਇਆਂ ਵੀ ਉਹ ਕਹਿੰਦਾ ਜਬ ਲਗ ਜਾਣੇ ਮੁਝ ਤੇ ਕੁਝ ਹੋਏ ਕਹਿੰਦਾ ਤਬ ਇਸਕੋ ਸੁਖ नाही कोई हम किया हम करेंगे हम मूर्ख का वार करने वाला विसरिया रब केवल रब ਨੂੰ ਜਦ ਤੱਕ ਅਸੀਂ ਜਾਗਤੀ ਜੋਤ ਨਹੀਂ ਸਮਝਾਂਗੇ ਅਸੀਂ ਕੇਵਲ ਨਿਯਮ ਨਹੀਂ ਹੈ ਰੱਬ ਦੇ ਬਣਾਏ ਹੋਏ ਨਿਯਮ ਨੇ ਰੱਬ ਨਿਯਮਾਂ ਦਾ ਬੱਝਿਆ ਹੋਇਆ ਨਹੀਂ गुरु बड़ा कहते ना हम किया ना करेंगे ना कर सके शरीर जो कुछ किया सो हर किया गुरु साडे मन नूं किस स्टेज ते लैके रखना चाहते हैं असी कहते होमे नावे नाल मैं कीता मैं करांगा मैनू पता है होमे और उस तो इलावा है कि करने तू ही ने लेकिन जद तक जिंदगी विच जे प्रसाद नहीं जोड़ांगे ना तो कहते एक शब्द आया सी बड़ा प्यारा शब्द कहते होमे करतियां नह कर्मी ना होवई नहकर्मी का मतलब की है अपने कीते हुए काम की क्रेडिट आप लैनी ओ गुरमत नूं प्रमाण नहीं है कहंदा होमे करते हैं गुरु कहंदा भी कर्म करत होवे नह कर्म तिस वैष्णो का मेरे वर्ड से तो मैं भूल सकना कहंदा भी प्रमाण हां तिस वैष्णो का तिस वैष्णो का निर्मल धर्म काम करदियां होया उस काम की क्रेडिट मैं नहीं लैनी कहते सर्व धर्म में श्रेष्ठ धर्म केड़ा धर्म है कहते हर को नाम जप निर्मल कर्म कर दिया अच्छा की परोपकारी जीवन नहीं होना चाहिए ब्रह्म ज्ञानी परोपकार उमाहा ब्रह्म ज्ञानी है ही जिहदे मन विच परोपकार दा उमाह होवे लेकिन वो कहते भी वो निर्मल कर्म कर दिया कहते सर्व धर्म में श्रेष्ठ धर्म हर को नाम जप ऐलानिया तौर पर अपने मन नूं ही समझा दे कि मैं ते कुछ नहीं हाँ मेरी कोई बड़ा ऐसी चाल गुरु तो समझनी है वो कहना जो हमरी बिद होती मेरे सतगुना साबित तुम हर जानो आपे हम रुलते फिरते कोई बात ना पूछता गुर सतगुर संग कीरे हम थापे असी गुरु जिस स्थान ते साडे मन नूं रखना चाहता है ना रब केवल नियम नहीं है रब दे बनाए हुए नियम ने ਉਹ ਜਾਗਤੀ ਜੋਤ ਉਹ ਸਦ ਸੁਣਦਾ ਸਦ ਵੇਖਦਾ ਔਰ ਰੱਬ ਜੇ ਬਖਸ਼ਣਾ ਚਾਹੇ ਤੇ ਕੋਈ ਐਸਾ ਨਹੀਂ ਜੋ ਉਹਦੀ ਬਖਸ਼ਿਸ਼ ਦੇ ਵਿਚਕਾਰ ਕੋਈ ਅੜਿੰਗਾ ਪਾ ਸਕੇ ਐਸੀ ਕੋਈ ਗੱਲ ਨਹੀਂ ਵੀ ਉਹ ਕੋਟ ਕੋਟੰਤਰ ਪਾਪਾ ਤੇਰੇ ਇੱਕ ਘੜੀ में तो है ऐसे ਜਿਹੜੇ ਸ਼ਬਦ ਕਈ ਵਾਰ ਇਹਨੂੰ ਵਿਚਾਰ ਕਰਨੇ ਆ ਵੀ ਤੋ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਹਾਂ ਹਲਾ ਇਹ ਵੀ ਜਿਹੜੀ ਇਹ ਕਰਮਾਂ ਦੀ ਫਿਲਾਸਫੀ ਭਾਵੇਂ ਗੁਰਮਤਿ ਉਸ ਤੋਂ ਟੋਟਲੀ ਮੁਨਕਰ ਬਿਲਕੁਲ ਨਹੀਂ ਹੈ जो मैं किया सो मैं पाया जेहा बीजे सो लुने कर्मा संदड़ा खेत भी लोड़े दाख बिजूरिया किकर बीजे जट हंडे उन कताएं दा पैंदा लोड़े पट पॉसिबल नहीं है ये कहते भी लेख ना बिटी हे सखी जो लिखिया करतार जो परमात्मा ने लेख लिख देते ना लेकिन गुरु ना लगे क्योंकि रब केवल नियम नहीं है गुरबानी ऐसे शब्द ना कहते भी ऐसे दुर्मत निस्तर है अजामल पिंगल लुबद कहते गए हर के पास कहते ऐसे दुर्मत निस्तर है तू क्यों ना तरे रविदास
ਸਾਡੇ ਮਨ ਵਿੱਚ ਜਿਹੜਾ ਭਰੋਸਾ ਆਉਣਾ ਚਾਹੀਦਾ ਸੀ ਨਾ, ਮਾਟੀ ਕੇਰੇ ਪੁੱਤਰੇ ਮਾਨਸ ਰਾਖਿਓ ਨਾਉ ਚਾ ਦਿਵਸ ਚਾਰ ਕੋ ਪੇਖਣਾ ਪੜ ਪੜ ਰੂੰਦੇ ਥਾਉ ਕਾਰਜ ਤੇ ਸਾਡੇ 3 ਹੱਥ ਘਣੀ ਤਾਂ ਪੌਣੇ 4। ਇਹ ਸਾਰੇ ਸ਼ਬਦ ਸਾਨੂੰ ਜਿਸ ਪਾਸੇ ਡਰਾਈਵ ਕਰਦੇ ਪਏ ਨੇ ਨਾ, ਸਾਨੂੰ ਕਹਿ ਮੈਨੂੰ ਜਿਸ ਪਾਸੇ ਸਮਝ ਆ ਰਹੀ, ਆਈ ਫੀਲ ਕਿ ਇਹ ਸਾਡੇ ਮਨ ਨੂੰ ਨਾ ਬਿਲਕੁਲ ਨਿਮਾਣਾ। ਅਸੀਂ ਨੂੰ ਅਰਦਾਸ ਕਰਨਾ ਵੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਨ ਤੇਰਾ ਕਿਤੇ ਟਿਕਿਆ ਹੋਣਾ ਚਾਹੀਦਾ ਹੈ। ਇਹ ਹਮ ਕੀਆ ਹਮ ਕरेंगे गुरु प्रमाण नहीं, जब लग जाने मुझ तेक जो होए तब इसको सुख ना ही हो। है कि नाम बिना जो पैरे खाए, तू परमात्मा का नाम नहीं जपता, तू कहना नहीं परमात्मा ने दिता है, तेरे मन में भरोसा है कि तू कमाया होया है। कहते नाम बिना जो पैरे खाए, कहते जो कुकर जूठन में पाए, जिवें कुत्ता झूठ तो खांदा होंदा है ना, वो साडी हालत हो जाएगी। नाम बिना जे गुरु थोड़ी ना मुनकर है खान तो, गुरु कहते जय प्रसाद 36 अमृत खाए। बस चेंज कर ले, नजरिया चेंज कर ले। और रब केवल हुक्म नहीं है, गुरु एटलीस्ट आई फील मैनू तो भरोसा नहीं गुरु देता कि रब केवल, और रब बिल्कुल सद सुनदा सद वेखदा घट घट के अंतर की जानत, वो रब बिल्कुल हाजर नाजर है। ते वो केवल वो नियमां दा बजिया होया बिल्कुल नहीं है। गुरु साडे माइंड नू ਜਿਹੜਾ ਪ੍ਰਥਮੇ ਮਤਾ ਜੇ ਪੱਥਰੀ ਚਲਾਓ, ਦੂਜੀ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਨਾਲ ਸਾਨੂੰ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਆਪਨ ਹੱਥੀ ਆਪਣਾ ਆਪੇ ਹੀ। ਅਸੀਂ ਹਮੇਸ਼ਾ ਇੱਕ ਗੱਲ ਡਿਸਕਸ ਕਰਨੇ ਪਏ ਕਿ ਗੁਰਬਾਣੀ ਇਜ਼ ਐਨ ਐਬਸੋਲੂਟਲੀ ਪ੍ਰੈਕਟੀਕਲ ਵੇ ਆਫ ਲਾਈਫ। ਗੁਰਮਤ ਤਿਆਗ ਨਹੀਂ ਦੱਸਦੀ, ਗੁਰਮਤ ਸੰਜਮ ਦੱਸਦੀ ਹੈ। ਗੁਰੂ ਪੂਰੇ ਸੰਜਮ ਕਰ ਦਿਆ ਨਾਨਕ ਤੋਂ ਫਿਰ ਦੁੱਖ ਨਾ ਥੀਆ। ਐਸੀ ਵੀ ਗੱਲ ਵੀ ਨਹੀਂ ਹੋ ਜਿਹੜਾ ਉਹ ਸਾਰਾ ਸ਼ਬਦ ਸੀ ਜਿਹੜਾ ਉਹ ਜਿਹੜਾ ਬਾਬਰ ਬਾਣੀ ਦਾ ਸ਼ਬਦ ਆਂਦਾ ਵੀ ਥਾਨ ਮੁਕਾਮ ਜਲੇ ਬ੍ਰਿਜਮੰਦ, ਉਹ ਕਹਿੰਦਾ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ। ਜਦੋਂ ਉਹਨਾਂ ਨੇ ਆਪਣੇ ਕਿਲਿਆਂ ਤੋਂ ਜਿਹੜੇ ਮੀਰ ਪੀਰ ਫਕੀਰ ਸਨ ਉਹਨੂੰ ਸਾਨੂੰ ਰੁਕਾ ਲਿੱਤਾ ਵੀ ਤੁਸੀਂ ਸਾਰੀਆਂ ਅਰਦਾਸਾਂ ਕਰੋ, ਵੀ ਤੁਸੀਂ ਸਾਰੇ ਬੇਨਤੀਆਂ ਕਰੋ, ਸਾਡੇ ਉਹ ਕੁਝ ਉਹ ਅਗਲਾ ਬੰਦਾ ਅੰਨਾ ਹੋ ਜਾਏਗਾ। ਕਹਿੰਦਾ ਕੋਟੀ ਹੂੰ ਪੀਰ ਵਰਜ ਰਹਾਇਆ ਜਾਂ ਮੀਰ ਸੁਣਿਆ ਤਾਇਆ। ਮੀਰ ਪਹੁੰਚ ਜਦੋਂ ਬਾਬਰ ਨੂੰ ਮੀਰ ਕਰਕੇ ਐਡਰੈਸ ਕੀਤਾ ਜਾ ਰਿਹਾ, ਜਦੋਂ ਪਤਾ ਲੱਗਿਆ ਕਿ ਉਹ ਧਾ ਕੇ ਆਂਦਾ ਪਿਆ ਜਾਂ ਮੀਰ ਸੁਣਿਆ ਤਾਇਆ। ਕਹਿੰਦਾ ਥਾਂ ਹੋਇਆ ਕੀ, ਕਹਿੰਦਾ ਥਾਨ ਮੁਕਾਮ ਜਰੇ ਬ੍ਰਿਜ ਮੰਦਰ ਮੁਸ ਮੁਸ ਕੋਇਲ ਰੁਵਾਇਆ, ਕੋਈ ਮੁਗਲ ਨਾ ਹੋਆ ਅੰਨਾ ਕਿਨੇ ਨਾ ਪਰਚਾ ਲਾਇਆ। ਉਹ ਗੁਰਮਤ ਦਾ ਜਿੱਥੇ ਤੱਕ ਆਈ ਕੈਨ ਅੰਡਰਸਟੈਂਡ ਇਟ ਇਜ਼ ਆਈ ਐਮ ਨੋਬਡੀ, ਹਰ ਬੰਦੇ ਦਾ, ਐਂਡ ਵੀ ਸ਼ੁਡ ਸ਼ੇਅਰ ਮੋਰ ਪਰਸਪੈਕਟਿਵਸ। ਐਂਡ ਜਦੋਂ ਜੇ ਕਿਸ ਪੱਖੋਂ ਗੱਲ ਸਮਝ ਆ ਜਾਵੇ ਨਾ, I feel I should change। ਜੇ ਗੱਲ ਗੁਰੂ ਦੀ ਸਮਝ ਆ ਜਾਵੇ, ਗੁਰੂ ਸਾਨੂੰ ਕਿੱਥੇ ਵੀ ਇਹ ਦਾਵਾ ਕਰਨ ਨੂੰ ਨਹੀਂ ਕਹਿ ਰਿਹਾ ਕਿ ਤੂੰ ਕਰੇਗਾ। ਹੁਣ you can just come up in a moment ਨਾ ਵੀ ਸ਼ਬਦ ਇੱਕ ਵਿਚਾਰ ਆ ਗਏ, ਜੇ ਅਸੀਂ ਢੂੰਡ ਕੇ ਕੱਢਾਂਗੇ ਨਾ ਸਾਨੂੰ ਬਹੁਤ ਸਾਰੀਆਂ ਪੰਕਤੀਆਂ ਇਸ ਪ੍ਰਥਾਈ ਮਿਲ ਜਾਣਗੀਆਂ। ਕਿਤੇ ਸਾਨੂੰ ਐਸਾ ਮਿਲਦਾ ਪਿਆ ਕਿ ਬੰਦਾ ਕੋਈ ਜੇ ਕੋਈ ਗੁਰਮਤ ਦਾ ਸਿਧਾਂਤ ਹੈ ਨਾ ਵੀ ਸਾਨੂੰ ਕੋਈ ਐਸੀਆਂ 2 4 5 ਪੰਕਤੀਆਂ ਮਿਲਦੀਆਂ ਮੈਨੂੰ ਜਿੱਥੋਂ ਗੁਰੂ ਕਹੇ ਕਿ ਨਹੀਂ ਤੂੰ ਕਹਿ ਕਿ ਤੂੰ ਕੀਤਾ ਹੈ। ਨਹੀਂ, ਅਸੀਂ ਕਹਿੰਦੇ ਪਏ ਕਿ ਨਹੀਂ ਉਹ ਆਪਣੇ ਪੈਰਾਂ ਤੇ ਭਾਰ ਚੁੱਕ ਵਗੈਰਾ। ਗੁਰੂ ਕਹਿੰਦਾ ਤੂੰ ਮਿਹਨਤ ਉਦਮ ਸਾਰਾ ਤੂੰ ਕਰਨਾ, ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ। ਲੇਕਿਨ ਨਾਲ ਇੱਕ ਹੋਰ ਗੱਲ ਕਹਿੰਦੇ ਨੇ, ਉਦਮ ਕਰੋ ਕਰਾਓ ਠਾਕੁਰ। ਜਿੱਥੇ ਅਸੀਂ ਉਦਮ ਕਰਨਾ ਹੈ ਸਾਡਾ ਸਟੇਟ ਆਫ ਮਾਈਂਡ ਬਿਲਕੁਲ ਇਹ ਮੈਂ ਕਰਨਾ ਪਿਆ ਨਾ, ਕਹਿੰਦਾ ਹੋਵੇਂ ਨਾਵੇ ਨਾਲ ਵਿਰੋਧ ਹੈ, ਦੋਏ ਨਾਮ ਬਸਿਆ ਇੱਕ। जो तू करेगा तो होएगा। This is what I feel। बाकी I don't know how much this answers the question। यहाँ even perspective मेरा सही है गलत है, मैं तो जो गुरु साहब को समझ आ रही है I am trying to share। हाँ जी very well explained ਵੀਰ ਜੀ। ਸਤੀਸ਼ ਜੀ ਇੱਕ ਗੱਲ ਹੋਰ ਵੀ ਹੈ, ਜਦੋਂ ਅਸੀਂ ਕਹਿ ਰਹੇ ਹਾਂ ਉਹ ਕੌਣ ਹੈ ਤੇ ਨਾਲ ਹੀ ਮੈਂ ਸਵਾਲ ਪੁੱਛ ਰਿਹਾ ਕਿ ਮੈਂ ਕੌਣ ਹਾਂ, ਨਾਲ ਹੀ ਮੈਂ ਸਵਾਲ ਪੁੱਛ ਰਿਹਾ ਮੈਂ ਕੌਣ ਹਾਂ, ਮੇਰੀ ਕੀ ਹੋਂਦ ਹੈ, ਮੇਰੀ ਕੀ ਹਸਤੀ ਹੈ। ਇਹ ਤੇ ਸਵਾਸ ਆ ਗਿਆ ਤੇ ਮੈਂ ਬੋਲ ਰਿਹਾ, ਅਗਲਾ ਨਾ ਆਏ ਤੇ ਹੁਣ ਤੁਹਾਡੀ ਗੱਲ ਵੀ ਮੈਂ ਨਹੀਂ ਤੱਕ ਪਾਵਾਂਗਾ ਜਦੋਂ ਤੱਕ। ਸਤਿਗੁਰੂ ਜਿਹੜਾ ਕਹਿੰਦਾ ਹਮ ਕਿਛ ਨਾਹੀ ਏਕੈ ਉਹੀ ਆਗੇ ਪਾਛੈ ਏਕੋ ਸੋਈ। ਗੁਰੂ ਕਹਿੰਦਾ ਮੈਂ ਤੇ ਕੁਛ ਹਾਂ ਹੀ ਨਹੀਂ। ਜਦੋਂ ਮੇਰਾ ਰੱਬ ਦੇ ਨਾਲ ਮਿਲਾਪ ਹੁੰਦਾ ਨਾ, ਜਦੋਂ ਮੈਂ ਰੱਬ ਨਾਲ ਮਿਲਣਾ, ਮੈਨੂੰ ਮੇਰੀ ਔਕਾਤ, ਮੈਂ ਤੇ ਹਾਂ ਹੀ ਨਹੀਂ, ਮੇਰੀ ਕੋਈ ਆਪਣੀ ਹੋਂਦ। ਉਹ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ।
ਅਬ ਤੂੰ ਹੀ ਮੈਂ ਨਹੀਂ। ਹਾਂ ਤੇ ਅਸੀਂ ਉਸ ਮਾਲਕ ਦਾ ਸਰੂਪ, ਲੇਕਿਨ ਜਦ ਤੱਕ ਸਾਡੇ ਵਿੱਚ ਮੈਂ ਕਰਾਂਗਾ, ਮੈਨੂੰ ਪਤਾ ਨਾ ਜਬ ਹਮ ਹੋਤੇ। ਆਈ ਡੋਨਟ ਨੋ ਹਾਊ ਮਚ ਇਟ ਸੂਟਸ। ਉਹ ਇੱਕ ਸਟੋਰੀ ਜੀ ਕਹ ਲੋ, ਗੁਰਬਾਣੀ ਦੀ ਨਹੀਂ ਹੈ, ਜਦੋਂ ਦ੍ਰੋਪਦੀ ਦੇ ਪ੍ਰਤਾਈ ਪ੍ਰਸੰਗ ਜਿਹੜਾ ਕਹਿੰਦੇ ਨੇ ਕਿ ਬਈ ਜਦੋਂ ਕ੍ਰਿਸ਼ਨਾ ਨੂੰ ਬਾਅਦ ਵਿੱਚ ਮਿਲਦੀ ਹੈ, ਉਹਨੂੰ ਕੰਪਲੇਨ ਕਰਦੀ ਹੈ, ਕਹਿੰਦੇ ਤੂੰ ਬੜਾ ਸਮਾਂ ਲਗਾਇਆ ਆਉਣ, ਤੂੰ ਬਹੁਤ ਸਮਾਂ। ਕਹਿੰਦੇ ਨਹੀਂ, ਮੈਂ ਤੇ ਆ ਗਿਆ ਸੀ ਇੰਸਟੈਂਟਲੀ। ਇਹ ਗੁਰਬਾਣੀ ਤੋਂ ਨਹੀਂ ਹੈ, ਆਈ ਐਮ ਜਸਟ ਸਟੇਟਿੰਗ ਫਰਮ ਆਊਟਸਾਈਡ। ਉਹ ਕਹਿੰਦੇ ਨਹੀਂ, ਮੈਂ ਤੇ ਸਮਾਂ ਲਗਾਇਆ ਹੀ ਨਹੀਂ ਆਉਣ। ਤੇ ਕਹਿੰਦੀ ਨਹੀਂ, ਮੈਂ ਇਤਨਾ ਸਮਾਂ ਤੈਨੂੰ ਬੁਲਾਉਂਦੀ ਨਹੀਂ ਆ। ਉਹ ਕਹਿੰਦਾ ਤੇਰਾ ਇੱਕ ਹੱਥ ਉੱਤੇ ਸੀ, ਦੂਜਾ ਹੱਥ ਤੇ ਨਾ ਤੇਰੀ ਜਿਹੜੀ ਉਹ ਗੰਢ ਤੇ ਸੀ, ਉਹ ਤੇਰੇ ਵਸਤਰ ਛਿਣਦੇ ਪਏ ਸਨ। ਕਹਿੰਦਾ ਤੂੰ ਜਿਸ ਸਮੇਂ ਦਾ ਮੂਮੈਂਟ ਤੇਰੇ ਦੋਨੋਂ ਹੱਥ ਉੱਤੇ ਹੋਏ ਨਾ, ਕਹਿੰਦਾ ਮੈਂ ਤਾਂ ਉੱਥੇ ਪਹੁੰਚ ਗਿਆ ਸੀ। ਜਦ ਤੱਕ ਟੋਟਲ ਸਬਮਿਸ਼ਨ ਨਹੀਂ ਹੋਏਗਾ ਨਾ, ਇੱਥੇ ਤੇ ਹਾਂ ਕਿਛ ਨਹੀਂ, ਇੱਕ ਹੈ ਉਹੀ। ਅਸੀਂ ਸਾਡੀ, ਆਈ ਐਮ ਸੌਰੀ ਟੂ ਇੰਟਰਪਟ, ਸਭੀ ਵੀ ਪੁਸ਼ਕਾਰ ਬੋਲਦੇ ਪਏ ਸਨ, ਮੈਨੂੰ ਸ਼ਬਦ ਕੁਝ ਨਾ ਤੋਂ ਕਾਫੀ ਮੇਰੇ ਦਿਮਾਗ ਵਿੱਚ ਚੱਲਦਾ ਪਿਆ ਸੀ। ਆਈ ਐਮ ਸੌਰੀ ਵੀਰ ਜੀ, ਆਪ ਜੀ ਅੱਗੇ ਕੰਟੀਨਿਊ ਕਰੋ। ਨਹੀਂ ਬਹੁਤ ਸੋਹਣਾ ਆਪ ਜੀ ਨੇ ਗਾਇਨ ਕੀਤਾ ਹੈ, ਆਪ ਜੀ ਨੇ ਜਿਹੜਾ ਕੀਤਾ ਹੈ। ਸਤੀਸ਼ ਜੀ, ਆਪ ਜੀ ਵੀ ਕੁਝ ਕਹਿ ਰਹੇ ਸੀਗੇ, ਤੇ ਜਦੋਂ ਅਸੀਂ ਮਨ ਦੀ ਵੀ ਗੱਲ ਕਰਦੇ ਹਾਂ ਨਾ, ਅਸੀਂ ਇਹ ਗੱਲ ਕਰਦੇ ਹਾਂ ਕਿ ਮਨ ਦੇ ਵਿੱਚ ਉਹ ਪ੍ਰਮਾਤਮਾ ਵਸ ਗਿਆ, ਫਿਰ ਗੱਲ ਉੱਦੀ ਆਉਂਦੀ ਹੈ। ਅਸੀਂ ਕਹਿੰਦੇ ਹਾਂ ਮਨ ਜਿਹੜਾ ਪਹਿਲੇ ਮੈਲ ਨਾਲ ਭਰਿਆ ਸੀ, ਹੁਣ ਮਨ ਦੇ ਵਿੱਚ ਉਹ ਪ੍ਰਮਾਤਮਾ ਬੋਲ ਰਿਹਾ ਹੈ। ਹੁਣ ਜੋ ਵੀ ਕਰ ਰਿਹਾ ਮਨ ਮੈਲ ਦੇ ਵਿਕਾਰਾਂ ਦੀ ਅਧੀਨਗੀ ਚ ਨਹੀਂ ਕਰ ਰਿਹਾ, ਪ੍ਰਮਾਤਮਾ ਦੀ ਅਧੀਨਗੀ ਚ ਕਰ ਰਿਹਾ। ਹੁਣ ਮਨ ਰਿਹਾ ਹੀ ਨਹੀਂ, ਹੁਣ ਪ੍ਰਮਾਤਮਾ ਕਰ ਰਿਹਾ ਅੰਦਰੋਂ, ਤੇ ਫਿਰ ਵੀ ਪ੍ਰਮਾਤਮਾ ਹੈ ਤਾਂ ਹੀ ਉਹ ਅੰਦਰ ਆਇਆ। ਆਪ ਜੀ ਕੁਝ ਕਹਿ ਰਹੇ ਸੀ, ਜ਼ਰੂਰ ਸਾਂਝ ਪਾਇਆ ਜੀ ਸਤੀਸ਼ ਜੀ। ਇੰਜਨ ਕਿ ਗੁਰੂ ਤੇ ਗੁਰ ਹੈਗਾ, ਜਿਹਨੂੰ ਗੁਰ ਆ ਗਿਆ ਤੇ ਉਹ ਮੈਂ ਬਈ ਪ੍ਰਭੂ ਦੇ ਨਿਯਮ ਤੇ ਚੱਲਣਾ ਸ਼ੁਰੂ ਹੋ ਗਿਆ। ਇਹ ਦੁਨਿਆਵੀ ਗੱਲਾਂ ਕਹਿੰਦੇ ਹੈਗੇ ਨੇ, ਉਹਨੂੰ ਮੈਂ ਪ੍ਰਭੂ ਨੇ ਉਹਨੂੰ ਛੱਪੜ ਫਾੜ ਕੇ ਦੇ ਦਿੱਤਾ। ਛੱਪੜ ਕੋ ਛੱਤ ਐਵੇਂ ਨਹੀਂ ਕਿ ਛੱਤ ਫਾੜ ਕੇ ਦੇਤਾ, ਉਹਦੀ ਬੁੱਧੀ ਬਦਲ ਦਿੱਤੀ। ਉਹਦੀ ਬੁੱਧੀ ਇੱਕ ਅੱਛੀ ਕੰਮ ਵਾਸਤੇ ਅੱਛੀ ਸੋਚ ਪਾਤੀ ਕਿ ਤੂੰ ਇਹ ਰਾਹ ਚੱਲੇਗਾ ਤੇ ਤੈਨੂੰ ਸਭ ਕੁਝ। ਛੱਪੜ ਫਾੜ ਕੇ तो कोई वाहिगुरु ने कोई नोट साथ नहीं देने। दुनियावी गल्लां चाहिए जिन्हें, सिर्फ उन्हें बुद्धि बदल देनी है कि यह बुद्धि तेरी सोच होती बदल गई, अच्छी संगत नाल रहा, अच्छी सोच आ गई, वो अच्छे पासे चल पिया। यही चीज बस मेरी। ਧੰਨਵਾਦ ਵੀਰ ਜੀ। ਅਲਟੀਮੇਟਲੀ ਤੇ ਬੁੱਧੀ ਹੀ ਬਦਲੀ ਜਾਂਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਗੁਰੂ ਦਾ ਸ਼ਬਦ ਸਾਡੀ ਬੁੱਧੀ ਹੀ ਬਦਲਦਾ, ਸਿਰਫ ਬੁੱਧੀ ਬਦਲਦਾ ਨਹੀਂ, ਸਿਰਫ ਸਮਝ ਹੀ ਨਹੀਂ ਦਿੰਦਾ, ਦ੍ਰਿੜਤਾ ਵੀ ਦਿੰਦਾ, ਉਸ ਸਮਝ ਤੇ ਟੁਰਨ ਦੀ ਸਮਰੱਥਾ ਵੀ ਦਿੰਦਾ। ਉਹੀ ਉਹ ਸ਼ਬਦ ਹੀ ਹੈ ਜਿੱਦੇ ਰਾਹੀਂ ਅਸੀਂ जुड़ना है। पुआ जी, आप जी कुछ ऐड करना चाहोगे इस बाबत? पुआ जी लेफ्ट करके नहीं वीर जी, कोई प्रॉब्लम आएगी? अच्छा, एक बार वीर जी आ गए जी पुआ जी। हाँ जी देखो, there is a lot of confusion in this, huh? Now what little I can know, what I am teaching, maybe I'm wrong, I don't know। ਕਹਿੰਦੇ ਕਰਨ ਵਾਲਾ ਤਾਂ ਉਹੀ ਹੈਗਾ, ਇਹ ਤੇ 100% ਉਹੀ ਹੈ ਕਿ ਹਰ ਸਰੀਰ ਨੂੰ ਚਲਾਉਣ ਵਾਲਾ ਤੇ ਉਹੀ ਹੈਗਾ। ਪਰ ਥੋੜਾ ਜਿਹਾ ਸਾਡੇ ਵੇ ਆਫ ਥਿੰਕਿੰਗ ਡਿਫਰੈਂਟ ਹੋ ਗਿਆ। ਫੋਰ ਐਗਜ਼ਾਮਪਲ, ਇਸ ਸਰੀਰ ਤੋਂ ਉਹ ਇੱਕ ਨਿਕਲ ਜਾਏ ਤੇ ਸਰੀਰ ਬਣ ਗਿਆ ਟੈ ਟੇਰੀ, ਉਹਦੀ ਸੋਚਣੀ, ਉਹਦੇ ਆਰਗਨ ਸਭ ਕੁਝ ਖਤਮ। ਅਗਰ ਉਹ ਅੰਦਰ ਵਰਤ ਰਿਹਾ ਹੈ ਤੇ ਸਾਡੀ ਬੋਲੀ, ਸਾਡੀ ਚਾਲ, ਸਾਡੀ ਸੋਚਣੀ ਸਭ ਕੁਝ ਉਹੀ ਕਰਦਾ ਹੈ। ਹੁਣ ਭੁਲੇਖਾ ਕਿੱਥੇ ਪੈ ਰਿਹਾ ਸਾਨੂੰ ਕਿ ਬਈ ਜਦੋਂ ਅਸੀਂ ਕੋਈ ਅੱਛੇ ਕਰਮ ਕਰਦੇ ਹੈਗੇ ਤਾਂ ਅਸੀਂ ਕਹਿੰਦੇ ਸਭ ਕੁਝ ਕਰਨ ਵਾਲਾ ਉਹੀ ਹੈ, ਪਰ ਜਦੋਂ ਕੋਈ ਬੰਦਾ ਕੋਈ ਗਲਤ ਕਰ ਰਿਹਾ, ਕੋਈ ਗੁੱਸਾ ਕਰ ਰਿਹਾ, ਤਦ ਅਸੀਂ ਇਹ ਨਹੀਂ ਕਹਿੰਦੇ ਕਿ ਕਰਨ ਵਾਲਾ ਉਹੀ ਹੈਗਾ। ਅਸੀਂ ਤਦ ਤੇ ਨਹੀਂ ਕਹਿੰਦੇ। ਇਦਾਂ ਮਤਲਬ he has segregated the people ਕਿ ਬਈ ਜਿਹੜੇ ਅੱਛੇ ਕੰਮ ਕਰਨ ਉੱਥੇ ਉਹ ਵਰਤ ਰਿਹਾ, ਉਹ ਕਰਦਾ ਪਿਆ, ਔਰ ਜਿਹੜੇ ਸਰੀਰ ਗਲਤ ਕਰ ਰਿਹਾ ਉਹ ਨਹੀਂ ਕਰ ਰਿਹਾ। ਅਗਰ ਉਹ ਨਹੀਂ ਕਰ ਰਿਹਾ ਤਾਂ ਮਤਲਬ ਉਹ ਵਿਆਪਕ ਹੀ ਨਹੀਂ ਹੈਗਾ। he is not inside the body but he is inside the body। ਚਲਾਉਣ ਵਾਲਾ ਤਾਂ ਉਹੀ ਹੈ, ਸੋਚਣ ਵਾਲਾ ਤੇ ਉਹੀ ਹੈ, ਕਰਨ ਵਾਲਾ ਤੇ ਉਹੀ ਹੈਗਾ, ਸਭ ਕੁਝ ਕਰਨ ਵਾਲਾ ਉਹੀ ਹੈ। ਪਰ ਅਗਰ ਅਸੀਂ ਕੰਸੈਪਟ ਨੂੰ ਕਲੀਅਰ ਕਰੀਏ ਕਿ he is a combination of gun and knowledge, he is a combination of gun and niyam, ਤੇ ਫਿਰ ਅਸੀਂ ਕਵਾਂਗੇ ਕਿ ਬਈ ਜਦੋਂ ਮਨ ਨੇ ਉਸ ਨੂੰ ਸੋਧ ਲਿੱਤਾ ਤੇ ਉਸ ਬੰਦੇ ਨੇ ਸਾਰਾ ਕੁਝ ਜੋ ਵੀ ਅੱਛੇ ਕਰਮ ਕਰਦਾ ਹੈ ਤੇ ਕਰਾਂਦਾ ਵੀ ਉਹੀ ਹੈ, ਇਹ ਤੇ ਇਕੁਅਲ ਬਹੁਤ ਅੱਛਾ ਬੈਠ ਗਿਆ। ਪਰ ਜਦੋਂ ਬੰਦਾ ਕੋਈ ਗਲਤ ਕਰਦਾ ਹੈ, ਕੋਈ ਗਾਲ ਕੱਢਦਾ ਹੈ, ਤਾਂ ਉਹਦੇ ਮਨ ਦੇ ਅੰਦਰ ਇੱਕ ਕ੍ਰੋਧ ਹੁੰਦਾ ਹੈ, there is bitterness। ਜਦੋਂ ਉਹਦੇ ਅੰਦਰ bitterness ਹੈ ਤਾਂ ਉਹ ਕ੍ਰੋਧ ਹੀ ਕਰੇਗਾ, ਗਲਤ ਬੋਲੇਗਾ, ਗਾਲੀ ਗਲੋਚ ਕਰੇਗਾ। doesn't this come under his ਨਿਯਮ? ਜੋ ਤੇਰੇ ਅੰਦਰ ਹੈ ਤੂੰ ਉਹੀ ਕੁਝ ਕਰੇਗਾ, ਇਹ ਵੀ ਤਾਂ ਨਿਯਮ ਹੈਗਾ।
This is also the law unto itself. कि अगर तेरे अंदर प्रेम है तो तू प्रेम करेगा, अगर तेरे अंदर बिटरनेस है तो तू बिटरनेस भी बाहर सुटेगा. A we comes under the law. Now law doesn't mean कि करान वाला देखिए जब करान वाला वही है. अगर गाली गलौज कर देती because तेरे अंदर बिटरनेस सी, you come under the law unto itself. तू दे लॉ विच आ गया कि तेरे अंदर हुन गंद हैगा ना, हुन तू गंद ही सुटेगा. तू बोलेगा कि मैं गंद अंदर पाया होया ते मैं अच्छे फ्लावरी वर्ड्स बोला नहीं बोल सकदा. दिस कम्स अंडर द लॉ. तो करान वाला ते वही है 100%, सब कुछ करान वाला वही है. बट खाली वी पीपल आर इन द बॉडी कॉन्शियस. अगर ਅਸੀਂ ਇਹ सोच ले कि मैं है कौन, who am I this body or am I that oneness, am I that ज्योत स्वरूप. जिस दिन मैंने ये सोच लेता कि मैं ज्योत स्वरूप हाँ, आई गो इनटू द सोल कॉन्शियस, ते मन पूरी तरह ये कहने फिर तू ही तू है, इतने भी तू ही तू ते उत्थे भी तू ही तू है. देन ये अवस्था अलग हो जाती. बट आई थिंक देयर इज अ कंफ्यूजन ऑन द जीओडी, एनालाइजिंग ऑफ द जीओडी. हाँ जी जी बुआ जी, वेरी वेल एक्सप्लेन्ड. इकबाल वीर जी, आप जी समझ पाओगे? जी. ਕਰਨ ਕਰਾਵਣ ਹਾਰ ਸੁਆਮੀ, ਸਾਨੂੰ ਗੁਰੂ ਨੇ ਇਹ ਗੱਲ ਦੱਸੀ ਆ ਵੀ ਭਾਈ ਇਹ ਜਿਹੜੀ ਖੇਡ ਹੈ ਉਹ ਕਰਤੇ ਦੀ ਹੈ, ਅਸੀਂ ਉਸ ਦੇ ਖਿਡਾਰੀ ਆ, ਤਮਾਸ਼ਾ ਉਸ ਦਾ ਬਣਾਇਆ ਹੋਇਆ ਹੈ, ਉਹ ਹੀ ਕਰ ਰਿਹਾ ਹੈ. ਹੁਕਮ ਵਿੱਚ ਹੋ ਰਿਹਾ ਹੈ, ਸੰਜੋਗ ਵਿਜੋਗ ਦੀ ਕਾਰ ਵਿੱਚ ਹੋ ਰਿਹਾ ਹੈ. ਹਰ ਕੰਮ ਸੰਜੋਗ ਵਿਜੋਗ ਦੇ ਵਿੱਚ ਹੁੰਦਾ ਹੈ. ਜੇ ਗੁਣਾ ਨਾਲ ਕੋਈ ਸੰਜੋਗ ਕਰ ਰਿਹਾ ਤੇ ਅਵਗੁਣਾ ਦਾ ਉੱਥੇ ਵਿਜੋਗ ਹੋ ਰਿਹਾ ਆ. ਜੇ ਕੋਈ ਕਿਸੇ ਵੀ ਤਰ੍ਹਾਂ ਦਾ ਕਰਮ ਕਰਦਾ ਮਿਲ ਰਿਹਾ ਤੇ ਵਿਛੜ ਵੀ ਰਿਹਾ ਆ. ਜੇ ਭੁੱਖ ਆ ਤੇ ਭੁੱਖ ਮਿਟਦੀ ਵੀ ਹੈ, ਰੱਜਦਾ ਵੀ ਹੈ ਬੰਦਾ. ਇਹ ਦੁੱਖ ਸੁੱਖ ਦੋ ਦਰ ਕੱਪੜੇ, ਸੰਜੋਗ ਕਰਕੇ ਦੁੱਖ ਹੈ, ਇਹ ਸੁੱਖ ਹੈ, ਵਿਜੋਗ ਕਰਕੇ ਦੁੱਖ ਹੈ. ਇਹ ਸੰਜੋਗ ਵਿਜੋਗ ਦੀ ਕਾਰ ਪਰਮਾਤਮਾ ਦੀ ਬਣਾਈ ਹੋਈ ਹੈ. ਇਸ ਕਰਕੇ ਜਿਹੜਾ ਕਰਨ ਕਰਾਵਣ ਹਾਰ ਸੁਆਮੀ ਉਹਦੀ ਖੋੜ ਦੇ ਵਿੱਚ ਹੈ. ਜਿਹੜਾ ਵੀ ਜੀਵ ਮੈਂ ਕਰਦਾ, ਮੈਂ ਕੀਤਾ, ਇਹ ਵੀ ਖੇਡ ਦੇ ਵਿੱਚ ਹੈ, ਹੁਕਮ ਵਿੱਚ ਹੈ, ਸੰਜੋਗ ਵਿਜੋਗ ਦੀ ਕਾਰ ਦੇ ਵਿੱਚ ਹੈ. ਮੈਂ ਕੀਤਾ ਜਦੋਂ ਉਹ ਪਰਮਾਤਮਾ ਤੋਂ ਗੁਰੂ ਤੋਂ ਵਿਛੜਦਾ ਉਸ ਲਈ ਕਹਿੰਦਾ ਮੈਂ ਕੀਤਾ ਹੈ. ਜਦੋਂ ਸੰਜੋਗ ਕਰ ਲੈਂਦਾ ਤੇ ਉਹ ਉਹਦਾ ਹੁਕਮ ਕਹਿਣ ਲੱਗ ਪੈਂਦਾ ਹੈ. ਤੇ ਜਦੋਂ ਉਹ ਵਿਜੋਗ ਚ ਹੁੰਦਾ ਹੈ ਤੇ ਉਹ ਮੈਂ ਕੀਤਾ ਕਹਿ ਰਿਹਾ, ਮੈਂ ਕੀਤਾ. ਇਹ ਸਾਰੀ ਕਾਰ ਜਿਹੜੀ ਹੈ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਪਰਮਾਤਮਾ ਦੀ ਬਣਾਈ ਹੈ. ਜਿਹੜਾ ਜੀਵ ਹਰ ਗੁਣ ਦੇ ਵਿੱਚ ਗੁਣਾਂ ਦੀ ਦਾਰ ਦੇ ਵਿੱਚ ਆਉਂਦਾ ਉਹ ਸੰਜੋਗ ਕਰਕੇ ਹੁੰਦੀ. ਗੁਰੂ ਦੇ ਨਾਲ ਸੰਜੋਗ ਬਣਦਾ ਤਾਂ ਗੁਣ ਮਿਲਦੇ ਹਨ, ਗੁਰੂ ਦੇ ਨਾਲ ਵਿਜੋਗ ਮਿਲਦਾ ਤਾਂ ਵਿਕਾਰ ਮਿਲਦੇ ਹਨ. ਗੁਰੂ ਦੇ ਸੰਜੋਗ ਕਰਕੇ ਜੀਵ ਕਹਿੰਦਾ ਹੈ ਵੀ ਤੂੰ ਹੀ ਨਾ ਕਰ ਸਰੀਰ ਵੀ ਬਣ ਜਾਂਦਾ. ਜਦੋਂ ਵਿਜੋਗ ਦੀ ਅਵਸਥਾ ਵਿੱਚ ਜੁੜਿਆ ਹੁੰਦਾ ਤਾਂ ਕਹਿੰਦਾ ਮੈਂ ਕੀਤਾ, ਮੈਂ ਕਰ. ਇਹ ਸੰਜੋਗ ਔਰ ਵਿਜੋਗ ਦੀ ਕਾਰ ਦੇ ਅਧੀਨ ਸਾਰਾ ਕੁਝ ਹੋ ਰਿਹਾ. ਇਸ ਲਈ ਕਰਨ ਕਰਾਵਣ ਹਾਰ ਸੁਆਮੀ ਹੈ. ਤੂੰ ਸਮਰੱਥ ਵੱਡਾ, ਕਿਉਂਕਿ ਸਮਰੱਥ ਹੈ. ਕਰਨ ਕਾਰਨ, ਕਰਨ ਤੇ ਕਰਾਉਣ ਵਾਲਾ. ਕਰਾਉਣਾ ਕਾਹਦੇ ਨਾਲ ਆ? ਸੰਜੋਗ ਵਿਜੋਗ ਦੀ ਕਾਰ ਦੇ ਨਾਲ ਜੀਵਾਂ ਕੋਲੋਂ ਕਰਵਾਉਂਦਾ ਹੈ. ਤੇ ਕੁਦਰਤ ਦੀ ਜੋ ਪੈਦਾਇਸ਼ ਹੈ, ਸੰਸਾਰ ਦੀ ਜਗਤ ਰਚਨਾ, ਉਹ ਸਿੱਧੀ ਤੇ ਸਿੱਧੀ ਪਰਮਾਤਮਾ ਦੇ ਹੱਥ 'ਚ ਹੈ. ਉਹਨੂੰ ਕੋਈ ਜੀਵ ਨਹੀਂ ਬਣਾ ਸਕਦਾ, ਕੁਦਰਤ. ਸੋ ਜਿਹੜੀ ਕਰਾਉਣ ਵਾਲੀ ਗੱਲ ਆ ਉਹ ਸੰਜੋਗ ਤੇ ਵਿਜੋਗ ਦੀ ਕਾਰ ਦੇ ਵਿੱਚ ਸਾਰਾ ਕੁਝ ਹੋ ਰਿਹਾ. ਇਸ ਕਰਕੇ ਪਰਮਾਤਮਾ ਨੂੰ ਹੀ ਕਰਨ ਕਰਾਵਣ ਹਾਰ ਸੁਆਮੀ ਕਿਹਾ ਜਾ ਸਕਦਾ ਹੈ. ਜੀਵ ਦੀ ਕੋਈ ਪਾਇਆ ਨਹੀਂ ਕਿ ਕਿਸੇ ਨਾਲ ਸੰਜੋਗ ਕਰ ਲਵੇ, ਕਿਸੇ ਦੇ ਨਾਲ ਵਿਜੋਗ ਕਰ ਲਵੇ. ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨਾ. ਆਪਣੇ ਤਲ ਦੇ ਜ਼ੋਰ ਤੇ ਆਪਣੇ ਬਲ ਦੇ ਜ਼ੋਰ ਤੇ ਕੋਈ ਵੀ ਮਨੁੱਖ ਜਿਹੜਾ ਹੈਗਾ ਉਹ ਨਹੀਂ ਕਰ ਜੀ. ਧੰਨਵਾਦ ਇਕਬਾਲ ਜੀ, ਇਕਬਾਲ ਵੀਰ ਜੀ. ਆਪ ਜੀ ਨੇ ਬੜੀ ਖੂਬਸੂਰਤੀ ਨਾਲ ਆਪ ਜੀ ਨੇ ਉਦਾਹਰਨ ਦੇ ਕੇ, ਸ਼ਬਦ ਦਾ ਉਦਾਹਰਨ ਦੇ ਕੇ ਆਪ ਜੀ ਨੇ ਸਮਝਾਣਾ ਕੀਤਾ. ਮੇਰੇ ਖਿਆਲ ਸਤੀਸ਼ ਅਰੋੜਾ ਜੀ, ਇਹ ਸ਼ਬਦ ਜਿਹੜਾ ਨਾ ਬਹੁਤ ਹੋਰ ਡਿਟੇਲ ਵੀ ਮੰਗਦਾ, ਕਾਫੀ ਡਿਟੇਲ ਮੰਗਦਾ ਹੈ.
ਅਸੀਂ ਸਿਰਫ ਇਹ ਚੇਸ਼ਟਾ ਕਰਦੇ ਹਾਂ ਕਿ ਗੁਰੂ ਦੇ ਸ਼ਬਦ ਨੂੰ ਜਿਸ ਤਰ੍ਹਾਂ ਸਮਝ ਆਉਂਦਾ ਹੈ ਉਸ ਮੁਤਾਬਕ ਅਸੀਂ ਅੱਗੇ ਰੱਖਣਾ ਕਰੀਏ। ਗੁਰੂ ਦਾ ਸ਼ਬਦ ਕੀ ਕਹਿ ਰਿਹਾ ਹੈ, ਸ਼ਬਦ ਨੂੰ, ਸ਼ਬਦ ਦੀ ਵਿਆਖਿਆ ਨੂੰ ਕਰਕੇ ਅੱਗੇ ਰੱਖਣਾ ਕਰੀਏ। ਉਹ ਖੇਡ ਜਿਹੜੀ ਹੈ, ਉਹ ਜਿਹੜੀ ਖੇਡ ਚੱਲ ਰਹੀ ਹੈ, ਜਿਹੜੀ ਕਰਤੇ ਨੇ ਬਣਾਈ ਹੈ, ਗੁਰੂ ਸਾਹਿਬ ਉਸ ਖੇਡ ਬਾਰੇ ਵੀ ਸਮਝਾ ਰਹੇ ਹਨ। ਤੇ ਉਸ ਕਰਤੇ ਦੇ ਨਾਲ ਜੇਕਰ ਅਸੀਂ ਕਵਾਂਗੇ ਉਹ ਕੌਣ ਹੈ, ਤੇ ਫਿਰ ਸਾਨੂੰ ਕਰਤਾ ਕੌਣ ਹੈ, ਫਿਰ ਕਰਤੇ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ। ਤੇ ਉਹਦੀ ਹੋਂਦ ਵੀ ਤਦ ਆਉਂਦੀ ਹੈ ਜਦੋਂ ਕਿਸੇ ਦਾ ਰਚਨਾ ਰਚੀ ਹੈ, ਪਰ ਉਹ ਕਰਤਾ ਜਿਹੜਾ ਹੈ ਉਹ ਅਜੂਨੀ ਹੈ। ਮੂਲ ਮੰਤਰ ਵਿੱਚ ਦਿੱਤਾ ਗਿਆ ਅਜੂਨੀ ਹੈ, ਉਹ ਪਰਮਾਤਮਾ ਜੂਨਾ ਵਿੱਚ ਨਹੀਂ ਆਉਂਦਾ। ਤੇ ਸਾਡੇ ਮਨ ਦੀ ਹੋਂਦ ਤਦ ਆਉਂਦੀ ਹੈ ਜਦੋਂ ਅਸੀਂ ਜੂਨ ਵਿੱਚ ਆ ਜਾਂਦੇ ਹਾਂ। ਅਸੀਂ ਇਸ ਬਰੀਕੀਆਂ ਹਨ ਜਿਹੜੀ ਸਿਧਾਂਤਿਕ ਤੌਰ ਤੇ ਅਸੀਂ ਸਮਝਾਂਗੇ ਤੇ ਇਸ ਸਵਾਲਾਂ ਤੋਂ ਅਸੀਂ ਬਾਹਰ ਨਿਕਲ ਪਾਵਾਂਗੇ। ਅਸੀਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਗੱਲ ਦੀ ਸੱਚਾਈ ਹੈ, ਭਾਵੇਂ ਅਸੀਂ ਇੱਕ ਪੱਖ ਦੇ ਮੁਤਾਬਿਕ ਸਮਝੀਏ, ਭਾਵੇਂ ਦੂਜੇ ਪੱਖ ਦੇ ਮੁਤਾਬਿਕ ਸਮਝੀਏ, ਸਾਡੇ ਮਨ ਦੀ ਪਵਿੱਤਰਤਾ, ਸਾਡੇ ਮਨ ਦੀ ਨਿਸ਼ਾ, ਸਾਡੇ ਮਨ ਨੇ ਪਤੀਜਨਾ ਕੇਵਲ ਤੇ ਕੇਵਲ ਸ਼ਬਦ ਦੇ ਰਾਹੀਂ ਹੈ, ਕੇਵਲ ਤੇ ਕੇਵਲ ਸੱਚ ਦੇ ਗਿਆਨ ਦੇ ਰਾਹੀਂ ਹੈ, ਕੇਵਲ ਤੇ ਕੇਵਲ ਸਤਿਗੁਰੂ ਦੇ ਰਾਹੀਂ ਹੈ। ਅਸੀਂ ਜਿੰਨੀ ਸਮਝ ਆਉਂਦੀ ਹੈ ਅਸੀਂ ਉਹਨੂੰ ਅੰਦਰ ਵਸਾ ਲਈਏ, ਨਾਲੇ ਸ਼ਬਦ ਦੇ ਰਾਹੀਂ, ਸ਼ਬਦ ਦੇ ਨਾਲ ਜੁੜੇ ਰਹੀਏ ਕਿ ਸਾਡਾ ਮਨ ਦੀ ਨਿਸ਼ਾ ਹੋ ਜਾਏ, ਮਨ ਪਤੀਜ ਜਾਏ। ਜਿਹੜੀ ਗੱਲਾਂ ਸਾਨੂੰ ਅਗਰ ਕਨਫਿਊਜ਼ਨ ਹੋ ਰਹੀ ਹੈ ਜਾਂ ਜਿੱਧਰ ਸਾਨੂੰ ਨਹੀਂ ਸਮਝ ਆ ਪਾ ਰਹੀ ਜਾਂ ਨਹੀਂ ਕੋਈ ਗੱਲ ਕਰ ਪਾ ਰਿਹਾ, ਉਹਨੂੰ ਅਜੇ ਛੋੜ ਦਈਏ, ਕੇਵਲ ਤੇ ਕੇਵਲ ਸ਼ਬਦ ਨਾਲ ਜੁੜਨਾ ਕਰੀਏ। ਕਈ ਖੇਡਾਂ ਜਿਹੜੀਆਂ ਅੰਦਰ ਦੀਆਂ ਬਾਕੀ ਆਟੋਮੈਟਿਕਲੀ ਹੁੰਦੀ ਰਹਿਣਗੀਆਂ। ਜਦੋਂ ਅਸੀਂ ਭੋਜਨ ਖਾਂਦੇ ਹਾਂ, ਭੁੱਖ ਆਪਣੇ ਆਪ, ਭੋਜਨ ਆਪਣੇ ਕਾਰ ਵਿਹਾਰ ਅੰਦਰ ਆਪ ਹੀ ਕਰਦਾ। ਜਦੋਂ ਸ਼ਬਦ ਦਾ ਭੋਜਨ ਅਸੀਂ ਚੱਕਾਂਗੇ ਤੇ ਅੰਦਰ ਦੀ ਕਾਰ ਵਿਹਾਰ ਆਪਣੇ ਆਪ ਹੀ ਬੰਦੀ ਰਹੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।